ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫ਼ਤੇ ਦੀ ਤਰ੍ਹਾਂ ਤੁਹਾਡਾ ਆਪਣਾ ਪ੍ਰੋਗਰਾਮ ਕਰੰਟ ਇਸ਼ੂ ਲੈ ਕੇ ਅੱਜ ਫਿਰ ਹਾਜ਼ਰ ਹੋਇਆ, ਕਿਉਂਕਿ ਸਿੱਖ ਚੈਨਲ ਸਿੱਖਾਂ ਦਾ ਆਪਣਾ ਚੈਨਲ, ਸਿੱਖਾਂ ਦਾ ਸਭ ਤੋਂ ਪਹਿਲਾ ਚੈਨਲ ਜੋ ਵਿਦੇਸ਼ ਦੀ ਧਰਤੀ 'ਤੇ ਹੋਂਦ ਵਿੱਚ ਆਇਆ, ਜੋ ਆਪਣੇ ਤਕਰੀਬਨ 11 ਸਾਲ ਪੂਰੇ ਕਰਨ ਜਾ ਰਿਹਾ। ਹੋਰ 2-3 ਮਹੀਨਿਆਂ ਤੇ ਅਪ੍ਰੈਲ ਦੇ ਵਿੱਚ 11 ਸਾਲ ਆਪਣੇ ਪੂਰੇ ਕਰ ਜਾਵੇਗਾ। ਤੁਹਾਡੇ ਪਿਆਰ ਦਾ ਸਦਕਾ, ਤੁਹਾਡੇ ਸਤਿਕਾਰ ਦਾ ਸਦਕਾ, ਤੁਹਾਡੇ ਵੱਲੋਂ ਮਿਲਦੇ ਹਰ ਤਰ੍ਹਾਂ ਦੇ ਸਹਿਯੋਗ ਦਾ ਸਦਕਾ, ਤੁਹਾਡੀਆਂ ਕੀਤੀਆਂ ਅਰਦਾਸਾਂ ਹਮੇਸ਼ਾ ਨੂੰ ਬੁਲੰਦੀਆਂ 'ਤੇ ਲਿਜਾਂਦੀਆਂ, ਅਤੇ ਸਿੱਖ ਚੈਨਲ ਆਪਣਾ ਫਰਜ਼ ਹਮੇਸ਼ਾ ਨਿਭਾਉਂਦਾ ਕਿਸੇ ਵੀ ਧਰਤੀ 'ਤੇ, ਕਿਉਂਕਿ ਪੰਜਾਬੀ ਪੂਰੀ ਦੁਨੀਆ 'ਚ ਵੱਸਦੇ ਨੇ। ਕਿਸੇ ਵੀ ਧਰਤੀ 'ਤੇ ਕੋਈ ਵੀ ਅਣਸਕਾਮੀ ਘਟਨਾ ਵਾਪਰ ਜਾਵੇ, ਕੋਈ ਖੁਸ਼ੀ ਦੀ ਗੱਲ ਹੋਵੇ, ਕੋਈ ਧਾਰਮਿਕ ਸਮਾਗਮ ਹੋਵੇ, ਅਤੇ ਸਿੱਖ ਚੈਨਲ ਮੋਹਰੇ ਹੋ ਕੇ ਤੁਹਾਨੂੰ ਉੱਥੋਂ ਜਾ ਕੇ ਉੱਥੋਂ ਦੀਆਂ ਸੰਗਤਾਂ ਦੇ ਨਾਲ, ਉੱਥੋਂ ਦੇ ਵਸਿੰਦਿਆਂ ਦੇ ਨਾਲ, ਉੱਥੋਂ ਦੇ ਵਸਨੀਕਾਂ ਦੇ ਨਾਲ ਰੂਬਰੂ ਕਰਾਉਂਦਾ ਹਮੇਸ਼ਾ। ਅਤੇ ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲ ਕਰਨੀ, ਤੁਸੀਂ ਸਾਰਿਆਂ ਨੇ ਪੇਪਰਾਂ 'ਚ, ਤੁਸੀਂ ਸਾਰਿਆਂ ਨੇ ਵਟਸਐਪ ਰਾਹੀਂ ਜਾਂ YouTube ਰਾਹੀਂ ਜਾਂ ਤੁਸੀਂ ਹੋਰ ਮੀਡੀਆ ਰਾਹੀਂ ਵੇਖਿਆ ਕਿ ਕਿਸ ਤਰ੍ਹਾਂ ਉਹ ਬਾਬੇ ਨਾਨਕ ਦੀ ਨਗਰੀ ਨਨਕਾਣਾ ਸਾਹਿਬ, ਜਿੱਥੇ ਕੁਛ ਮੁਸਲਮਾਨਾਂ ਨੇ, ਕਿਉਂਕਿ ਹਰ ਧਰਮ ਦੇ ਵਿੱਚ ਕੋਈ ਵੀ ਧਰਮ ਹੋਵੇ, ਚਾਹੇ ਉਹ ਸਿੱਖ ਧਰਮ ਆ, ਹਿੰਦੂ ਧਰਮ ਆ, ਈਸਾਈ ਧਰਮ ਆ ਜਾਂ ਮੁਸਲਮਾਨ ਧਰਮ ਆ, ਕੁਛ ਲੋਕ ਹਰੇਕ ਧਰਮ ਵਿੱਚ ਮਾੜੇ ਹੁੰਦੇ ਆ, ਮਾੜੀ ਸੋਚ ਦੇ ਮਾਲਕ ਹੁੰਦੇ ਆ। ਸੋ ਉਹ ਮਾੜੀ ਸੋਚ ਦੇ ਮਾਲਕਾਂ ਨੇ ਹੀ ਜੋ ਨਨਕਾਣਾ ਸਾਹਿਬ ਦੀ ਧਰਤੀ 'ਤੇ ਜਾ ਕੇ ਉਹ ਪਵਿੱਤਰ ਸਥਾਨ 'ਤੇ, ਜਿੱਥੇ ਸਿੱਖਾਂ ਨਾਲੋਂ ਜ਼ਿਆਦਾ ਜੇ ਸਿਰ ਝੁਕਾਉਂਦੇ ਆ, ਅਤੇ ਉਹ ਮੁਸਲਮਾਨ ਉਸ ਜਗ੍ਹਾ ਨੂੰ ਝੁਕਾਉਂਦੇ ਆ। ਸੋ ਉੱਥੇ ਜਾ ਕੇ ਜੋ ਹੁੱਲੜਬਾਜ਼ੀ ਕੀਤੀ, ਉਹਦੇ ਬਾਰੇ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਅੱਜ ਸਾਡੇ ਨਾਲ ਸਿੱਖ ਚੈਨਲ ਦੇ ਸਟੂਡੀਓ 'ਚ ਪੰਥ ਦੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਸਰਦਾਰ ਸੁਖਮੰਦਰ ਸਿੰਘ ਜੀ ਬਰਾੜ ਸਾਹਿਬ ਪੁੱਜੇ ਨੇ। ਇਹਨਾਂ ਨੂੰ ਸਿੱਖ ਚੈਨਲ ਦੇ ਸਟੂਡੀਓ 'ਤੇ ਆਉਣ 'ਤੇ ਜੀ ਆਖਦਾ ਹੋ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾੜਾ ਸਾਹਿਬ, ਪਹਿਲਾਂ ਆਪਾਂ ਗੱਲ ਕਰੀਏ ਨਨਕਾਣਾ ਸਾਹਿਬ ਦੀ ਜੀ, ਉਸ ਤੋਂ ਪਿੱਛੋਂ ਗੱਲ ਕਰੀਏ ਹੋਰ ਪਾਕਿਸਤਾਨ ਦੇ ਵਿੱਚ ਜਿੱਥੇ ਜਿੱਥੇ ਹੁਣ ਤੱਕ, ਚਾਹੇ ਉਹ ਸਿੱਖਾਂ ਦੀਆਂ ਕੁੜੀਆਂ, ਚਾਹੇ ਉਹ ਹਿੰਦੂਆਂ ਦੀਆਂ ਕੁੜੀਆਂ, ਚਾਹੇ ਹੋਰ ਕਿਸੇ ਘੱਟ ਗਿਣਤੀ ਦੇ ਨਾਲ ਇਹੋ ਜਿਹਾ, ਉਸ ਤੋਂ ਪਿੱਛੋਂ ਆਪਾਂ, ਕਿਉਂਕਿ ਜਿੱਥੇ ਸਾਰੀ ਦੁਨੀਆ 'ਚ ਵੱਸਦੇ ਪੰਜਾਬੀ, ਤੋਂ ਉੱਥੇ ਸਾਰੀ ਦੁਨੀਆ 'ਚ ਤਕਰੀਬਨ ਮੁਸਲਮਾਨ ਵੀ ਵੱਸਦੇ। ਜੀ, ਬਾਕੀ ਵੀ ਗੱਲਾਂ ਕਰਾਂਗੇ। ਤੁਸੀਂ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਫਿਰ ਆਪਾਂ ਸਮੂਹ ਆਪਣੀ ਟੀਮ ਵੱਲੋਂ ਸਾਰੇ ਹੀ ਸਿੱਖ ਚੈਨਲ ਦੇ ਦਰਸ਼ਕਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਹੈ ਕਿ ਹਰ ਚੈਨਲ ਦੇ ਉੱਪਰ ਨਿਊਜ਼ ਵੀ ਆਉਂਦੀ ਰਹੀ ਹੈ, ਇੰਡੀਆ ਤੋਂ ਵੀ ਨਿਊਜ਼ ਆਉਂਦੀ ਰਹੀ ਹੈ, ਅਤੇ ਵਟਸਐਪ 'ਤੇ ਵੀ ਬਹੁਤ ਚੱਲੀ ਹੈ ਜੀ। ਪਰ ਲੇਕਿਨ ਇਹ ਬੜੀ ਨਿੰਦਕ ਜੋ ਘਟਨਾ ਵਾਪਰੀ ਆ, ਅਤੇ ਵਾਪਰੀ ਹੈਗੀ ਹੈ ਕਿ ਕੁਛ ਇਹ ਸ਼ਰਾਰਤੀ ਅਨਸਰਾਂ ਦੇ ਵੱਲੋਂ ਜੀ। ਹਾਂਜੀ, ਇਸ ਦੇ ਪਿੱਛੇ ਕੀ ਪੋਲੀਟਿਕਸ ਆ, ਪਰ ਲੇਕਿਨ ਕੀ ਉਹ ਇੰਨੇ ਦੇਰ ਬਾਅਦ, ਕਿਉਂਕਿ ਕੁੜੀ ਦੀ ਗੱਲ ਕਰੀਏ, ਇਹ ਉਸ ਗ੍ਰੰਥੀ ਦੀ ਕੁੜੀ ਜਿਹੜੀ ਆ, ਇਹ 25 ਅਗਸਤ ਦੇ ਵਿੱਚ ਇਹ ਮਤਲਬ ਉਹਨਾਂ ਨੇ ਕਿਡਨੈਪ ਕੀਤਾ ਸੀ ਇਸ ਨੂੰ। ਹਾਂਜੀ, ਉਹ ਵੀ ਇਹ ਗਾਂਧੀ ਨੋਕ ਦੇ ਉੱਪਰ ਇਹਨੂੰ ਇੱਥੋਂ ਲੈ ਕੇ ਗਏ ਸੀਗੇ। ਅਤੇ ਜਿਹੜਾ ਇਹ ਸ਼ਰਾਰਤੀ ਅਨਸਰ ਸੀਗਾ, ਜਿਹੜਾ ਬੋਲ ਰਿਹਾ ਸੀਗਾ ਜੀ ਅਸੀਂ ਪਥਰਾਓ ਕੀਤਾ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ 'ਤੇ, ਅਤੇ ਨਾਲ ਜਿਹੜਾ ਕਹਿ ਰਹੇ ਸੀਗੇ ਸਿੱਖਾਂ ਨੂੰ ਕੱਢੋ ਜੀ ਇੱਥੋਂ, ਸਿੱਖਾਂ ਨੂੰ ਅਸੀਂ ਮਤਲਬ ਭਜਾ ਦਿਆਂਗੇ ਜੀ, ਨਨਕਾਣਾ ਸਾਹਿਬ ਦਾ ਨਾਂ ਹੀ ਅਸੀਂ ਬਦਲ ਦਿਆਂਗੇ, ਹਾਂਜੀ, ਗੁਰਦੁਆਰਾ ਸਾਹਿਬ 'ਤੇ ਅਸੀਂ ਮਸੀਤ ਬਣਾਵਾਂਗੇ। ਜਿਹੜੀਆਂ ਇਹ ਗੱਲਾਂ ਇੰਟਰਨੈਟ ਖੜਕਾ ਦਿਆਂਗੇ ਨਾ ਜੀ, ਮਤਲਬ ਇਹ ਜਿਹੜੀਆਂ ਗੱਲਾਂ ਨੇ ਜੀ, ਇਹ ਉਹ ਕਿਤੇ ਭਾਵੁਕ ਹੋ ਕੇ ਕੀਤੀਆਂ। ਪਰ ਮੈਂ ਇਹ ਕਹਾਂਗਾ ਕਿ ਜਦੋਂ 25 ਅਗਸਤ ਦੀ ਇਹ ਗੱਲ ਹੋਈ ਆ, ਉਸ 'ਤੇ 5-6 ਦਿਨ ਤੱਕ ਕੋਈ FIR ਨਹੀਂ ਸੀ ਦਰਜ ਹੋਈ। ਹਾਂਜੀ, ਉਸ ਕੁੜੀ ਦੇ ਮਤਲਬ ਵਿਆਪਤੀ ਜਿਹੜੀ ਗੱਲ ਜੇ ਜਾਂ ਪੇਰੈਂਟਸ ਵੱਲੋਂ ਵੀ ਹੈ ਨਾ ਜੀ, ਉਹਨੂੰ ਡਰਾ ਧਮਕਾ ਕੇ ਉਹਦਾ ਜਿਹੜਾ ਮਜ਼ਹਬ ਚੇਂਜ ਕੀਤਾ, ਧਰਮ ਚੇਂਜ ਕੀਤਾ, ਜਾਂ ਕੁੜੀ ਦੀ ਆਪਣੀ ਰਜਾਮੰਦੀ ਨਾਲ ਵੀ। ਕਿਉਂ ਇਸ ਬਾਰੇ ਆਪਾਂ ਨਹੀਂ ਕੁਝ ਵੀ ਕਹਿ ਸਕਦੇ, ਕਿਉਂਕਿ ਕਲਯੁਗ ਦਾ ਸਮਾਂ ਆ। ਮੈਂ ਤਾਂ ਇਹ ਕਹਾਂਗਾ ਕਿ ਵੀ ਜਿੱਥੇ ਆਪਾਂ ਕਿਸੇ 'ਤੇ ਉਂਗਲੀ ਕਰਦੇ ਹਾਂ, 3 ਉਂਗਲੀਆਂ ਆਪਣੇ ਵੱਲ ਵੀ ਹੁੰਦੀਆਂ ਆ। ਮਤਲਬ ਆਪਾਂ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਾਂ ਆਪਣੇ ਮੰਜੇ ਥੱਲੇ ਵੀ ਸੋਟਾ ਫੇਰੀਏ ਕਿ ਅਸੀਂ ਜਾਂ ਸਾਡੇ ਬੱਚੇ ਵੀ ਕਿੰਨੇ ਕੁ ਪਾਣੀ 'ਚ ਨੇ, ਹੈ ਨਾ। ਮਤਲਬ ਆਪਾਂ ਕਿਸੇ 'ਤੇ ਉਂਗਲੀ ਨਹੀਂ ਉਠਾਉਂਦੇ। ਪਰ ਲੇਕਿਨ ਚੀਜ਼ ਮੈਂ ਇਹ ਕਹਿਣ ਲੱਗਾ ਕਿ 25 ਅਗਸਤ ਤੋਂ ਲੈ ਕੇ ਨਵੰਬਰ ਤੱਕ, ਜਦ ਤੱਕ ਕੋਰੀਡੋਰ ਖੁੱਲ੍ਹਣੀ ਸੀਗੀ, ਉਦੋਂ ਤੱਕ ਇਹੋ ਜਿਹਾ ਕੋਈ ਨਹੀਂ ਹੈਪਨ ਹੋਇਆ। ਦੂਸਰੀ ਚੀਜ਼ ਇਹ ਕਿ ਜਿਹੜੇ
ਇਮਰਾਨ ਖਾਨ ਦੀ ਕੋਈ ਗੱਲ ਕਹਿੰਦਾ ਜੀ ਕਿ ਬਈ ਉਹਨੂੰ ਜੱਫੀਆਂ ਪਾਉਂਦੇ ਸੀਗੇ ਜੀ, ਜੇ ਕਰਦੇ ਸੀ ਉਹ ਕਰਦੇ ਸੀਗੇ, ਹਾਂਜੀ, ਕਿ ਵੀ ਉਹਨੇ ਨਹੀਂ ਕੁਝ ਕੀਤਾ। ਹਰੇਕ ਮੁਲਕ ਦੇ ਵਿੱਚ ਪਾਰਟੀਆਂ ਜਿਹੜੀਆਂ ਵੱਡੀਆਂ 2-2 3-3 ਪਾਰਟੀਆਂ ਨੇ ਜੀ। ਬਿਲਕੁਲ। ਇਸ ਤੋਂ ਪਹਿਲਾਂ ਕਾਜੀ ਮੌਲਵੀਆਂ ਨੇ ਪਹਿਲਾਂ ਵੀ ਇੱਕ WhatsApp ਦੇ ਆਈ ਸੀ ਵੀਡੀਓ ਕਿ ਜੀ ਇਹ ਜੇ ਤਾਂ ਇਹ ਸਾਡੇ ਬੰਦਿਆਂ ਨੇ ਉਹਨਾਂ ਨੂੰ ਸਿੱਖਾਂ ਨੂੰ ਜੱਫੀਆਂ ਪਾਣੀਆਂ, ਜਿਨ੍ਹਾਂ ਨੇ ਇਹ ਜੱਫੀਆਂ ਪਾਣੇ ਤੇ ਅੰਮ੍ਰਿਤਸਰ ਜਾ ਕੇ ਰਹਿਣ ਫਿਰ, ਬਿਲਕੁਲ ਇਮਰਾਨ ਹੋ ਗਿਆ ਹੈ ਨਾ। ਹਾਂ, ਉਹ ਜਿਹੜੀਆਂ ਗੱਲਾਂ ਕੀਤੀਆਂ ਉਸ ਤੋਂ ਸਾਬਤ ਹੁੰਦਾ ਹੈ ਕਿ ਵੀ ਹਰੇਕ ਮੁਲਕ ਦੇ ਵਿੱਚ ਓਪੋਜੀਸ਼ਨ ਜਿਹੜੀ ਆ ਉਹ ਭਟਕਦੀ ਤੇ ਭੜਕਾਉਂਦੀ ਆ। ਬਿਲਕੁਲ, ਹੈ ਨਾ। ਓਕੇ, ਜਦੋਂ ਇੰਨੀ ਦੇਰ ਦੇ ਵਿੱਚ ਮਹੀਨਿਆਂ ਦੇ ਵਿੱਚ ਨਹੀਂ ਕੁਛ ਵੀ ਹੋਇਆ, ਹੁਣ ਜਿਹੜਾ ਹੋਇਆ ਇਹ ਫਿਰ ਕਿਸੇ ਦੀ ਚੱਕ ਤੇ ਸ਼ਹਿ ਤੇ ਹੋਇਆ। ਬਿਲਕੁਲ। ਦੂਸਰੇ ਪਾਸੇ ਜਿਹੜਾ ਆਪਾਂ ਪੰਜਾਬ ਤੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਵੀ ਕਹਿੰਦੇ ਆ, ਦੇਖਿਆ ਕਿ ਵੀ ਉੱਥੇ ਵੀ ਬਿਨਾਂ ਇਹ 'ਚ ਕੋਈ ਸ਼ੱਕ ਨਹੀਂ ਆ ਕਿ ਇਸ ਘਟਨਾ ਨੇ ਦਿਲ ਕੰਬਾਉਣ ਵਾਲੀਆਂ ਗੱਲਾਂ ਕੀਤੀਆਂ ਤੇ ਦਿਲ ਨੂੰ ਠੇਸ ਪਹੁੰਚਣ ਵਾਲੀਆਂ ਗੱਲਾਂ ਕੀਤੀਆਂ। ਹਰ ਇੱਕ ਸਿੱਖ ਦਾ ਹਿਰਦਾ ਬਲੁੰਦਰਿਆ ਗਿਆ ਇਸ ਗੱਲ ਨਾਲ। ਪਰ ਲੇਕਿਨ ਚੀਜ਼ ਇਹ ਆ ਕਿ ਆਪਾਂ ਨੂੰ ਦੂਏ ਪਾਸੇ ਬਿਨਾਂ ਸੋਚਦੇ ਵੀ ਅਸੀਂ ਜਾ ਕੇ ਇਹ ਐਮਬੈਸੀਆਂ ਦੇ ਮੂਹਰੇ ਧਰਨੇ ਲਾ ਕੇ ਇੰਡੀਆ ਦੇ ਖਿਲਾਫ ਤੇ ਜਾਂ ਭਾਰਤ ਸਰਕਾਰ ਦੇ ਖਿਲਾਫ ਜਾਂ ਪਾਕਿਸਤਾਨ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਲਾਈਏ, ਹਾਂਜੀ, ਇਹ ਵੀ ਨਹੀਂ ਚੰਗਾ ਲੱਗਦਾ। ਪਹਿਲਾਂ ਜਦੋਂ ਤੱਕ ਸਾਨੂੰ ਮੁੱਦੇ ਦਾ ਨਹੀਂ ਪਤਾ ਕਿ ਕੀ ਹੋ ਰਿਹਾ, ਕੀ ਹੋਇਆ, ਕੀ ਹੋ ਰਿਹਾ ਆ, ਹਾਂਜੀ। ਦੂਸਰੀ ਚੀਜ਼ ਮੈਂ ਇਹ ਦੇਖਣ ਚਾਹੀ ਆ ਕਿ ਉੱਥੇ ਜਦੋਂ ਦਿੱਲੀ ਪਾਕਿਸਤਾਨ ਹਾਈ ਕਮਿਸ਼ਨ ਦੇ ਮੂਹਰੇ ਜਾ ਕੇ ਉਦੋਂ ਨੇ ਪ੍ਰੋਟੈਸਟ ਕੀਤਾ, ਮਨਜਿੰਦਰ ਸਿਰਸੇਣੀ, ਹਾਂਜੀ, ਉਹਦੇ ਵਿੱਚੋਂ ਉਹਨਾਂ ਨੂੰ ਪਹਿਲਾਂ ਤਾਂ ਜਾਣਾ ਚਾਹੀਦਾ ਕਿ ਕਾਮਲੀ ਉੱਥੇ ਜਾਣ ਤੇ ਜਾ ਕੇ ਉਹਨਾਂ ਨੂੰ ਆਪਣਾ ਮੈਮੋਰੰਡਮ ਦੇਣ ਪਹਿਲਾਂ ਕਿ ਬਈ ਕੀ ਗੱਲ ਆ। ਜੇ ਨਾਅਰੇਬਾਜ਼ੀ ਕੀਤੀ, ਨਾਅਰੇਬਾਜ਼ੀ ਦੇ ਵਿੱਚ ਮੈਂ ਇਹ ਕਹਾਂਗਾ ਕਿ ਇੱਕ ਬੰਦੇ ਦੀ ਇੰਟਰਵਿਊ ਤੇ ਮੈਂ ਦੇਖ ਰਿਹਾ ਸੀ ਕਿ ਉਸਦੇ ਬਾਲ ਖੁੱਲੇ ਸੀ, ਮੂੰਹ ਤੇ ਦਾੜੀ ਨਹੀਂ ਸੀ ਤੇ ਤਿਲਕ ਲਾਇਆ ਸੀ। ਓਕੇ, ਮੇਰੇ ਕਹਿਣ ਦਾ ਮਤਲਬ ਕਿ ਮੈਂ ਬੀਜੇਪੀ ਦਾ ਬੰਦਾ ਸੀ, ਦਿੱਲੀ, ਹਾਂਜੀ, ਬੀਜੇਪੀ ਦਾ ਬੰਦਾ ਸੀ। ਉਹਨਾਂ ਇੰਟਰਵਿਊ ਕੀਤੀ, ਕਹਿੰਦੇ ਜੀ, ਉਹ ਕਹਿੰਦਾ ਜੀ ਕਿ ਇਹ ਬਹੁਤ ਮਾੜਾ ਹੈ ਜੀ, ਸਿੱਧੂ ਨੂੰ ਜਿਹੜਾ ਆ ਸਿੱਧੂ ਦਾ ਬਾਈਕਾਟ ਕਰਨਾ ਚਾਹੀਦਾ, ਹੈ ਨਾ। ਮੇਰੇ ਕਹਿਣ ਦਾ ਮਤਲਬ ਵੀ ਉਹ ਬੀਜੇਪੀ ਦਾ, ਕਿਉਂਕਿ ਉਹ ਮੈਂ ਹੁਣ ਇਹ ਦੂਏ ਪਾਸੇ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਤੁਸੀਂ ਸਿੱਧੂ ਤੋਂ ਹੁਣ ਬਾਈਕਾਟ ਕਰਨੇ ਆ, ਜਦੋਂ ਸਿੱਧੂ ਨੇ ਕੋਈ ਗੱਲ ਕੀਤੀ ਸੀ ਉਦੋਂ ਉਹਦੀ ਕਿਸੇ ਨੇ ਨਾਂ ਵੀ ਨਹੀਂ ਸੀ ਲਿਆ, ਕੋਰੀਡੋਰ ਖੁੱਲ੍ਹਣ ਤੱਕ ਕਿਸੇ ਵੀ ਪਾਰਟੀ ਨੇ ਨਾਂ ਵੀ ਨਹੀਂ ਸੀ ਲਿਆ ਕਿ ਵੀ ਇਹ ਉਹਦਾ ਵੀ ਵਿੱਚ ਕੋਈ ਹੱਥ ਹੈਗਾ ਆ, ਵਿਚੋਲਗਿਰੀ ਉਹਨੇ ਵੀ ਕੀਤੀ ਆ। ਪਰ ਮੈਂ ਇਹ ਕਹਾਂਗਾ ਬਹੁਤ ਘਟਨਾ ਇਹ ਜਿਹੜੀ ਹੈ ਨਿੰਦਣਯੋਗ ਘਟਨਾ ਹੋਈ ਆ, ਪਰ ਲੇਕਿਨ ਜਿਹੜਾ ਹੁਣ ਉਹਨੂੰ ਇਹਨੂੰ ਵੀ ਅਰੈਸਟ ਕਰਨ ਲਈ ਉਸ ਵੇਲੇ ਕਿਸੇ ਨੇ, ਪੁਲਿਸ ਨੇ ਨਹੀਂ ਕੋਈ ਵੀ ਆਈ। ਜਦੋਂ ਇਹ ਕੰਮ ਹੈਪਨ ਹੋਇਆ 4 ਘੰਟੇ ਤੱਕ ਕਿਸੇ ਨੇ ਵੀ ਕੋਈ ਬਰਾੜ ਸਾਹਿਬ ਉਹ ਤੇ ਕੋਈ ਐਕਸ਼ਨ ਨਹੀਂ ਸੀ ਲਿਆ ਜੀ, ਮਤਲਬ, ਹਾਂਜੀ। ਜਦੋਂ ਫਿਰ ਇੱਧਰੋਂ ਹਾਈ ਕਮਿਸ਼ਨ ਵੱਲੋਂ, ਭਾਰਤ ਵੱਲੋਂ, ਭਾਰਤ ਸਰਕਾਰ ਵੱਲੋਂ ਉਹਨੂੰ ਮਤਲਬ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ, ਫਿਰ ਜਾ ਕੇ ਉਹਨੂੰ ਹੁਣ ਅਰੈਸਟ ਕੀਤਾ। ਫਿਰ ਹੋਇਆ ਕੀ ਕਿ ਜਿਹੜੇ ਇੰਨੇ ਡਿੰਗੇ ਮਾਰਦਾ ਸੀ, ਦੂਏ ਦਿਨ ਉਹਨੂੰ ਜਾ ਕੇ ਫਿਰ ਮਾਫੀ ਮੰਗ ਲਈ ਜੀ, ਹੈ ਨਾ। ਮਾਫੀ ਮੰਗ ਲਈ ਤੇ ਕਹਿੰਦਾ ਜੀ ਵੀ ਸਾਡੇ ਹੋ ਨਹੀਂ ਸਕਦਾ ਇਹ, ਉਹ ਮੇਰਾ ਤਾਂ ਸਿਰ ਕੁ ਝੁਕਦਾ ਜੀ, ਮੈਂ ਤਾਂ ਮਤਲਬ ਮੰਨਦਾ ਹਾਂ ਇਸ ਚੀਜ਼ ਨੂੰ। ਤੇ ਪਰ ਲੇਕਿਨ ਇਹ ਹੈ ਕਿ ਬਰਾੜ ਸਾਹਿਬ ਦੇ ਵਿਚਾਰ ਸੁਣਦੇ ਆ, ਗੱਲਾਂ ਆਪਾਂ ਕਰਾਂਗੇ ਨਾਲ ਨਾਲ ਕਿ ਕੀ ਹੋ ਰਿਹਾ ਤੇ ਕੀ ਹੋਵੇਗਾ, ਹਾਂਜੀ, ਆਉਣ ਵਾਲੇ ਸਮਝ ਕੀ ਹੋਵੇਗਾ। ਹਾਂਜੀ ਬਰਾੜ ਸਾਹਿਬ, ਤੁਸੀਂ, ਮੈਂ ਤਾਂ ਪਾਕਿਸਤਾਨ ਦੀ ਧਰਤੀ ਤੇ ਹਜੇ ਤੱਕ ਗਿਆ ਨਹੀਂ, ਤੁਸੀਂ ਪਾਕਿਸਤਾਨ ਦੀ ਧਰਤੀ ਤੇ ਜਿੰਨੀ ਵਾਰੀ ਵੀ ਗਏ ਆ, ਇੱਕ ਵਾਰੀ ਗਏ, ਜਿੰਨੀ ਗਏ ਆ, ਤੁਸੀਂ ਉੱਥੇ ਦੇਖ ਕੇ ਆਂਦਾ। ਮੈਂ ਜਿੰਨੇ ਲੋਕਾਂ ਕੋਲੋਂ ਸੁਣਦਾ, ਜਿੰਨੇ ਪਾਕਿਸਤਾਨ ਦੀ ਧਰਤੀ ਤੋਂ ਜਾ ਕੇ ਆਉਂਦੇ ਆ, ਚਾਹੇ ਜਥੇ ਦੇ ਰੂਪ 'ਚ ਜਾਣ, ਚਾਹੇ ਕੋਈ ਕੱਲਾ ਤੋਂ ਕੱਲਾ ਵੀ ਚੱਲ ਜਾਂਦਾ, ਪਰ ਕੱਲਾ ਤੋਂ ਕੱਲੇ ਤਾਂ ਘੱਟ ਜਾਂਦੇ, ਜਥੇ ਦੇ ਰੂਪ 'ਚ ਜਾਂਦੇ। ਹਰ ਕੋਈ ਇਹ ਗੱਲ ਕਹਿੰਦਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ, ਖਾਸ ਕਰ ਪਾਕਿਸਤਾਨ ਦੇ ਪੰਜਾਬ ਦੇ ਲੋਕ ਆ, ਉਹ ਆਪਾਂ ਨੂੰ ਤੇ ਬਹੁਤ ਕਰਦੇ, ਪਿਆਰ ਬਹੁਤ ਕਰਦੇ, ਸਤਿਕਾਰ ਬਹੁਤ ਕਰਦੇ, ਇੱਜ਼ਤ ਮਾਣ ਬਹੁਤ ਦਿੰਦੇ। ਲੇਕਿਨ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ, ਇਕੱਲੀ ਇਹੀ ਨਹੀਂ ਘਟਨਾ ਵਾਪਰੀ, ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਵਿੱਚ ਕਿੰਨੀਆਂ ਘਟਨਾਵਾਂ ਸਿੱਖਾਂ ਨਾਲ ਜਾਂ ਹਿੰਦੂਆਂ ਨਾਲ ਵਾਪਰ ਚੁੱਕੀਆਂ, ਹੈ ਨਾ। ਜਾਂ ਕਿਤੇ ਗੁਰਦੁਆਰਾ ਢਾਤਾ, ਜਾਂ ਕਿਤੇ ਮੰਦਿਰ ਢਾਤਾ, ਕਿੰਨਾ ਕੁਛ ਹੋ ਚੁੱਕਿਆ। ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਪਹਿਲਾਂ ਤਾਂ ਆਪਾਂ ਫਤਿਹ ਸਾਂਝੀ ਕਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਬਾਣੀ ਦਾ ਹੁਕਮ ਹੈ ਕਿ ਜਿੱਤ ਤਨ ਜੋਰ, ਜਿੱਤ ਤਨ ਜੋਰ ਦੇਖੇ ਸੋਈ ਵਾਲੀ ਗੱਲ ਹੈਗੀ ਆ, ਹਨਾ। ਜਿਹਦੇ ਕੋਲ ਜ਼ੋਰ ਹੁੰਦਾ ਨਾ। ਬਰਾੜ ਸਾਹਿਬ, ਮੈਂ ਸੌਰੀ ਤੁਹਾਨੂੰ ਟੋਕਣ ਲੱਗਾ ਕਿਉਂਕਿ ਆਪਾਂ ਆਪਣੇ ਨਾਲ ਪੰਜਾਬ ਤੋਂ ਕੋਲਰ ਜੁੜਿਆ। ਚਲੋ ਚਲੋ ਚਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਮੈਨੂੰ ਲੱਗਦਾ, ਚਲੋ ਬਰਾੜ ਸਾਹਿਬ ਤੁਸੀਂ ਗੱਲ ਕਰੀ ਜਾਓ। ਜੇ ਤਨ ਜ਼ੋਰ ਕਰ ਵੇਖੇ ਸੋਏ ਵਾਲੀ ਗੱਲ ਜਿਹਦੇ ਕੋਲੇ ਤਾਕਤ ਹੈ ਨਾ, ਉਹ ਆਪਣੀ ਤਾਕਤ ਤੇ ਮਾਈ ਕਰਦਾ ਹੈ। ਬਿਲਕੁਲ ਬਿਲਕੁਲ। ਆਪਾਂ ਜੇ ਪੁਰਾਣੇ ਇਤਿਹਾਸ ਨੂੰ ਫਰੋਲ ਕੇ ਦੇਖੀਏ, ਹਾਂਜੀ ਹਾਂਜੀ, ਜੋ ਔਰੰਗਜ਼ੇਬ ਦੇ ਇਤਿਹਾਸ ਲਾ ਲਾ ਜਾਂ ਆਪਣੇ ਜਰਮਨ ਦੇ ਇਤਿਹਾਸ ਨੂੰ ਦੇਖੀਏ, ਹਾਂਜੀ,
ਜਿਹੜੀਆਂ ਜੇ ਉਸ ਉੱਪਰਲੇ ਲੈਵਲ ਨੂੰ ਜਾਣੀ ਆਪਣੀਆਂ ਤਾਕਤਾਂ ਅਜਮਾਈ ਕਰਨ ਵਾਲੇ ਲੋਕਾਂ ਦੀ ਗੱਲ ਕਰੀਏ, ਜਿਹੜੇ ਚਾਹੁੰਦੇ ਸੀਗੇ ਸਾਰੀ ਦੁਨੀਆ ਦੇ ਵਿੱਚ ਅਸੀਂ ਇੱਕੋ ਧਰਮ ਬਣਾਉਣਾ, ਹਾਂਜੀ ਹਿਟਲਰ ਹੋਇਆ, ਔਰੰਗਜ਼ੇਬ ਹੋਇਆ, ਹਾਂਜੀ, ਇਹੋ ਜਿਹੀਆਂ ਗੱਲਾਂ ਅੱਜ ਵੀ ਚੱਲ ਰਹੀਆਂ ਹਨ ਮੁਲਕਾਂ ਦੇ ਵਿੱਚ, ਕਿਉਂਕਿ 23 ਇਸਲਾਮ ਧਰਮ ਦੇ 23 ਇਕੱਠੇ ਮੁਲਕ ਹੈਗੇ ਆ, ਹਾਂਜੀ ਹਾਂਜੀ, ਜਿੱਥੇ ਇਸਲਾਮ ਦਾ ਬੋਲਬਾਲਾ ਹੈ, ਤੇ ਇਸੇ ਤਰ੍ਹਾਂ ਹੀ ਜੇ ਆਪਾਂ ਇੰਡੀਆ ਦੀ ਗੱਲ ਵੀ ਕਰੀਏ ਤੇ ਅੱਜ ਕੱਲ ਉੱਥੇ ਵੀ ਹਿੰਦੂਤਵ ਦਾ ਬੋਲਬਾਲਾ ਹੋ ਰਿਹਾ, ਹਾਂਜੀ। ਜਿਹੜੀਆਂ ਇਹ ਗੱਲਾਂ ਹੁੰਦੀਆਂ ਇਹ ਪਾਵਰ ਦੀਆਂ ਗੱਲਾਂ ਹੈਗੀਆਂ, ਪਰ ਜਿਹੜੀਆਂ ਆ ਥੱਲੇ ਵਾਲੀ ਗੱਲ ਹੋਈ ਹੈ, ਹਾਂਜੀ, ਇਹ ਲੋਕਾਂ ਦੇ ਵਿੱਚ ਰੌਲਾ ਪਾਉਣ ਵਾਲੀ ਗੱਲ ਹੋਈ ਹੈ, ਬਿਲਕੁਲ। ਇਹ ਜਿਹੜਾ ਲੋਕਾਂ ਦਾ ਰੌਲਾ ਹੁੰਦਾ ਨਾ ਕਿ ਜਿਹੜੀ ਜਿੱਦਾਂ ਬਾੜਾ ਸਾਹਿਬ ਨੇ ਦੱਸਿਆ ਵੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਹੈ ਪਾਵਰ ਦੇ ਵਿੱਚ ਜਿਹੜੀ ਪਾਰਟੀ ਹੁੰਦੀ ਉਹਨੂੰ ਹਰਾਉਣ ਲਈ ਜਾਂ ਉਹਨੂੰ ਬਦਨਾਮ ਕਰਨ ਲਈ ਉਹ ਜਿਹੇ ਹੀਲੇ ਵਸੀਲੇ ਕਰਦੀਆਂ, ਹਾਂਜੀ। ਤੇ ਇਹ ਵੀ ਉਹਨਾਂ ਦਾ ਇਹ ਇੱਕ ਕੜੀ ਦਾ ਇਹ ਹਿੱਸਾ ਹੈ, ਕਰਕੇ ਉਦਾਂ ਕੋਈ ਬੰਦਾ ਆਣ ਕੇ ਇਦਾਂ ਪ੍ਰੋਟੈਸਟ ਨਹੀਂ ਕਰ ਸਕਦਾ, ਨਹੀਂ ਕਰਦਾ, ਕੱਲਾ ਦਾ ਕੱਲਾ ਨਹੀਂ। ਆਪਾਂ ਮਿਲਾ ਦਾ ਦੁਆਰੇ ਜੁੜਿਆ ਕੋਲਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਾਮਰਾਜ ਸਾਹਿਬ, ਹਾਂਜੀ ਗਿੱਲ ਸਾਹਿਬ, ਜੋ ਨਨਕਾਣਾ ਸਾਹਿਬ 'ਚ ਘਟਨਾ ਵਾਪਰੀ ਆ ਆਪਣੀ ਬੱਚੀ ਨਾਲ, ਚਲੋ ਘਟਨਾ ਤਾਂ ਵਾਪਰੀ ਹੋਈ ਆ ਪਹਿਲਾਂ ਦੀ, ਕਿਹੜੀ ਮਹੀਨੇ ਅਗਸਤ ਦੀ ਵਾਪਰੀ ਸੀ, ਲੇਕਿਨ ਹੁਣ ਜੋ ਉਹਨੇ ਪ੍ਰੋਟੈਸਟ ਕੀਤਾ, ਪੱਥਰਬਾਜ਼ੀ ਕੀਤੀ, ਉਹਦੇ ਬਾਰੇ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਕੀ ਹਲਚਲ ਹੋ ਰਹੀ? ਬਿਲਕੁਲ ਜੀ, ਪੰਜਾਬ ਦੇ ਵਿੱਚ ਜਿਹੜੇ ਸੰਗਤ ਹੈਗੀ ਆ ਉਹਨਾਂ ਦੇ ਮਨ ਦੇ ਵਿੱਚ ਬੜਾ ਰੋਸ ਚੜਾ ਕੇ ਕਿਸੇ ਵੀ ਮਸਲੇ ਨੂੰ ਧਾਰਮਿਕ ਸੰਗਤ ਆ ਉਹ ਨਹੀਂ ਦੇਣੀ, ਕੋਈ ਮਸਲਾ ਹੈਗਾ ਆ ਤਾਂ ਉਸ ਨੂੰ ਆਰਾਮ ਦੇ ਨਾਲ ਗੱਲਬਾਤ ਦੇ ਨਾਲ ਸੁਲਝਾਉਣਾ ਚਾਹੀਦਾ ਆ। ਇਹ ਨਹੀਂ ਕਿ ਤੁਸੀਂ ਲੋਕ ਇਕੱਠੇ ਕਰਕੇ ਲੈ ਆਓ ਤੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਪੱਥਰਬਾਜ਼ੀ ਕਰੋ ਜਾਂ ਉਸ ਸਥਾਨ ਦੇ ਬਾਰੇ ਦੇ ਵਿੱਚ ਗਲਤ ਗੱਲਾਂ ਜਿਹੜੀਆਂ ਆ ਉਹ ਕਰੋ। ਸੋ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਜਿੱਥੇ ਸੰਗਤਾਂ ਦੇ ਵਿੱਚ ਆ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ 4 ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਗਈ ਹੈ, ਜਿਹੜੀ 9 ਤਰੀਕ ਨੂੰ ਨਨਕਾਣਾ ਸਾਹਿਬ ਜਾ ਕੇ ਇਸ ਸਾਰੀ ਘਟਨਾ ਦਾ ਜਿਹੜਾ ਜਾਇਜ਼ਾ ਆ ਉਹ ਲਏਗੀ ਕਿ ਕਿਉਂ ਵਾਪਰੀ, ਕਿੱਦਾਂ ਵਾਪਰੀ, ਕੌਣ ਲੋਕ ਸੀ, ਇਹਨਾਂ ਦੇ ਪਿੱਛੇ ਕੌਣ ਆ ਤੇ ਕਿਉਂ ਅਜਿਹਾ ਹੋਇਆ ਆ। ਸੋ ਇਹ ਮੈਂ ਸਮਝਦਾ ਆ ਕਿ ਬਹੁਤ ਹੀ ਮਾੜੀ ਗੱਲ ਆ ਇਸ ਤਰ੍ਹਾਂ ਚਾਹੇ ਕੀਤਾ ਗਿਆ, ਪਰ ਇੱਥੇ ਇੱਕ ਜੇਕਰ ਕੋਈ ਮੁਸਲਿਮ ਵਿਅਕਤੀ ਅਜਿਹਾ ਕਰਦਾ ਆ ਤਾਂ ਉਸ ਵਾਸਤੇ ਸਾਰਿਆਂ ਨੂੰ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ ਕਿ ਸਾਰੇ ਇਸ ਤਰੀਕੇ ਦੇ ਇਸ ਤਰ੍ਹਾਂ ਦੇ ਆ। ਬਹੁਤ ਸਾਰੇ ਅਜਿਹੇ ਵੀ ਆ ਜਿਨ੍ਹਾਂ ਨੇ ਮਾਫੀਆਂ ਮੰਗੀਆਂ ਕਿ ਇੱਕ ਵਿਅਕਤੀ ਜਿਹੜਾ ਆ ਉਸਨੇ ਆਪਣੀ ਕੋਈ ਨਿੱਜੀ ਗੱਲ ਜਿਹੜੀ ਆ ਉਸਨੂੰ ਲੈ ਕੇ ਅਜਿਹਾ ਮਸਲਾ ਜਿਹੜਾ ਆ ਉਹ ਗੁਰੂ ਘਰ ਦੇ ਖਿਲਾਫ ਗੱਲਾਂ ਕੀਤੀਆਂ ਜਾਂ ਜਗ੍ਹਾ ਦੇ ਖਿਲਾਫ ਗੱਲਾਂ ਕੀਤੀਆਂ ਨੇ ਜੀ। ਗਿੱਲ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕੀ ਉਹਨਾਂ ਨੇ ਕੋਈ ਆਪਣੇ ਵੱਲੋਂ ਇਹ ਗੱਲ ਆਖੀ ਕਿ ਜੇ ਕੋਰਟ ਕੇਸ ਕਰਨਾ ਪਿਆ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਜਾਂ ਨਹੀਂ ਆਖੀ ਕੁਛ? ਬਿਲਕੁਲ, ਕੱਲ੍ਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ, ਉਹ ਬਕਾਇਦਾ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਕੇ ਉੱਥੇ ਦੇ ਸਿੱਖਾਂ ਦੀ ਤੇ ਘੱਟ ਗਿਣਤੀਆਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਈ ਜਾਵੇ, ਉਹਨਾਂ ਦੇ ਨਾਲ ਰਾਬਤਾ ਜਿਹੜਾ ਉਹ ਕਾਇਮ ਕੀਤਾ ਜਾਵੇ, ਕਿਉਂਕਿ ਇਮਰਾਨ ਖਾਨ ਨੇ ਵੀ ਜਿਸ ਤਰੀਕੇ ਦਾ ਬਿਆਨ ਦਿੱਤਾ ਸੀਗਾ ਉਹ ਵੀ ਥੋੜਾ ਜਿਹਾ ਗੋਲਮੋਲ ਜੀ ਗੱਲ ਉਹਨਾਂ ਨੇ ਕੀਤੀ ਸੀਗੀ, ਜਿਸ ਤੋਂ ਬਹੁਤੀ ਸੰਤੁਸ਼ਟੀ ਜਿਹੜੀ ਆ ਉਹ ਨਹੀਂ ਹੋਈ। ਉਸ ਦੇ ਵਿੱਚ ਵੀ ਭਾਰਤ ਦੇ ਉੱਤੇ ਨਿਸ਼ਾਨਾ ਜਿਹੜਾ ਆ ਉਹ ਥੋੜਾ ਜਿਹਾ ਸਾਧਿਆ ਸੀਗਾ, ਪਰ ਅਜਿਹੇ ਮਸਲੇ ਦੇ ਉੱਤੇ ਮੈਂ ਸਮਝਦਾ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਾਨੂੰ ਇਹ ਵੀ ਦੇਖਣਾ ਚਾਹੀਦਾ ਆ ਕਿ ਉੱਥੇ ਜਿਹੜੇ ਸਾਡੇ ਸਿੱਖ ਭਰਾ ਰਹਿੰਦੇ ਆ, ਸਾਡੀਆਂ ਕੁਝ ਗੱਲਾਂ ਜਾਂ ਇਸ ਤਰ੍ਹਾਂ ਦੀਆਂ ਕੁਝ ਹਰਕਤਾਂ ਜਿਹੜੀਆਂ ਆ ਕਿਤੇ ਉਹਨਾਂ ਨੂੰ ਨੁਕਸਾਨ ਨਾ ਆਪਣੇ, ਕਿਉਂਕਿ ਉੱਥੇ ਸਿੱਖਿਆ ਬਹੁਤ ਘੱਟ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਰਹਿੰਦੇ ਆ। ਸੋ ਪਿਆਰ ਮੁਹੱਬਤ ਦੇ ਨਾਲ ਇਸ ਮਸਲੇ ਦਾ ਹੱਲ ਜਿਹੜਾ ਆ ਉਹ ਕਿਉਂਕਿ ਇੰਟਰਨੈਸ਼ਨਲ ਇਸ਼ੂ ਆ, ਇਸ ਕਰਕੇ ਪਿਆਰ ਮੁਹੱਬਤ ਨਾਲ ਇਸ ਦਾ ਹੱਲ ਜਿਹੜਾ ਹੋਣਾ ਚਾਹੀਦਾ। ਗਿੱਲ ਸਾਹਿਬ, ਜੇ ਗੱਲ ਕਰੀਏ ਪੰਜਾਬ ਦੀ ਧਰਤੀ ਤੇ, ਕਿਉਂਕਿ ਪੰਜਾਬ ਵਿੱਚ ਸਿੱਖਾਂ ਦੀ ਜੜ ਆ, ਸਿੱਖੀ ਦੀ ਜੜ ਆ ਪੰਜਾਬ, ਕੀ ਉੱਥੇ ਇਸ ਮਸਲੇ ਦੇ ਵਿਰੋਧ ਵਿੱਚ ਕਿਤੇ ਕਿਸੇ ਯੂਨੀਵਰਸਿਟੀ ਨੇ, ਕਿਸੇ ਕਾਲਜ ਨੇ ਜਾਂ ਕਿਸੇ ਹੋਰ ਸੰਸਥਾਵਾਂ ਨੇ ਪ੍ਰੋਟੈਸਟ ਕੀਤੇ ਕਿ ਨਹੀਂ ਕੀਤੇ? ਬਿਲਕੁਲ ਜੀ, ਬਿਲਕੁਲ। ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ, ਸਮਾਜਿਕ ਜਥੇਬੰਦੀਆਂ ਨੇ, ਉਹਨਾਂ ਨੇ ਉਸ ਵਿਅਕਤੀ ਦੇ ਪੁਤਲੇ ਜਿਹੜੇ ਆ ਉਹ ਵੀ ਸਾੜੇ ਆ। ਇਮਰਾਨ ਖਾਨ ਦੇ ਖਿਲਾਫ ਵੀ ਨਾਅਰੇਬਾਜ਼ੀ ਜਿਹੜੀ ਆ ਉਹ ਕੀਤੀ ਆ।
ਪਰ ਮੈਂ ਸਮਝਦਾ ਇਹ ਕੋਈ ਹੱਲ ਨਹੀਂ ਹੈਗਾ ਵੀ ਪ੍ਰਦਰਸ਼ਨ ਕਰਕੇ ਤੁਸੀਂ ਜਿਹੜਾ ਆ ਉਹ ਦਿਖਾਵਾ ਤਾਂ ਕਰ ਸਕਦੇ ਹੋ, ਪਰ ਉਸ ਦੇ ਹੱਲ ਵਾਸਤੇ ਸਾਨੂੰ ਜ਼ਮੀਨੀ ਪੱਧਰ ਦੇ ਉੱਤੇ ਕੰਮ ਜਿਹੜਾ ਉਹ ਕਰਨਾ ਪਵੇਗਾ ਕਿ ਜਿਹਦਾ ਕੋਈ ਉੱਧਰ ਦੇ ਰਹਿੰਦੇ ਸਿੱਖਾਂ ਨੂੰ ਜਿਹੜਾ ਉਹ ਫਾਇਦਾ ਮਿਲ ਸਕੇ। ਪ੍ਰਦਰਸ਼ਨ ਜਿਹੜੇ ਆ ਉਹ ਆਪਣੀ ਜਗ੍ਹਾ ਨੇ, ਪਰ ਇਹ ਹਾਈ ਲੈਵਲ ਦਾ ਮਸਲਾ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇੰਟਰਨੈਸ਼ਨਲ ਇਸ਼ੂ ਆ, ਇਹ ਸਰਕਾਰ ਦੀ, ਸੈਂਟਰ ਸਰਕਾਰ ਦੀ ਇਨਵੋਲਵਮੈਂਟ ਜਿਹੜੀ ਆ ਉਹ ਇਸ ਦੇ ਵਿੱਚ ਬਹੁਤ ਜ਼ਰੂਰੀ ਆ। ਤੇ ਜਿਹੜੇ ਗਿੱਲ ਸਾਹਿਬ, ਜਿਹੜਾ ਮੈਂ ਤੁਹਾਨੂੰ ਪੁੱਛਿਆ ਸੀ ਵੀ ਕੀ ਸਟੂਡੈਂਟਾਂ ਨੇ, ਕਾਲਜਾਂ ਦੇ ਵਿਦਿਆਰਥੀਆਂ ਨੇ ਕੋਈ ਪ੍ਰੋਟੈਸਟ ਕੀਤਾ ਕਿ ਨਹੀਂ ਕੀਤਾ? ਵਿਦਿਆਰਥੀਆਂ ਨੇ ਵੀ ਆਪਣੇ ਕੁਝ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਜ਼ਰੂਰ ਪ੍ਰੋਟੈਸਟ ਕੀਤੇ ਆ, ਪਰ ਉਹਨੇ ਵੱਡੇ ਪੱਧਰ ਤੇ ਨਹੀਂ। ਜ਼ਿਆਦਾਤਰ ਧਾਰਮਿਕ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਦੇ ਹੀ ਪ੍ਰੋਟੈਸਟ ਜਿਹੜੇ ਆ ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਦੇ ਵਿੱਚ ਜਿਹੜੇ ਆ ਉਹ ਸਾਹਮਣੇ ਆਏ ਆ। ਸੋ ਇਸ ਤਰੀਕੇ ਦੇ ਨਾਲ ਜਿਹੜੇ ਪ੍ਰੋਟੈਸਟ ਆ ਉਹ ਹੋਏ ਆ। ਕੋਈ ਵਿਦਿਆਰਥੀਆਂ ਦੇ ਬਹੁਤੇ ਵੱਡੇ ਪ੍ਰੋਟੈਸਟ ਨਹੀਂ ਹੋਏ, ਕਿਉਂਕਿ ਵਿਦਿਆਰਥੀ ਜਿਹੜੇ ਆ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪਤਾ ਆ ਕਿ ਕੀ ਕੁਝ ਹੋ ਰਿਹਾ ਆ, ਕੀ ਕੁਝ ਚੱਲ ਰਿਹਾ ਆ ਸਾਰਾ। ਸੋ ਇਸ ਮਸਲੇ ਨੂੰ ਜਿਹੜਾ ਆ ਉਹ ਸਰਕਾਰੀ ਪੱਧਰ ਦੇ ਉੱਤੇ ਇੱਕ ਇਨਵੋਲਵਮੈਂਟ ਦੇ ਨਾਲ ਹੀ ਹੱਲ ਜਿਹੜਾ ਉਹ ਕੀਤਾ ਜਾ ਸਕਦਾ, ਤਾਂ ਜੋ ਜਿਹੜੇ ਗੁਰਦੁਆਰਿਆਂ ਦੇ ਜਾਂ ਇੱਕ ਸਿੱਖ ਜਿਹੜਾ ਵਿਅਕਤੀ ਸੀਗਾ ਉਸਦੀ ਮੌਤ ਦਾ ਮਾਮਲਾ ਜਿਹੜੀਆਂ ਆ ਉਹ ਬਹੁਤ ਜਿਹੜੀਆਂ ਵਾ ਉਹ ਮਾਇਨੇ ਰੱਖਦੀਆਂ ਕਿ ਕਿਹੜੇ ਤਰੀਕੇ ਨਾਲ, ਕਿਹੜੇ ਧਿਆਨ ਨਾਲ ਗੱਲ ਕੀਤੀ ਜਾਵੇ, ਤਾਂ ਕਿ ਉੱਥੇ ਰਹਿੰਦੇ ਜਿਹੜੇ ਸਾਡੇ ਸਿੱਖ ਭਰਾ ਆ ਉਹਨਾਂ ਦੇ ਭਲੇ ਦੀ ਗੱਲ ਜਿਹੜੀ ਆ ਉਹ। ਹਾਂਜੀ ਗਿੱਲ ਸਾਹਿਬ, ਇੱਕ ਸਵਾਲ, ਕਿਉਂਕਿ ਆਪਣਾ ਕਾਰਤਿਕ ਸਾਹਿਬ ਵੀ ਪੁੱਛਣਾ ਚਾਹੁੰਦਾ ਕਿ ਜੇ JNU ਜਿਹੜੀ ਉਹ ਯੂਨੀਵਰਸਿਟੀ ਹੈ ਦਿੱਲੀ ਵਾਲ, ਕਿਤੇ ਉੱਥੇ ਪ੍ਰੋਟੈਸਟ ਹੋ ਸਕਦਾ ਸਟੂਡੈਂਟਾਂ ਵੱਲੋਂ ਟਾਈਮ ਕੱਢ ਕੇ, ਤੇ ਆਪਣੀ ਕੌਮ ਦੇ ਕਿਸੇ ਬੱਚੇ ਜਾਂ ਬੱਚੀ ਲਈ ਕਿਉਂ ਨਹੀਂ ਕੁਝ ਕਰ ਸਕਦੇ? ਬਿਲਕੁਲ, ਮੈਂ ਰਾਮੇਵਾਲ ਸਾਹਿਬ ਇਹ ਗੱਲ ਨਹੀਂ ਕੀਤੀ ਕਿ ਪ੍ਰੋਟੈਸਟ ਹੋਇਆ ਨਹੀਂਗਾ। ਮੈਂ ਕਿਹਾ ਪ੍ਰੋਟੈਸਟ ਪੰਜਾਬ ਦੇ ਵਿੱਚ ਹੋਏ ਆ, ਪਰ ਉਹਨੇ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਉਹ ਪ੍ਰੋਟੈਸਟ ਨਹੀਂ ਹੋਏ। ਸ਼ਾਇਦ ਕਿਤੇ ਨਾ ਕਿਤੇ ਮੈਂ ਸਮਝਦਾ ਆ ਕਿ ਜਿਹੜੇ ਪ੍ਰੋਟੈਸਟ ਆ ਉਹ ਕੀਤੇ ਜਾ ਸਕਦੇ ਆ, ਪੁਤਲੇ ਫੂਕੇ ਜਾ ਸਕਦੇ ਆ, ਪਰ ਹੱਲ ਜਿਹੜਾ ਇਸ ਗੱਲ ਦਾ ਹੱਲ ਜਿਹੜਾ ਉਹ ਹੱਲ ਪ੍ਰੋਟੈਸਟ ਨਹੀਂ ਗਾ। ਉਹਦੇ ਤੁਸੀਂ ਆਪਣਾ ਰੋਸ ਦਿਖਾ ਸਕਦੇ ਹੋ, ਪਰ ਉਹਦੇ ਵਿੱਚ ਜਿਹੜੀ ਪਾਕਿਸਤਾਨ ਦੇ ਵਿੱਚ ਕੋਈ ਵੀ ਗੱਲ ਹੁੰਦੀ ਆ ਉਸ ਦਾ ਉਹਦੇ ਨਾਲ ਕੋਈ ਮਤਲਬ ਜਿਹੜਾ ਆ ਉਹ ਨਹੀਂ ਬਣਦਾ, ਜਾਂ ਉਹਦੇ ਉੱਤੇ ਉਹਦਾ ਕੋਈ ਬਹੁਤਾ ਅਸਰ ਜਿਹੜਾ ਆ ਉਹ ਨਹੀਂ ਪੈਣਾ। ਇਹ ਗੱਲ ਜਿਹੜੀ ਆ ਮੈਂ ਕਰ ਰਿਹਾ। ਹੈਲੋ, ਕੀ ਕਹਿਣਾ ਚਾਹੁੰਦੇ ਤੁਸੀਂ? ਹੈਲੋ, ਦੁਬਾਰਾ ਗੱਲ ਕਰੇ? ਹਾਂਜੀ ਹਾਂਜੀ, ਮੈਨੂੰ ਲੱਗਦਾ ਕੱਟ ਹੋ ਗਿਆ ਗਿੱਲ ਸਾਹਿਬ, ਕਿਉਂਕਿ ਜੋ ਸਿੱਖ ਚੈਨਲ ਦੇ ਲਈ ਪੰਜਾਬ ਦੀ ਧਰਤੀ ਤੇ ਹਰ ਸਮੇਂ ਕਵਰੇਜ ਕਰਦਾ, ਜਿੱਥੇ ਵੀ ਕਿਤੇ ਕੋਈ ਹੋਵੇ ਗੱਲਬਾਤ। ਸੋ ਮੈਂ ਰਿਣੀ ਇਹਨਾਂ ਦਾ ਇਹਨੇ ਸਮਾਂ ਕੱਢ ਕੇ ਟਾਈਮ ਫੋਨ ਕੀਤਾ। ਜਿਸ ਤਰ੍ਹਾਂ ਬਰਾੜ ਸਾਹਿਬ, ਤੁਸੀਂ ਮੈਨੂੰ ਲੱਗਦਾ ਤੁਹਾਡੇ ਦਿਮਾਗ 'ਚ ਗੱਲ ਹੈ, ਜਿਸ ਤਰ੍ਹਾਂ ਹੁਣ ਇਹਨਾਂ ਨੇ ਵੀ ਦੱਸਿਆ, ਜੇ ਆਪਾਂ ਗੱਲ ਕੀਤੀ ਜਾਵੇ, ਜਿੱਦਾਂ ਬੱਲਾ ਬਾੜਾ ਸਾਹਿਬ ਨੇ ਵੀ ਗੱਲ ਕੀਤੀ ਆ, ਜੇ ਆਪਾਂ ਦੇਖੀਏ ਜਿਹੜਾ ਪ੍ਰੋਟੈਸਟ ਕਰਨ ਗਏ ਉਹ ਮੁਸਲਮਾਨ ਜਿਹੜਾ ਬੰਦਾ, ਜੇ ਪਹਿਲਾਂ ਤਾਂ ਉਹਨਾਂ ਨੇ ਉਹ ਬੱਚੀ ਨੂੰ ਕਿਡਨੈਪ ਕੀਤਾ, ਉਹਦਾ ਧਰਮ ਚੇਂਜ ਕੀਤਾ ਜਾਂ ਧਰਮ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਭਰਾ ਨੇ, ਜਾਂ ਕਰ ਲਿਆ ਜੋ ਵੀ ਸੀਗਾ, ਲੇਕਿਨ ਇੰਨੇ ਚਿਰਾਂ ਬਾਅਦ ਉਹ ਛੋਟੇ ਛੋਟੇ ਬੱਚਿਆਂ ਨੂੰ ਵੀ ਲੈ ਕੇ ਆਇਆ, ਇਹਦੇ ਪਿੱਛੇ ਕੋਈ ਨਾ ਕੋਈ ਤਾਂ ਸਰਕਾਰੀ ਸ਼ੈ ਹੋਊਗੀ ਨਾ। ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਮੈਂਸ਼ਨ ਕਰ ਚੁੱਕਾ ਹੈ, ਸਰਕਾਰੀ ਸ਼ੈ ਨਾ ਹੋਵੇ, ਆਪੋਜੀਸ਼ਨ ਦੀ ਸ਼ੈ ਜ਼ਰੂਰ ਹੈ। ਬਿਲਕੁਲ, ਹਾਂਜੀ, ਆਪੋਜੀਸ਼ਨ ਦੀ ਸ਼ੈ ਇਹਦੇ ਪਿੱਛੇ ਸੀਗੀ। ਦੂਸਰੀ ਗੱਲ ਹੈਗੀ, ਜਿਹੜਾ ਆਪਾਂ ਬਿਆਨਬਾਜ਼ੀ ਆਪਾਂ ਗਿੱਲ ਸਾਹਿਬ ਦੇ ਉੱਤੇ ਸੁਣੀ ਆ, ਉਹਦਾ ਨਿਚੋੜ ਇਹ ਨਿਕਲਦਾ ਹੈ ਕਿ ਅਸੀਂ ਲੋਕ ਜਦੋਂ ਕੋਈ ਸਾਡੇ ਉੱਤੇ ਵਕਤ ਪੈਂਦਾ ਹੈ ਤੇ ਉਸ ਮੁੱਦੇ ਨੂੰ ਅਸੀਂ ਇੱਕਦਮ ਉਛਾਲਦੇ ਹਾਂ। ਬਿਲਕੁਲ, ਲੇਕਿਨ ਉਸ ਨੂੰ ਉਛਾਲ ਕੇ ਤੇ ਉਸ ਤੋਂ ਥੋੜੇ ਚਿਰ ਬਾਅਦ ਹੀ ਉਹਦੇ ਤੇ ਮਿੱਟੀ ਪਾ ਦਿੰਦੇ ਹਾਂ। ਹਫ਼ਤੇ 2 ਹਫ਼ਤੇ ਬਾਅਦ ਹੀ। ਹਾਂ, ਇਹ ਜਿਹੜਾ ਇਸ਼ੂ ਆ ਇਹ ਕੋਈ ਮਾੜਾ ਮੋਟਾ ਇਸ਼ੂ ਨਹੀਂਗਾ। ਹਾਂਜੀ ਹਾਂਜੀ, ਇਹ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਅਟੈਕ ਹੋਣ ਦਾ, ਜਿਸ ਤਰ੍ਹਾਂ ਗੋਲਡਨ ਟੈਂਪਲ ਦੇ ਉੱਤੇ, ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ, ਇਸ ਤਰ੍ਹਾਂ ਆਪਣੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਉੱਤੇ ਅਟੈਕ ਹੋਣ ਦੀ ਸੰਭਾਵਨਾ ਦਾ ਇੱਕ ਮੁੱਦਾ ਹੈ। ਬਿਲਕੁਲ ਬਿਲਕੁਲ, ਤੇ ਇਸ ਮੁੱਦੇ ਨੂੰ ਵੀ ਉਸੇ ਤਰ੍ਹਾਂ ਲੈਣਾ ਚਾਹੀਦਾ ਜਿਸ ਤਰ੍ਹਾਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ। ਬਿਲਕੁਲ, ਰਾਈਟ। ਔਰ ਉਸ ਬੰਦੇ ਦੇ ਜਿਹੜੇ ਬਿਆਨਬਾਜ਼ੀ ਆ ਉਹ ਸਾਰਿਆਂ ਲੋਕਾਂ ਨੇ ਵੀਡੀਓ ਰਾਹੀਂ ਸੁਣੀ ਹੈ। ਯਾਨੀ ਉਸ ਦੀ ਬਿਆਨਬਾਜ਼ੀ ਬੜੀ ਗੰਦੀ ਸੀ। ਬਿਲਕੁਲ, ਰਾਈਟ, ਉਹਦੇ ਬੋਲ ਬੜੇ ਗੰਦੇ ਸੀ। ਉਸ ਬੰਦੇ ਨੂੰ ਘੱਟੋ ਘੱਟ ਪਾਕਿਸਤਾਨ ਸਰਕਾਰ ਨੂੰ ਕਨਵਿੰਸ ਕਰਨਾ ਚਾਹੀਦਾ ਕਿ ਇਸ ਨੂੰ ਘੱਟੋ ਘੱਟ 5, 10 ਸਾਲ ਦੀ ਸਜ਼ਾ ਹੋਣੀ। ਮੈਂ ਤਾਂ ਕਹਿੰਦਾ ਕਿ ਉਮਰ ਕੈਦ ਵੀ ਹੋਣੀ ਚਾਹੀਦੀ। ਤੁਸੀਂ ਕਹਿੰਦੇ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਆ। ਇੰਨੇ ਚਿਰਾਂ ਬਾਅਦ ਉਹਨੂੰ ਪੁਲਿਸ ਨੇ ਫੜਿਆ ਨਹੀਂ, ਜਦੋਂ ਇੰਟਰਨੈਸ਼ਨਲ ਦਬਾਅ ਪਿਆ, ਕੱਲ ਜਾ ਕੇ ਉਹਨੂੰ ਅਰੈਸਟ ਕੀਤਾ। ਉਹੀ ਤਾਂ ਮੈਂ ਗੱਲ ਕਰਦਾ ਹੈ ਨੀ,
ਇਹਦੇ ਪਿੱਛੇ ਸਾਨੂੰ ਜਿਹੜੀ ਕੱਲੀ ਸ਼੍ਰੋਮਣੀ ਕਮੇਟੀ ਦੀ ਗੱਲ ਨਹੀਂ, ਹਾਂਜੀ, ਜੇ ਇੰਡੀਅਨ ਗਵਰਨਮੈਂਟ ਸਮਝਦੀ ਆ ਕਿ ਸਿੱਖ ਵੀ ਸਾਡੇ ਪਾਰਟ ਐਂਡ ਪਾਰਸ਼ਲ ਹੈਗੇ ਆ, ਸਾਡਾ ਅੰਗ ਹੈਗਾ, ਤਾਂ ਸਾਰੇ ਹਿੰਦੁਸਤਾਨ ਦੀ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਇਸ ਕੇਸ ਨੂੰ ਉੱਥੇ ਨਾ ਦਬਾਉਣ, ਇਹਨੂੰ UN ਦੇ ਵਿੱਚ ਲੈ ਕੇ ਜਾਣ। ਉੱਥੇ ਕੇਸ ਗਿੱਲ ਸਾਹਿਬ ਨੇ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਕੱਲ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ, ਹਨਾ, ਉਹਨਾਂ ਦੀ ਕੀ ਵਾਰਤਾਲਾਪ ਹੋਈ ਤੇ ਫਿਰ ਉਹੋ ਹੀ ਦੱਸਣਗੇ ਨਾ ਬਾਅਦ ਜੇ। ਨਹੀਂ, ਇਹ ਜਿਹੜੀਆਂ ਵਾਰਤਾਲਾਪਾਂ ਦੀਆਂ ਨਹੀਂ ਆਪਾਂ ਗੱਲਾਂ ਕਰਦੇ, ਆਪਾਂ ਨੂੰ ਐਕਸ਼ਨ ਚਾਹੀਦੇ, ਅਸੀਂ ਤਾਂ ਐਕਸ਼ਨ ਚਾਹੁੰਦੇ, ਐਕਸ਼ਨ ਚਾਹੀਦੇ, ਸਾਨੂੰ ਤਾਂ ਐਕਸ਼ਨ ਚਾਹੀਦਾ, ਕਿਉਂਕਿ ਇਹ ਜਿਹੜੀਆਂ ਮੀਟਿੰਗਾਂ ਹੈ, ਜਿਹੜੇ ਪੋਲੀਟੀਕਲ ਲੀਡਰ ਆ ਕਿਸੇ ਮੁਲਕ ਦੇ ਵੀ ਹੋਣ, ਬਿਲਕੁਲ ਉਹ ਗੱਲਾਂ ਬਾਤਾਂ ਵਿੱਚ ਲੋਕਾਂ ਦੀਆਂ ਅੱਖਾਂ ਦੇ ਵਿੱਚ ਦੁਆ ਛਿੜਕਦੇ ਨਹੀਂ, ਪਰ ਜਿਹੜੇ ਇਸ ਤਰ੍ਹਾਂ ਦੇ ਮਸਲੇ ਹੋਣੇ ਚਾਹੀਦੇ, ਜਿਹੜੇ ਇਸ ਤਰ੍ਹਾਂ ਦਾ ਪਹਿਲੀ ਗੱਲ ਤਾਂ ਕਿਸੇ ਨਾਲ ਹੈਪਨ ਹੋਵੇ ਨਾ ਬਰਾੜ ਸਾਹਿਬ, ਇਦਾਂ ਦੀ ਘਟਨਾ ਕਿਸੇ ਵੀ ਧਰਮ ਦੇ ਵਿੱਚ ਨਾ ਹੋਵੇ, ਜ਼ਰੂਰੀ ਨਹੀਂ, ਕਿਉਂਕਿ ਪਾਕਿਸਤਾਨ ਦੇ ਜੇ ਮੁਸਲਮਾਨ ਪਾਕਿਸਤਾਨ ਜ਼ਿਆਦੀ ਗਿਣਤੀ 'ਚ ਆ ਤੇ ਬਾਕੀ ਹੋਰਾਂ ਮੁਲਕਾਂ 'ਚ ਹੋਰ ਕੌਮਾਂ ਵੀ ਜ਼ਿਆਦੀ ਗਿਣਤੀ 'ਚ ਹੈ ਨਾ, ਪਰ ਕਿਸੇ ਵੀ ਧਰਮ ਦੇ ਵਿੱਚ ਇਹੋ ਜਿਹੀ ਘਟਨਾ ਨਾ ਵਾਪਰੇ, ਪਰ ਜਦੋਂ ਵਾਪਰ ਜਾਂਦੀ ਜਿੱਦਾਂ ਹੁਣ ਵਾਪਰੀ ਆ ਤੇ ਇਹਨੂੰ ਸਿਆਸੀ ਰੰਗਤ ਦਿੱਤੀ ਜਾਵੇ। ਸਹੀ ਗੱਲ ਹੈ ਨਾ, ਸਿਆਸਤ ਤੋਂ ਉੱਪਰ ਉੱਠ ਕੇ ਹਰ ਕੋਈ, ਚਾਹੇ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਕੋਈ ਪਾਰਟੀ ਹੋਵੇ, ਕੋਈ ਜਥੇਬੰਦੀ ਹੋਵੇ, ਕੋਈ ਧੜਾ ਹੋਵੇ, ਇਸ ਚੀਜ਼ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਕਿ ਨਹੀਂ? ਬਿਲਕੁਲ ਸਹੀ ਗੱਲ। ਮੈਂ ਇੱਕ ਗੱਲ ਇੱਥੇ ਹੋਰ ਪੁਆਇੰਟ ਦੇਣਾ, ਹਾਂਜੀ, ਜਿਹੜੀ ਗੱਲ ਉਹਨਾਂ ਨੇ ਕਹੀ ਹੈ ਵੀ ਨਨਕਾਣਾ ਸਾਹਿਬ ਦਾ ਨਾਂ ਅਸੀਂ ਬਦਲ ਦੇਣਾ ਹੈ, ਹਾਂ, ਸਾਡੇ ਦਿੱਲੀ ਦੇ ਵਿੱਚ ਗੁਰਦੁਆਰਾ ਆਪਣੇ ਇੱਕ ਰੋਡ ਦਾ ਨਾਮ ਬਦਲਿਆ ਗਿਆ, ਕੀ ਉੱਥੇ ਹੱਕ ਬਣਦਾ ਸੀ? ਨਹੀਂ ਬਣਦਾ ਸੀ, ਬਿਲਕੁਲ ਨਹੀਂ ਸੀ ਬਣਦਾ। ਜਿਹੜੇ ਨਾਂ ਹੈਗੇ ਰਹਿਣ ਦੇਣੇ ਚਾਹੀਦੇ। ਸਾਡੇ ਲੋਕ ਅਸੀਂ ਮੈਂ ਸਟ੍ਰੇਟ ਵੇ ਗੱਲ ਕਰਦਾ ਕਿ ਜਿਹੜੇ ਸਿੱਖ ਆ ਨਾ, ਡਾਂਸ ਕਰਨ ਨੂੰ, ਭੰਗੜਾ ਪਾਉਣ ਨੂੰ ਸਾਰੇ ਪਾਸੇ ਮੂਹਰੇ ਹੁੰਦੇ ਆ, ਬਿਲਕੁਲ, ਹਾਂਜੀ, ਕਿਸੇ ਦਾ ਵਿਆਹ ਹੋਵੇ, ਸ਼ਾਦੀ ਹੋਵੇ, ਕਿਸੇ ਦੇ ਮਰਗ ਹੋਵੇ, ਇਹ ਮੂਹਰੇ ਹੁੰਦੇ ਆ, ਹਾਂਜੀ। ਸਾਨੂੰ ਹਰ ਇੱਕ ਬੰਦੇ ਨੂੰ ਸੋਚ ਵਿਚਾਰ ਕੇ ਗੱਲ ਕਰਨੀ ਚਾਹੀਦੀ ਆ, ਉਹ ਕੰਮ ਕਰਨਾ ਚਾਹੀਦਾ ਜਿਹਦਾ ਦੂਸਰੀਆਂ ਕੌਮਾਂ ਦੇ ਉੱਤੇ ਰਿਐਕਸ਼ਨ ਨਾ ਹੋ ਸਕੇ। ਬਿਲਕੁਲ ਬਿਲਕੁਲ, ਹਾਂਜੀ, ਇਹ ਮੇਰੇ ਖਿਆਲ ਮੁਤਾਬਕ ਉਹਦਾ ਰਿਐਕਸ਼ਨ ਵੀ ਆ, ਜਿਹੜੀ ਆਪੋਜੀਸ਼ਨ ਪਾਰਟੀ ਹਮੇਸ਼ਾ ਨੋਟ ਕਰਦੀ ਰਹਿੰਦੀ ਵੀ ਫਲਾਣੇ ਮੁਲਕ ਸਾਡੇ ਨਾਲ ਕੀ ਹੋ ਰਿਹਾ। ਹਾਂ, ਉਹਨਾਂ ਦਾ ਪੁਆਇੰਟ ਲੱਭਣੇ ਆ, ਹੈ ਨਾ, ਉਹਨਾਂ ਨੇ ਪੁਆਇੰਟ ਲੱਭਣੇ ਆ। ਇਸ ਕਰਕੇ ਜਿਹੜੇ ਪੋਲੀਟੀਕਲ ਲੀਡਰ ਹੈਗੇ ਖਾਸ ਕਰ, ਉਹਨਾਂ ਨੂੰ ਨਿੱਕੇ ਮੋਟੇ ਮਸਲਿਆਂ ਦੇ ਵਿੱਚ ਜਾਣੀ ਹੁਣ ਭੜਕਾਊ ਮਸਲੇ ਨਹੀਂ ਬਣਾਉਣਾ ਚਾਹੀਦਾ। ਬਿਲਕੁਲ ਬਿਲਕੁਲ। ਬਾੜਾ ਸਾਹਿਬ, ਜੇ ਗੱਲ ਕਰੀਏ ਨਨਕਾਣਾ ਸਾਹਿਬ ਦੀ, ਜਿੱਥੇ ਸਾਰਾ ਕੁਝ ਹੋਇਆ ਜੀ, ਇੱਕ ਬਨੇ ਤਾਂ ਕਿਉਂਕਿ ਹਰ ਸਮੇਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਕੋਈ ਗੁਰਪੁਰਬ ਹੋਵੇ ਉਦੋਂ ਹੀ ਸੰਗਤਾਂ ਜਥੇ ਜਾਂਦੀਆਂ, ਕਿਉਂਕਿ ਬਰਾੜ ਸਾਹਿਬ ਉਦਾਂ ਵੀ ਉੱਥੇ ਜਿਹੜੀ ਲੋਕਲ ਸੰਗਤ ਸੀ ਉਹ ਵੀ ਕਾਫੀ ਸੀਗੀ, ਲੇਕਿਨ ਬਾਹਰੋਂ ਵੀ ਕਹਿੰਦੇ ਸੰਗਤ ਗਈ ਸੀ ਜੀ। ਉਹਨਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ ਕਿ ਜਦੋਂ ਬਾਹਰਲੇ ਬੰਨੇ ਉਸ ਮੁਲਕ ਦੇ ਵਿੱਚ, ਬਗਾਨੇ ਮੁਲਕ ਤੁਸੀਂ ਜਾ ਕੇ ਗਏ ਤੋਂ, ਤੁਹਾਡੇ ਨਾਲ ਇਹੋ ਜਿਹੀ ਘਟਨਾ ਵਾਪਰ ਜਵੇ, ਫਿਰ ਕੀ ਬੀਤੂ? ਦੇਖੋ ਜੀ, ਉਸ ਦੇ ਹਿਸਾਬ ਨਾਲ ਤਾਂ ਜਿੱਦਾਂ ਇਹ ਵੀ ਅੰਦਰ ਗੇਟ ਲੱਗਾ ਸੀ, ਬਾਹਰ ਪ੍ਰੋਟੈਸਟ ਕਰ ਰਹੇ ਸੀਗੇ, ਅੰਦਰ ਬੰਦੇ ਸੀਗੇ 20-25 ਜਣੇ ਵੀ, ਮਤਲਬ ਨਾ ਜੀ, ਮਤਲਬ ਚੀਜ਼ ਇਹ ਹੈ ਕਿ ਜਿਸ ਵੇਲੇ ਇਦਾਂ ਦਾ ਹਜੂਮ ਮਤਲਬ ਭੜਕਿਆ ਹੁੰਦਾ ਆ, ਉਹਦੇ ਮੂਹਰੇ ਆਣਾ ਤੇ ਫਿਰ ਤਾਂ ਹੱਥੋਂ ਪਾਈ ਲੜਾਈ ਵਾਲੀ ਗੱਲ ਜਿਹੜੀ ਹੋ ਜਾਂਦੀ ਨਾ ਜੀ, ਉਹ ਫਿਰ ਜ਼ਿਆਦਾ ਭੜਕ ਜਾਂਦੀ ਆ, ਉਹ ਜ਼ਿਆਦਾ ਬਿਖਰ ਜਾਂਦੀ ਫਿਰ ਤਾਂ ਨਾ ਜੀ। ਸੋ ਮਤਲਬ ਇਹ ਤਾਂ ਸੇਫਟੀ ਵੀ ਪਹਿਲੀ ਚਾਹੀਦੀ ਹੈ। ਪਹਿਲਾਂ ਚਲੋ ਗੇਟ ਬੰਦ ਕਰਕੇ ਆਪਣਾ ਹੁਣ ਬਾਹਰ ਰੌਲਾ ਪਾ ਲਿਆ, ਪਰ ਲੇਕਿਨ ਜਿਹੜਾ ਉਹਨੇ ਰੌਲਾ ਪਾਇਆ, ਉਹ ਰੌਲਾ ਦੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਵੱਡਾ ਸੱਟ ਲੱਗੀ ਆ, ਵਲੂੰਦਰੇ ਗਏ ਨੇ, ਹਾਂਜੀ, ਠੇਸ ਪੁੱਜੀ ਆ। ਪਰ ਮੈਂ ਇੱਕ ਪਾਸੇ ਦੂਜੇ ਪਾਸੇ ਬਰਾੜ ਸਾਹਿਬ ਇਹ ਕਹਿਣਾ ਚਾਹੁੰਦਾ ਆ, ਜਦੋਂ 70 ਸਾਲ ਹੋ ਗਏ ਆ ਸਾਡੇ ਦੇਸ਼ ਦੀ ਵੰਡ ਹੋਣ ਤੇ, 70-72 ਸਾਲ, ਹਾਂਜੀ, ਜੇ ਮਤਲਬ ਮੈਂ ਕਹਾਂ ਕਿ ਵੀ ਮੁਸਲਮਾਨ ਦੇ ਦਿਲਾਂ ਦਾ ਵਿਚਲਾ ਖੋਟ ਨੂੰ, ਕਿਉਂਕਿ ਪਹਿਲਾਂ ਪਟਾਂਗਾ ਬਥੇਰਾ ਹੋਇਆ ਹਿੰਦੂਆਂ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ, ਹੈ ਨਾ ਜੀ। ਅੱਛਾ, ਉਸ ਦੇ ਵਿੱਚ ਮਤਲਬ ਮੇਰਾ ਕਹਿਣ ਦਾ ਮਤਲਬ ਕਿ ਉਹਨਾਂ ਨੇ ਉੱਧਰ ਇੱਦਾਂ ਨਹੀਂ ਜਾ ਕੇ ਵੀ ਪਾਕਿਸਤਾਨ ਜੁਦਾ ਬਣਿਆ ਤੇ ਹੁਣ ਪਹਿਲਾਂ ਇਹਨਾਂ ਦੇ ਗੁਰਦੁਆਰੇ ਢਾਹ ਦਿਓ, ਇਹ ਨਹੀਂ ਹੋਇਆ। ਮਤਲਬ 70 ਸਾਲਾਂ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਹੈ, ਰੱਖਿਆ ਸਾਂਭਿਆ ਹੈ ਨਾ। ਇਹ ਮਤਲਬ ਇਹ ਨਹੀਂ ਕਹਿ ਸਕਦੇ ਕਿ ਅੰਸ਼ੇ ਭੈੜੀ ਹੈ ਸਾਰੀ, ਮਤਲਬ ਮੁਸਲਮਾਨ ਹੋਇਆ, ਸਿੱਖ ਹੋਇਆ, ਹਿੰਦੂ ਹੋਇਆ, ਆਪਾਂ ਕੋਈ ਪਾਰਸੀ ਹੋਇਆ, ਸਾਰੇ ਧਰਮ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਧਰਮ ਮਾੜੇ ਨਹੀਂ ਹੁੰਦੇ। ਹਾਂਜੀ, ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਹਮੇਸ਼ਾ ਹੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਵੀ ਚੱਲੇ ਆ ਰਹੇ ਨੇ, ਬੜਾ ਲੰਮਾ ਅਰਸਾ ਉਹਨਾਂ ਦੇ ਨਾਲ ਰਹੇ ਨੇ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਵੀ ਸਾਈਂ ਮੀਆਂ ਮੀਰ ਜੀ ਤੋਂ ਰਖਵਾਇਆ, ਹੈ ਨਾ ਜੀ। ਅੱਛਾ, ਹੁਣ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ, ਹੁਣ ਆਪਾਂ ਗੁਰਪੁਰਬ ਮਨਾ ਕੇ ਹਟੇ ਹਾਂ, ਭਾਈ ਭੀਖਨ ਸ਼ਾਹ ਨੇ ਪਹਿਲਾਂ ਉਹਨਾਂ ਦੀ ਪਰਖ ਕੀਤੀ ਤੇ ਉਹਨਾਂ ਨਮਾਜ਼ ਮਤਲਬ ਪੱਛਮ ਨਾਲ ਕਰਦੇ ਤੇ ਪੂਰਬ ਵੱਲ ਨੂੰ ਕੀਤੀ ਹੈ।
ਹਨਾ। ਸੋ ਮਤਲਬ ਮੇਰੇ ਕਹਿਣ ਦਾ ਮਤਲਬ ਵੀ ਇੱਕ ਗੁਰੂ ਮਹਾਰਾਜ ਦੇ ਨਾਲ ਵੀ ਇਹ ਮੁਸਲਮਾਨ ਵੀ ਰਹੇ ਆ ਹਨਾ, ਤੇ ਨਾਲੇ ਮੁਸਲਮਾਨਾਂ ਦੇ ਨਾਲ ਗੁਰੂ ਸਾਹਿਬਾਂ ਨੇ ਕਈਆਂ ਨੇ ਕਿਹਾ ਕਿ ਵੀ ਅਸੀਂ ਸਿੱਖ ਬਣਨਾ ਚਾਹੁੰਦੇ ਆ, ਉਹਨਾਂ ਨੇ ਕਿਹਾ ਨਹੀਂ, ਤੁਹਾਡਾ ਸਿੱਖ ਨਾਲੋਂ ਵੀ ਚੰਗਾ ਅਕੀਦਾ ਆ, ਜੇ ਚ ਤੁਸੀਂ ਜਿਹੜਾ ਤੁਹਾਡਾ ਧਰਮ ਹੈਗਾ ਉਹ 'ਚ ਰਹੋ, ਤੁਸੀਂ ਮੇਰੇ ਨਾਲ ਹੈਗੇ ਆ, ਠੀਕ ਆ ਬਹੁਤ ਸੋਹਣਾ। ਸੋ ਮੇਰੇ ਕਹਿਣ ਦਾ ਇਹੀ ਮਤਲਬ ਹੈ ਕਿ ਜਿਹੜਾ ਪਹਿਲਾਂ ਇੰਨੇ 70 ਸਾਲਾਂ ਤੋਂ ਨਹੀਂ ਕੁਛ ਹੀ ਹੈਪਨ ਹੋਇਆ, ਆ ਜਿਹੜਾ ਆ ਇਹਦੇ ਪਿੱਛੇ ਜਿੱਦਾਂ ਆਪਾਂ ਗੱਲ ਕਰਦੇ, ਗੱਲ ਘੁੰਮ ਫਿਰ ਕੇ ਉੱਥੇ ਜਾਣੀ ਆ, ਜਾਂ ਤੇ ਉਹਨਾਂ ਨੇ ਕਿਸੇ ਚੱਕ 'ਚ ਆ ਗਏ ਆ, ਚੱਕ 'ਚ ਇੰਨੇ ਲੋਕੀ ਇਕੱਠੇ ਨਹੀਂ ਹੋ ਸਕਦੇ। ਪਹਿਲੇ ਤਾਂ ਛੋਟੇ ਛੋਟੇ ਬੱਚਿਆਂ ਨਾਲ ਲੈ ਆ, ਹੈ ਵੀ ਇਦਾਂ ਕਿ 150 ਜਿਹੜੇ ਬੱਚੇ ਮਤਲਬ 100-200 ਬੰਦਾ ਜਿਹੜਾ ਹੋਏਗਾ ਕਰਕੇ ਲੈ ਆਂਦੇ ਹਨ ਜੀ, ਉਹਨੇ ਆਪਣੇ ਲਗਾਓ ਵਾਲੇ। ਅੱਛਾ, ਜਿਹੜਾ ਇਹ ਮਸਲਾ ਇੰਨਾ ਹੁਣ ਭੜਕਾਇਆ ਇਹ ਜਾਨੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ 25 ਅਗਸਤ ਤੋਂ ਲੈ ਕੇ ਨਵੰਬਰ ਤੱਕ ਕੋਰੀਡੋਰ ਬਣਨ ਤੱਕ, ਪਾਸ ਹੋਣ ਤੱਕ ਵੀ ਮਤਲਬ ਗੱਲ ਨਹੀਂ ਕਿਸੇ ਨੇ ਚੱਕੀ। ਆ ਜਿਹੜੀ ਹੁਣ ਜਿਹੜੀ ਚੱਕੀ ਹੈ ਨਾ, ਇਹ ਤਾਂ ਜਸਟ ਮਤਲਬ ਸੈਲਫਿਸ਼ ਪਾਲਿਸੀ ਅੰਗਰ ਕਹਿ ਲਈਏ, ਉਹਨਾਂ ਨੇ ਆਪਣਾ ਮਤਲਬ ਦਿਲ ਦੇ ਪੜਾਸ ਕੱਢੀ ਆ, ਪਰ ਦਿਲ ਦੀ ਪੜਾਸ ਜਿਹੜੀ ਆ ਉਹਦੇ ਵਿੱਚ ਇਹ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਦੇਖੀਏ ਹੈ ਨਾ ਜੀ। ਮਤਲਬ ਮੈਂ ਹੁਣ ਇਹ ਕਹਾਂ ਕਿ ਵੀ ਆਪਾਂ ਨੂੰ ਇੱਥੇ ਕਾਬਲ ਦੀਆਂ ਸੰਗਤਾਂ ਦੇ ਨਾਲ ਬਹੁਤ ਮਿਲਵਰਤਨ ਹੋ ਰਿਹਾ, ਉਹਨਾਂ ਨੇ ਵੀ ਦੱਸਿਆ ਕਿ ਵੀ ਸਾਨੂੰ ਉੱਥੇ ਕਾਬਲ 'ਚ ਰਹਿੰਦਿਆਂ ਨੂੰ ਵੀ ਕਈ ਮੁਸ਼ਕਲਾਂ ਆਉਂਦੀਆਂ ਸੀ, ਅਸੀਂ ਪੜ੍ਹ ਨਹੀਂ ਸਕਦੇ ਸੀ, ਬਾਹਰ ਜਾ ਨਹੀਂ ਸਕਦੇ ਸੀ, ਸਾਨੂੰ ਕਈ ਬਾਜ਼ਾਰਾਂ ਦਾ ਵੀ ਨਹੀਂ ਸੀ ਪਤਾ ਹੁੰਦਾ ਕਿ ਇੱਥੇ ਇਹ ਬਾਜ਼ਾਰ ਹੈਗੇ ਨੇ ਜੀ, ਮਤਲਬ ਹੈ ਨਾ। ਸੋ ਮਤਲਬ ਜਿੱਥੇ ਘੱਟ ਗਿਣਤੀਆਂ ਵਾਲੇ ਕਿਸੇ ਵੀ ਜਗ੍ਹਾ 'ਤੇ ਹੈਗੇ ਨੇ, ਉਹਨਾਂ ਨੂੰ ਮੁਸ਼ਕਲਾਂ ਦਾ ਤੇ ਇੱਦਾਂ ਦਾ ਸਾਹਮਣਾ ਕਰਨਾ ਪੈਂਦਾ ਜੀ, ਹੈ ਨਾ ਜੀ। ਬਰਾੜ ਸਾਹਿਬ, ਇੱਕ ਪਿੱਛੇ ਜੇ ਨਾ BBC ਵਾਲਿਆਂ ਨੇ ਡਾਕੂਮੈਂਟਰੀ ਦਿਖਾਈ ਸੀ, ਇੰਗਲੈਂਡ ਦੀ ਗੱਲ ਕਰਦਾ, ਉਦੋਂ ਪਹਿਲਾਂ ਕਿੰਨੀਆਂ ਅਨੇਕਾਂ ਕੁੜੀਆਂ, ਆਪਾਂ ਗੁਰਦੁਆਰਾ 'ਚ ਵੀ ਕਹਿੰਦੇ ਆ, ਕਿੰਨੀਆਂ ਅਨੇਕਾਂ ਕੁੜੀਆਂ ਜਿਹੜੀਆਂ ਨੂੰ ਬਰਗਲਾ ਕੇ, ਚਾਹੇ ਉਹ ਸਕੂਲਾਂ 'ਚੋਂ, ਚਾਹੇ ਉਹ ਕਾਲਜਾਂ 'ਚੋਂ, ਚਾਹੇ ਉਹ ਯੂਨੀਵਰਸਿਟੀਆਂ 'ਚੋਂ ਮੁਸਲਮਾਨਾਂ ਦੇ ਮੁੰਡੇ ਲੈ ਕੇ ਜਾਂਦੇ ਰਹੇ। ਤੇ ਇੱਕ ਜਥੇਬੰਦੀ ਬਣੀ ਸੀ ਸ਼ੇਰੇ ਪੰਜਾਬੀ, ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਕਿ ਬੱਚਿਆਂ ਨੂੰ ਉਸ ਪਾਸੇ ਤੋਂ ਮੋੜਿਆ ਜਾ ਸਕੇ, ਐਂਡ ਬੜੀ ਸਕਸੈਸਫੁਲ ਸੀਗੀ ਉਹ। ਲੇਕਿਨ ਜਿਹੜੀ BBC ਵਾਲਿਆਂ ਨੇ ਡਾਕੂਮੈਂਟਰੀ ਦਿਖਾਈ, ਉਹ 'ਚ ਸਿੱਧਾ ਉਹਨੇ ਦਿਖਾਇਆ ਸੀਗਾ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਨੂੰ ਇੰਗਲੈਂਡ ਹੀ ਛੱਡ ਕੇ ਜਾਣਾ ਪਿਆ। ਤੇ ਜਦੋਂ ਇਹਨਾਂ ਮੁਲਕਾਂ 'ਚ ਹੀ ਹੋ ਸਕਦਾ, ਤੇ ਆਪਦੇ ਮੁਲਕ 'ਚ ਤਾਂ ਉਹਨਾਂ ਨੇ ਨਿੱਕੀ ਜਿਹੀ ਗੱਲ ਆ। ਕੀ ਕਹਿਣਾ ਚਾਹੁੰਦੇ ਤੁਸੀਂ? ਪਹਿਲੀ ਗੱਲ ਤਾਂ ਮੈਂ ਬਾੜਾ ਸਾਹਿਬ ਦੀ ਗੱਲ ਨੂੰ ਥੋੜਾ ਜਿਹਾ ਅੱਗੇ ਤੋਰਾਂ। ਹਾਂਜੀ, ਜਿਹੜਾ ਇਹਨਾਂ ਨੇ ਕਿਹਾ ਵੀ ਹਰ ਇੱਕ ਧਰਮ ਦੇ ਵਿੱਚ ਚੰਗੇ ਮਾੜੇ, ਸਾਡਾ ਜਿਹੜਾ ਪੁਰਾਣਾ ਇਤਿਹਾਸ ਆ ਉਹ ਮੁਸਲਮਾਨਾਂ ਨਾਲ ਲਿੰਕਡ ਹੈਗਾ। ਬਿਲਕੁਲ। ਆਪਣੇ ਪਿੰਡਾਂ ਦੇ ਵਿੱਚ ਆਮ ਗੱਲ ਇਹ ਪ੍ਰਚਲਿਤ ਸੀ ਕਿ ਭਾਈਚਾਰਕ ਸਾਂਝ ਬਣਾਈ ਹੋਈ ਹੁੰਦੀ ਸੀ। ਆਪਾਂ ਬੇਸ ਦੇ ਤੋਂ ਸ਼ੁਰੂ ਕਰਦੇ ਹਾਂ। ਉਸ ਭਾਈਚਾਰਕ ਸਾਂਝ ਦੇ ਵਿੱਚ ਇਹ ਹੁੰਦਾ ਸੀ ਕਿ ਤੇਰਾ ਮੇਰੇ ਨਾਲ ਗਿਲਾ ਹੈ, ਤੁਹਾਡਾ ਇਹਨਾਂ ਨਾਲ ਗਿਲਾ ਹੈ, ਆਪਣਾ ਸਾਰਿਆਂ ਦਾ ਇੱਕ ਦੂਜੇ ਨਾਲ ਗਿਲੇ ਹੁੰਦੇ ਸੀ। ਬਿਲਕੁਲ। ਜਿਸ ਵੇਲੇ ਵਿਆਹ ਸ਼ਾਦੀ ਹੁੰਦੀ ਸੀ ਜਾਂ ਮਰਗ ਹੁੰਦੀ ਸੀ, ਤੇ ਉਸ ਵੇਲੇ ਉਹ ਗਿਲੇ ਨੂੰ ਮਿਟਾ ਕੇ ਉਹਨਾਂ ਨੂੰ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਹਾਂਜੀ, ਇਹ ਇੱਕ ਬੇਸਿਕ ਮਿਸਾਲ ਹੈਗੀ ਆ ਜਿਹੜੀ ਪਿੰਡਾਂ ਤੋਂ ਲੈ ਕੇ ਜੇ ਮੁਲਕਾਂ ਦੇ ਵਿੱਚ ਇਹ ਮਿਸਾਲ ਭਾਈਚਾਰਕ ਸਾਂਝ ਦੀ ਬਣਾਈ ਜਾਵੇ ਤੇ ਬੜੀ ਵਧੀਆ ਹੋਊਗੀ। ਉਸ ਭਾਈਚਾਰਕ ਸਾਂਝ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਹਨ ਉਹ ਹਰ ਇੱਕ ਮੁਲਕ ਦੇ ਵਿੱਚ ਸੁਰੱਖਿਅਤ ਰਹਿ ਸਕਦੀਆਂ। ਹਾਂਜੀ, ਤੇ ਉਸ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਜਿਹੜੀ ਰੂਲਸ ਐਂਡ ਰੈਗੂਲੇਸ਼ਨ ਗੌਰਮੈਂਟਾਂ ਨੂੰ ਬਣਾਉਣੇ ਚਾਹੀਦੇ ਆ, ਔਰ ਉਹਨਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ। ਹਨਾ, ਬਣਾ ਕੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਦਾ ਬਣੇ ਆ, ਹਾਂਜੀ, ਪਰ ਉਹਨਾਂ ਤੇ ਐਪਲੀਕੇਸ਼ਨ ਨਹੀਂ ਕੀਤੀ ਜਾਂਦੀ, ਅਪਲਾਈ ਨਹੀਂ ਕੀਤਾ ਜਾਂਦਾ ਉਹਨਾਂ ਨੂੰ। ਜੇ ਉਹਨਾਂ ਤੇ ਆਪਾਂ ਸਰਕਾਰਾਂ ਖੜੀਆਂ ਹੋਣ ਤੇ ਇਹੋ ਜਿਹੀਆਂ ਘਟਨਾਵਾਂ ਨਹੀਂ ਵਰਤ ਸਕਦੀਆਂ। ਦੂਸਰੀ ਗੱਲ ਜਿਹੜੀ ਤੁਸੀਂ ਗਈ ਹੈ ਕਿ ਇਸ ਮੁਲਕ ਦੇ ਵਿੱਚ ਹੋ ਸਕਦਾ ਹੈ, ਇੱਥੇ ਮੋਹਨ ਸਿੰਘ ਨੂੰ ਆਪਾਂ ਖਾਲਸੇ ਨੂੰ ਆਪਾਂ ਸਾਰੇ ਜਾਣਦੇ ਹਾਂ। ਬੜਾ ਉਹਨੇ ਤਕਰੀਬਨ 15-20 ਸਾਲ, ਮੈਂ ਉਸ ਨੂੰ 99 ਤੋਂ ਦੇਖ ਰਿਹਾ, ਉਦੋਂ ਪਹਿਲਾਂ ਤੋਂ ਵੀ। ਔਰ ਇਸ ਕੇਸ ਦੇ ਵਿੱਚ, ਇਹਨਾਂ ਕੇਸਾਂ ਦੇ ਵਿੱਚ ਉਹ ਬੜੀ ਜੁਰਤ ਦੇ ਨਾਲ ਆਪਣੀ ਲੜ ਰਿਹਾ ਹੈਗਾ। ਹਾਂਜੀ, ਪਰ ਦੂਸਰੇ ਪਾਸੇ ਵੀ ਸਾਡੀਆਂ ਲੜਕੀਆਂ ਜਾਂਦੀਆਂ ਕਿਉਂ ਆ, ਮੇਨ ਤਾਂ ਰੀਜ਼ਨ ਇਹ ਵੀ ਹੈਗਾ। ਹਨਾ, ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਕੌਮ ਹੈ ਨਾ, ਇਹ ਪੈਸੇ ਵੱਲੀ ਜ਼ਿਆਦਾ ਹੋ ਤੁਰੀ ਹੈ। ਕੰਮ ਜ਼ਿਆਦਾ ਕਰਦੇ ਆ, ਹਰ ਇੱਕ ਕੰਮ ਕਰਦੇ ਆ, ਬੱਚਿਆਂ ਨੂੰ ਇਗਨੋਰ ਕੀਤਾ ਹੋਇਆ। ਬੱਚਿਆਂ ਨੂੰ ਇਗਨੋਰ ਕਰਨ ਦੇ ਨਾਲ ਬੱਚਿਆਂ ਨੂੰ ਘਰਾਂ ਦੇ ਵਿੱਚ ਉਹ ਪਿਆਰ ਨਹੀਂ ਮਿਲਦਾ ਜਿਹੜਾ ਮਿਲਣਾ ਚਾਹੀਦਾ ਹੈ ਜਾਂ ਜਿਹੜਾ ਮਿਲਦਾ ਸੀ। ਇਸ ਕਰਕੇ ਉਹ ਘਰਾਂ ਦੇ ਵਿੱਚ ਬਹੁਤ ਸਾਰੇ ਅਪਸੈਟ ਹੋ ਜਾਂਦੇ। ਦੂਸਰੀ ਗੱਲ ਹੈਗੀ ਆ ਵੀ ਜਦੋਂ ਸਕੂਲਾਂ ਦੇ ਵਿੱਚ ਜਾਂਦੇ ਉਦੋਂ ਪੀਅਰ ਗਰੁੱਪ ਬਣੇ ਹੁੰਦੇ ਆ, ਹਾਂਜੀ, ਉਹਨਾਂ ਦੇ ਉੱਤੇ ਪੀਅਰ ਗਰੁੱਪ ਦਾ ਇਫੈਕਟ ਜ਼ਿਆਦਾ ਪੈ ਜਾਂਦਾ ਹੈ। ਜਿੱਥੇ ਬਹੁਤ ਗਿਣਤੀ ਹੈਗੀ ਆ ਮੁਸਲਮਾਨ ਕਮਿਊਨਿਟੀ ਦੀ, ਉੱਥੇ ਉਹਨਾਂ ਦੇ ਬੱਚਿਆਂ ਦਾ ਪ੍ਰੈਸ਼ਰ ਹੋਣ ਕਰਕੇ, ਹਾਂਜੀ,
ਤੇ ਜਿਹੜੇ ਉਹ ਆਪਣੀਆਂ ਬੱਚੀਆਂ ਨੂੰ ਵਰਗਲਾਉਂਦੇ ਰਹੇ ਆ। ਜਿਹੜੇ ਇਹ ਆਪਣੇ ਮੈਨਚੈਸਟਰ ਦੇ ਏਰੀਏ ਦੇ ਕੇਸ ਵਾਲੇ ਉੱਥੇ 6 ਬੰਦਿਆਂ ਨੂੰ ਸਜ਼ਾ ਵੀ ਹੋਈ ਸੀ ਇਹਨਾਂ ਕੇਸਾਂ ਦੇ ਵਿੱਚ, ਆਪਣੇ ਮੀਡੀਆ ਦੇ ਵਿੱਚ ਆਉਂਦਾ ਰਿਹਾ। ਬਿਲਕੁਲ। ਤੇ ਇਸ ਕਰਕੇ ਪਹਿਲਾਂ ਸਾਨੂੰ ਕਿਸੇ ਨੂੰ ਬਲੇਮ ਦੇਣ ਤੋਂ ਪਹਿਲਾਂ ਸਾਨੂੰ ਆਪਣੀ ਕਮਿਊਨਿਟੀ ਵੱਲੀ ਨੂੰ ਵੀ ਬਲੇਮ ਦੇਣਾ ਚਾਹੀਦਾ ਕਿ ਪਹਿਲਾਂ ਆਪਣੀ ਪੀੜ੍ਹੀ ਤੇ ਲਸੋਟਾ ਫੇਰ ਕੇ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ। ਬਰਾੜ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਆਪਣੀ ਜਿਹੜੀ ਕਮਿਊਨਿਟੀ ਹੈ ਜਾਂ ਆਪਣੇ ਜਿਹੜੇ ਲੋਕ ਆ ਉਹ ਪੈਸੇ ਬੱਲੀ ਜ਼ਿਆਦੇ ਹੋ ਗਏ, ਇਹ 'ਚ ਕੋਈ ਦੋ ਰਾਮਾ ਨਹੀਂ। ਤੁਸੀਂ ਚਲੋ ਮੈਂ ਇਹ ਨਹੀਂ ਕਹਿੰਦਾ, ਤੁਸੀਂ ਦੇਖੋ ਆਪਣੀ ਕਿੰਨੀ ਸੰਖਿਆ ਇੱਥੇ ਵੱਸਦੀ। ਜੇ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਜਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ, ਕਿੰਨੇ ਵੱਸਦੇ ਆਪਾਂ। ਤੁਸੀਂ ਦੇਖ ਲਓ ਮੁਸਲਮਾਨਾਂ ਦੇ ਜਿਹੜੇ ਏਰੀਏ 'ਚੋਂ ਰਹਿੰਦੇ ਆ, ਉਹਨਾਂ ਦੇ ਬੱਚੇ ਸਵੇਰੇ ਸ਼ਾਮ ਆਪਣਾ ਅੰਗਰੇਜ਼ੀ ਸਕੂਲ ਤੋਂ ਬਾਅਦ 'ਚ ਉਹ ਕਲਾਸਾਂ ਲਾਉਣ ਜਾਂਦੇ ਆ, ਇਸਲਾਮ ਸਿੱਖਣ ਜਾਂਦੇ ਕਿ ਨਹੀਂ? ਆਪਣੇ ਕੀ ਹੱਕ ਉਸ ਵੀ ਨਹੀਂ ਜਾਂਦੇ। ਜੇ ਕਿਸੇ ਗੁਰਦੁਆਰੇ ਵਾਲੇ ਪੰਜਾਬੀ ਸਿਖਾਉਂਦੇ ਆ, ਉੱਥੇ ਵੱਧ ਤੋਂ 5 ਜਾਂ 7 ਬੱਚੇ ਹੁੰਦੇ ਆ, ਤੇ ਉਹ ਜਿਹੜੀ ਚੀਜ਼ ਆ ਉਹ ਐਂਡ ਤੇ ਜਾ ਕੇ ਉਹ ਅਸਰ ਕਰਦੀ, ਜਿਹੜੀ ਤੁਸੀਂ ਗੱਲ ਕੀਤੀ ਹੈ। ਮੈਨੂੰ ਇਹ ਗੱਲ ਮਾਈਂਡ ਨਿਕਲੇ ਵੇ, ਆਪਣੇ ਬੰਦੇ ਇੱਥੇ ਪੰਜਾਬੀ ਬੱਚਿਆਂ ਨੂੰ ਸਿਖਾਉਣ ਦੀ ਬਜਾਏ ਉਹ ਸਟੇਟ ਸੈਕਟਰੀ ਜਾਂ ਉਹਨਾਂ ਨੂੰ ਇਹ ਕਹਿੰਦੇ ਤੁਸੀਂ ਇੰਗਲਿਸ਼ ਬੋਲੋ ਜੀ। ਮੈਂ ਉਹੀ ਕਹਿਣ ਲੱਗਾ ਸੀ, ਉੱਥੇ ਆਉਣ ਲੱਗਾ ਸੀ ਵੀ ਉਹਨਾਂ ਬੱਚਿਆਂ ਤੇ ਜ਼ਿਆਦਾ ਅਸਰ ਹੁੰਦਾ ਜਿੱਦਾਂ ਬਰਾੜ ਸੀ, ਜਿਨ੍ਹਾਂ ਦੇ ਹਸਬੈਂਡ ਕੰਮ ਕਰਦਾ ਤੇ ਵਾਈਫ ਕੰਮ ਕਰਦੀ। ਬੱਚੇ ਆਪੇ ਆਣ ਕੇ ਖਾਣਾ ਬਣਾਉਂਦੇ ਆ। ਜਦੋਂ ਉਹਨਾਂ ਨੂੰ ਪਤਾ ਕਿ ਇੰਨੇ ਵਜੇ ਸਾਡੇ ਮਾਂ ਪਿਓ ਨੇ ਆ ਜਾਣਾ, ਉਦੋਂ 10 ਮਿੰਟ ਪਹਿਲਾਂ ਘਰ ਆ ਜਾਣਾ। ਪਹਿਲਾਂ ਬੱਚੇ ਕੀ ਕਰਦੇ ਆ ਕੀ ਪਤਾ ਨਹੀਂ, ਹਨਾ? ਤੇ ਜਿਹੜੀ ਜਦੋਂ ਇੱਕ ਬੱਚਾ ਕੋਈ ਖਰਾਬ ਹੁੰਦਾ, ਉਹਦੇ ਵੱਲ ਦੇਖ ਕੇ ਹੋਰ ਕਿੰਨੇ ਖਰਾਬ ਹੁੰਦੇ ਕਿ ਜੇ ਇਹ ਕਰ ਸਕਦੀ ਆ ਜਾਂ ਇਹ ਕੁਛ ਕਰ ਸਕਦਾ, ਮੈਂ ਕਿਉਂ ਨਹੀਂ ਕਰ ਸਕਦਾ, ਹਨਾ? ਅਸਰ ਤਾਂ ਹੁੰਦਾ ਨਾ। ਬਾਕੀ ਜਿਹੜੀ ਆਪਾਂ ਪੀਅਰ ਗਰੁੱਪ ਦੀ ਗੱਲ ਕੀਤੀ ਹੈ ਨਾ, ਜਦੋਂ ਇੱਕ ਬੱਚੀ ਨੂੰ ਖਰਾਬ ਕਰ ਲੈਂਦੇ ਆ, ਉਹ ਕਹਿੰਦੇ ਨਾਲ ਹੋਰ ਲੈ ਕੇ ਨੂੰ ਵੀ ਲੈ ਕੇ ਉਹੀ ਮੈਂ ਕਹਿੰਦਾ, ਉਹੀ ਬਿਲਕੁਲ। ਐਂਡ ਜਿਹੜੀ ਗੱਲ ਬਾੜਾ ਸਾਹਿਬ ਕਰਕੇ ਹਟਿਆ ਵੀ ਇਹ ਗੱਲ ਦਰੁਸਤ ਆ, ਕਿਉਂਕਿ ਜਦ ਤੁਸੀਂ ਗੁਰਦੁਆਰੇ ਦੇ ਵਿੱਚ ਵਿਚਰਦੇ ਆ, ਤੁਸੀਂ ਤਾਂ ਸਭ ਤੋਂ ਸਿਆਣੇ ਹੋ। ਸਟੇਟ ਸੈਕਟਰੀ ਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਬੱਚੇ ਆਉਂਦੇ ਆ, ਅੱਜ ਕੱਲ ਤਾਂ ਇਹ ਵੀ ਹੈਗਾ ਕਿ ਸਕਰੀਨਾਂ ਲੱਗੀਆਂ ਉੱਥੇ ਇੰਗਲਿਸ਼ ਵਿੱਚ ਲਿਖਿਆ ਜਾਂਦਾ। ਚਲੋ ਠੀਕ ਆ, ਆਪਾਂ ਨੂੰ ਪਹਿਲਾਂ ਕੋਈ ਚੀਜ਼ ਬਹੁਤ ਚੰਗੀ ਲੱਗਦੀ ਕਿ ਨਵੀਂ ਚੀਜ਼ ਆਈ ਆ, ਤੇ ਇਹਦਾ ਬਹੁਤ ਵਧੀਆ ਇਹ ਸਾਡੇ ਲਈ ਹੈਗਾ ਫਾਇਦਾ। ਦੇਖੋ ਜੀ ਬੱਚੇ ਪੜ੍ਹ ਲੈਂਦੇ ਆ, ਲੇਕਿਨ ਆਪਾਂ ਜਦੋਂ ਇਸ ਪਾਸੇ ਤੋਂ ਬਾਹਲਾ ਪੈ ਗਏ ਤੇ ਆਪਾਂ ਆਪਣੀ ਮਾਂ ਬੋਲੀ ਨਾਲ ਟੁੱਟ ਜਾਣਾ। ਜਦੋਂ ਆਪਾਂ ਮਾਂ ਬੋਲੀ ਨਾਲ ਟੁੱਟ ਜਾਣਾ ਤੇ ਉਦੋਂ ਆਪਾਂ ਨੂੰ ਅੱਜ ਇੱਕ ਬੱਚੀ ਨਾ ਹੋਇਆ, ਕੱਲ ਨੂੰ ਕੀ ਪਤਾ ਰੱਬ ਨਾ ਕਰੇ ਕਿੰਨੀਆਂ ਨਾ ਹੋਣਾ ਇਹ ਕੰਮ। ਜਿਹੜੀ ਸਕਰੀਨਾਂ ਦੀ ਗੱਲ ਆ ਨਾ, ਉੱਥੇ ਮੈਂ ਕਈਆਂ ਗੁਰਦੁਆਰਿਆਂ 'ਚ ਦੇਖਿਆ ਉਹ ਬਾਈਲਿੰਗੁਅਲ ਕੰਟੈਕਸਟ ਤੇ। ਹਾਂਜੀ, ਰੋਮਨ ਤੇ ਦੋਨੇ ਤਰ੍ਹਾਂ ਹੁੰਦੀ ਹੈ। ਨਹੀਂ, ਦੋਨੇ ਤਰ੍ਹਾਂ ਹੁੰਦੀ, ਪਰ ਇੰਗਲਿਸ਼ ਵਿੱਚ ਕਈਆਂ ਤਾਂ ਕੱਲੀ ਇੰਗਲਿਸ਼ ਹੀ ਲਿਖਿਆ ਹੁੰਦਾ ਕਈਆਂ ਗੁਰਦੁਆਰਿਆਂ 'ਚ। ਉਹ ਚੱਲ ਉਹਨਾਂ ਨੂੰ ਤਾਂ ਆਪਾਂ ਬੇਨਤੀ ਕਰ ਦਿੰਦੇ ਆ ਵੀ ਬਾਈਲਿੰਗੁਅਲ ਤੇ। ਬਾਕੀ ਰਮਲ ਜੀ, ਜਿਹੜੀ ਚੀਜ਼ ਜਿੱਦਾਂ ਪਹਿਲਾਂ ਬਰਾੜ ਸਾਹਿਬ ਨੇ ਵੀ ਕਹੀ ਆ, ਇੱਕ ਤਾਂ ਬੁਲਿੰਗ ਜਿਹੜੀ ਸਕੂਲਾਂ 'ਚ ਹੁੰਦੀ ਆ ਨਾ ਜੀ, ਇਹ ਜਿਹੜੀ ਚੀਜ਼ ਆ। ਅੱਛਾ, ਜਿਹੜਾ ਸਾਡਾ ਪੁਆਇੰਟ ਮੇਨ ਆ ਨਾ ਪੇਰੈਂਟਸ ਦਾ, ਮਤਲਬ ਜੀ ਉਹ ਇਹ ਆ ਕਿ ਵੀ ਆਪਾਂ ਬੱਚਿਆਂ ਦੇ ਪੇਰੈਂਟਸ ਈਵਨਿੰਗ ਤੇ ਹੀ ਨਹੀਂ ਜਾਂਦੇ। ਆਪਾਂ ਨਹੀਂ ਬੱਚਿਆਂ ਦਾ ਦੇਖਦੇ ਕਿ ਵੀ ਇਹ ਬੱਚੇ ਕੀ ਪੜ੍ਹਦੇ ਆ, ਕਿੰਨਾ ਪੜ੍ਹਦੇ ਆ, ਕਿੱਦਾਂ ਦੀ ਉਹਨਾਂ ਦੀ ਰਿਜ਼ਲਟ ਆਇਆ, ਜਾਂ ਇਹਦੇ ਸਕੂਲ ਦੀ ਅਟੈਂਡੈਂਸ ਕਿੰਨੀ ਹੈਗੀ ਆ ਜੀ, ਹਨਾ? ਅੱਛਾ, ਦੂਸਰੀ ਚੀਜ਼ ਹੈ ਕਿ ਸਾਡੇ ਮਤਲਬ ਮੈਂ ਏਸ਼ੀਅਨਸ ਗਰੁੱਪ ਦੇ ਵਿੱਚੋਂ ਮੈਂ ਪੰਜਾਬੀਆਂ ਨੂੰ ਕਹਿਣਾ, ਸਿੱਖਾਂ ਦੇ ਵਿੱਚ ਕਹਿਣਾ ਕਿ ਵੀ ਸਾਡੇ ਗਵਰਨਰ ਤਾਂ ਬਣਦੇ ਹੀ ਨਹੀਂ ਹੈਗੇ ਨਾ ਜੀ, ਜਾਂਦੇ ਨਹੀਂ ਜੀ, ਟਾਈਮ ਹੈ ਨਹੀਂ ਜੀ ਸਾਡੇ ਕੋਲ, ਹਨਾ? ਜਦ ਕੋ 1 ਘੰਟੇ ਦੀ ਮੀਟਿੰਗ ਹੋਵੇ ਉਹਦੇ ਵਿੱਚ ਤੁਸੀਂ ਆਪਣੇ ਵਿਊ ਦਿਓ, ਆਪਣੀ ਚੀਜ਼। ਹੁਣ ਇਸ ਪੁਆਇੰਟ ਆਫ ਵਿਊ ਨਾਲ ਇਸਲਾਮ ਦੇ ਬੰਦੇ ਜਿਹੜੇ ਨੇ ਉਹ ਆਪਣਾ ਪਾਰਟ ਪੇ ਫੁੱਲ ਕਰਦੇ ਨੇ, ਭਾਵੇਂ ਉਹ ਵਿਹਲੇ ਨੇ ਜਾਂ ਉਹ ਵੇਲ ਕੇ ਆਪਣੇ ਟਾਈਮ ਨੂੰ ਕੱਢ ਕੇ ਜਾਂਦੇ ਨੇ, ਤੇ ਉਹ ਆਪਣੇ ਕੰਮ ਆਪਣੇ ਟਾਈਪ ਦਾ ਆਪਣੀ ਚੀਜ਼ ਨੂੰ ਮਨਾ ਲੈਂਦੇ ਨੇ ਕਿ ਆਹ ਚੀਜ਼ ਹੋਣੀ ਚਾਹੀਦੀ ਆ, ਹਨਾ? ਸਾਡੇ ਜੇ ਫੂਡ ਦੀ ਗੱਲ ਕਰੀਏ, ਹਸਪੀਟਲਾਂ 'ਚ ਹਲਾਲ ਮੀਟ ਦੀ ਗੱਲ ਕਰੀਏ, ਸਕੂਲਾਂ 'ਚ ਹਲਾਲ ਮੀਟ ਦੀ ਗੱਲ ਕਰੀਏ, ਪਰ ਸਾਡੇ ਉਹਨਾਂ ਹਸਪੀਟਲਾਂ ਜਾਂ ਸਕੂਲਾਂ 'ਚ ਉਹਨਾਂ ਦੀ ਆਪਣੀ ਲੈਂਗੁਏਜ ਸਾਈਨ ਵੀ ਲਿਖਣ ਦੀ ਗੱਲ ਆਪਾਂ ਕਹਿੰਦੇ ਕੋਈ ਨਹੀਂ ਜੀ ਅਸੀਂ ਇੰਗਲਿਸ਼ ਪੜ੍ਹ ਲੈਣਾ। ਜਾਂ ਖਾਣ ਦੀ ਗੱਲ ਕਰੀਏ, ਕੋਈ ਨਹੀਂ ਜੀ ਜਦ 1 ਮੀਟ ਖਾ ਲਿਆ, ਕੋਈ ਨਹੀਂ ਜੀ ਜਿਹੜਾ ਮਰਜ਼ੀ ਖਾ ਲਓ। ਸੋ ਮਤਲਬ ਜਿਹੜੀ ਅਸੀਂ ਜਦੋਂ ਹਾਊ ਪਰੇ ਕਰਦੇ ਆ, ਆਹ ਚੀਜ਼ ਸਾਡੇ ਹਾਊ ਪਰੇ ਦਾ ਰਿਜ਼ਲਟ ਹੋਆ ਜੀ। ਦੂਸਰੀ ਮੈਂ ਇੱਕ ਪਾਸੇ ਹੋਰ ਲਿਆਵਾਂ, ਸਾਡੇ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਵੀ ਨੱਚਦੇ ਭੰਗੜਿਆਂ ਲਈ ਅਸੀਂ ਮੋਹਰੇ ਹੁੰਨੇ ਆ, ਵਿਆਹਾਂ ਦੇ ਵਿੱਚ ਦੇਖਦੇ ਆ ਜਦੋਂ ਅੰਦਰ ਵੜਦੀ ਆ ਬਰਾਤ ਨਾ ਜੀ, ਲੇਟ ਆਣਗੇ ਪਹਿਲਾਂ ਜੀ, ਚਾਹ ਪਾਣੀ ਮਿਲਣੀ ਹੋਣ ਤੋਂ ਬਾਅਦ ਜਦੋਂ ਗੁਰਦੁਆਰੇ ਆਉਂਦੇ ਜੀ, ਗੁਰਦੁਆਰੇ ਗਿਆਨੀ ਉਹਨਾਂ ਨੂੰ ਤੇ ਜਾਂ ਫਿਰ ਸੈਕਟਰੀ ਦੇ ਗੱਲ 'ਚ ਅੰਗੂਠਾ ਦਿੰਦੇ ਜੀ, ਛੇਤੀ ਕਰ ਲਿਓ ਜੀ, ਮੁੰਡੇ ਕੋਲ ਬੈਠ ਨਹੀਂ ਹੋਣਾ ਜੀ। ਹਾਂਜੀ, ਮੈਂ ਕਹਿੰਦਾ ਕਿ ਟਾਈਮ ਕੱਢ ਕੇ ਸਟਾਪ ਵਾਚ ਨਾ ਦੇਖਿਆ 40 ਤੋਂ 45 ਮਿੰਟ ਬਹੁਤ ਹਾਰਡਲੀ ਲੱਗਦੇ ਨੇ ਜੇ ਕੋਈ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਵੀ ਕੀਤੇ ਜਾਵੇ। ਹਾਂਜੀ, ਆਨੰਦ ਕਾਰਜ ਨੂੰ ਤੇ ਮਤਲਬ ਉਹ ਜਿਹੜਾ ਬੰਦਾ ਲਾਈਫ ਦੇ ਵਿੱਚ 1 ਘੰਟਾ ਨਹੀਂ ਬੈਠ ਸਕਦਾ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ,
ਤੇ ਪੱਬ ਸੌਰੀ ਜਦੋਂ ਹਾਲ 'ਚ ਜਾਂਦੇ ਆ, ਇੱਥੇ ਜੇ ਕਿਤੇ ਗਿਆਨੀ ਇੱਕ ਸ਼ਬਦ ਹੋਰ ਪੜ੍ਹਨ ਲੱਗੇ ਤਾਂ ਸਿਰ ਮਾਰ ਲੱਗ ਪੈਂਦੇ ਆ, ਘੜੀਆਂ ਦੇਖਣ ਲੱਗ ਪੈਂਦੇ ਆ। ਪਰ ਲੇਕਿਨ ਜਦੋਂ ਕਲੱਬ 'ਚ ਸੌਰੀ ਹਾਲ 'ਚ ਜਾਂਦੇ ਆ, ਹਾਲ ਦੇ ਵਿੱਚੋਂ ਸਾਨੂੰ ਧੱਕੇ ਮਾਰ ਕੇ ਕੱਢਿਆ ਜਾਂਦਾ ਕਿ ਬਈ ਲਾਈਟਾਂ ਬੰਦ ਹੋ ਗਈਆਂ, ਟਾਈਮ ਓਵਰ ਹੋ ਗਿਆ ਜੀ। ਇਹ ਕਹਿਣਾ ਜੀ ਨਹੀਂ ਇੱਕ ਹੋਰ ਗਾਣਾ ਹੈ ਨਾ। ਜੇ ਮੇਰੇ ਕਹਿੰਦੇ ਕਿ ਸਾਡੇ ਜਿਹੜੇ ਰਿਸ਼ਤਿਆਂ ਦੇ ਵਿੱਚ ਵੀ ਜਿਹੜੀ ਦਰਾਰ ਪੈ ਰਹੀ ਆ, ਉਹਦਾ ਰੀਜ਼ਨ ਇਹੀ ਹੈ ਕਿ ਵੀ ਆਪਾਂ ਗੁਰੂ ਤੋਂ ਪਰੇ ਹੋਈ ਜਾ ਰਹੇ ਆ, ਗੁਰੂ ਦੀ ਗੱਲ ਨੂੰ ਸੁਣਨੇ ਨੂੰ ਤਿਆਰ ਨਹੀਂ ਹੈਗੇ, ਗੁਰਦੁਆਰੇ 'ਚ ਬੈਠਣ ਨੂੰ ਤਿਆਰ ਹੈ ਨਹੀਂ ਅਸੀਂ, ਹਨਾ। ਉਹ ਬੜਾ ਸਾਹਿਬ ਜੇ ਚਲੋ ਹੁਣ ਮੰਮੀ ਗੱਲ ਕਰ ਦੇਣਾ ਨਿੱਕੀ ਜਿਹੀ ਵਿੱਚ, ਜੇ ਗਾਣਿਆਂ ਦੀ ਗੱਲ ਕਰਦੇ ਜਾਂ ਨੱਚਣ ਟੱਪਣ ਦੀ ਗੱਲ ਕਰਦੇ ਆ, ਤੇ ਆਪਣੀ ਕੁੜੀ ਨਾਲ ਨੱਚਣ ਡਿਆ ਹੁੰਦਾ ਤੇ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ਤੋਂ ਤੇਰਾ ਯਾਰ ਬੋਲਦਾ। ਬਿਲਕੁਲ ਜੀ, ਇਹੋ ਜਿਹੇ ਗਾਣੇ ਆਪਾਂ ਸੁਣ ਕੇ ਡਾਂਸ ਕਰਾਂਗੇ। ਚਲੋ ਮੈਂ ਗਾਣਾ ਇਦਾਂ ਨਹੀਂ ਕਹਿੰਦਾ ਵੀ ਗਾਣਾ ਮਾੜਾ, ਜੇ ਗਾਣਾ ਇੰਨਾ ਪ੍ਰਫੁੱਲਤ ਹੋਇਆ ਸੀ ਤੇ ਇਹਦੇ ਚ ਗੱਲ ਹੋ ਗਈ ਨਾ, ਹੋ ਗਿਆ। ਚਲੋ ਆਪਾਂ ਆਪਣੇ ਮੁੱਦੇ ਤੇ ਆਈਏ। ਬਰਾੜ ਸਾਹਿਬ, ਜਦੋਂ ਮੈਂ ਇੱਥੇ ਨਾ ਇੱਕ ਗੱਲ ਥੋੜੀ ਜਿਹੀ ਹੋਰ ਐਡ ਕਰਨੀ, ਮੇਰਾ ਜਿਹੜਾ ਨੱਚਣ ਕੁੱਦਣ ਦਾ ਟਾਈਮ ਵੀ ਵਿਆਹ ਸ਼ਾਦੀਆਂ ਤੇ ਨਹੀਂ ਸੀ ਗੱਲ, ਮੇਰਾ ਗੱਲ ਸੀਗਾ ਇਹ ਪੋਲੀਟੀਕਲ ਸਿਸਟਮ ਦੇ ਵਿੱਚ, ਰਾਈਟ। ਕਿ ਜਦੋਂ ਪੋਲੀਟੀਕਲ ਸਿਸਟਮ ਆ, ਜੇ ਤਾਂ ਕਸ਼ਮੀਰ ਦਾ ਮੁੱਦਾ ਉੱਠਿਆ ਤੇ ਸਿੰਘਾਂ ਨੇ ਉਹਨਾਂ ਦੀਆਂ ਲੜਕੀਆਂ ਨੂੰ ਸੇਫ ਸਾਈਡ ਉੱਥੇ ਪਹੁੰਚਾਇਆ, ਰਾਈਟ। ਪਰ ਜਦੋਂ ਅੱਜ ਸਾਡਾ ਕੇਸ ਆਇਆ, ਉਦੋਂ ਅਸੀਂ ਨੱਚਣ ਟੱਪਣ ਲਈ ਮੂਹਰੇ ਸੀਗੇ ਉਹਨਾਂ ਦੇ, ਅਸੀਂ ਆਪਣੇ ਲਈ ਕੋਈ ਮੂਹਰੇ ਨਹੀਂ ਆਇਆ। ਆਪਣੇ ਕੇਸ ਦੇ ਵਿੱਚ ਬਹੁਤ ਘੱਟ ਗੱਲ ਹੋ ਰਹੀ ਹੈ। ਸਾਨੂੰ ਚਾਹੀਦਾ ਹੈਗਾ ਹੈ ਪਹਿਲਾਂ ਆਪਣਾ ਘਰ ਸਵਾਰਨਾ ਚਾਹੀਦਾ, ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਮੇਰਾ ਕਹਿਣ ਦਾ ਪੁਆਇੰਟ ਇਹ ਜਿੱਦਾਂ ਦੋਨੋਂ ਪਾਸੇ ਚੱਲਦਾ ਜੀ। ਇਦਾਂ ਸੀ ਨਾ, ਬਾੜਾ ਸਾਹਿਬ ਖੁਦ ਭੰਗੜਾ ਪਾਉਂਦੇ ਰਹੇ, ਇਸ ਕਰਕੇ ਇਹਨਾਂ ਨੂੰ ਵੀ ਉਹ ਚੀਜ਼ ਚੰਗੀ ਲੱਗੀ। ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਕਿਉਂਕਿ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਗਰੁੱਪ ਸ਼ੇਰੇ ਪੰਜਾਬ ਦੀ, ਉਦੋਂ ਮੋਹਨ ਸਿੰਘ ਵੀ ਨਾਲ ਰਲ ਕੇ ਚੱਲਦਾ ਹੁੰਦਾ ਸੀ, ਜਿਹੜੇ ਵੀ ਸੀਗੇ ਸਾਰੇ ਮੇਨ ਕਰਤੇ ਨਾ। ਲੇਕਿਨ ਉਦੋਂ ਇੱਕ ਗੱਲ ਮੈਂ ਵੀ ਸੁਣਦਾ ਹੁੰਦਾ ਸੀਗਾ, ਅੱਜ ਤੱਕ ਵੀ ਮੈਂ ਸੁਣਦਾ ਰਿਹਾ, ਕਿ ਮੁਸਲਮਾਨ, ਚਲੋ ਸਾਰੇ ਤਾਂ ਨਹੀਂ ਕਹਿੰਦੇ ਹੋਣੇ, ਜਿਹੜੇ ਵੀ ਕਹਿੰਦੇ ਆਪਣੇ ਬੱਚਿਆਂ ਨੂੰ ਕਿ ਤੁਸੀਂ ਜੇ ਦੂਸਰੇ ਧਰਮ ਦੀ ਕੁੜੀ ਨੂੰ ਧਰਮ ਪਰਿਵਰਤਨ ਕਰਾ ਕੇ ਲਿਆਉਂਗੇ ਜਾਂ ਉਹਨਾਂ ਵਿਆਹ ਕਰਾਉਂਗੇ ਤਾਂ ਤੁਸੀਂ ਜਹੰਨਤ ਵਿੱਚ ਜਾਓਗੇ। ਜਹੰਨਤ ਛੱਡ ਕੇ ਮੋਹਨ ਸਿੰਘ ਨਹੀਂ ਦੱਸਦੇ ਹੁੰਦੇ ਸੀ ਵੀ 10,000 ਪਾਉਂਡ ਵੀ ਉਹਨਾਂ ਨੂੰ ਮਿਲਦਾ ਸੀ ਨਾਲ। ਅੱਛਾ, ਹਾਂ, ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ, ਬਾਰੇ ਦੱਸੋ। ਨਹੀਂ, ਮੇਰਾ ਮਤਲਬ ਕਹਿਣ ਜੰਨਤ 'ਚ ਜਾਓਗੇ ਉੱਥੇ ਹੂਰਾਂ ਮਿਲਣਗੀਆਂ ਤੁਹਾਨੂੰ, ਹੂਰਾਂ ਵੀ, ਪੈਸਿਆਂ ਦੇ ਵੀ ਕਈਆਂ ਆਰਗੇਨਾਈਜੇਸ਼ਨਾਂ ਵਿੱਚ ਹੁੰਦਾ ਸੀਗਾ, ਹਨਾ। ਆਪਾਂ ਸੁਣਦੇ ਰਹੇ ਟੈਲੀਵਿਜ਼ਨ। ਪਰ ਗੱਲ ਇਹ ਹੈਗੀ ਵੀ ਸਾਡੀ ਕਮਿਊਨਿਟੀ 'ਚ ਇੰਨੀ ਕਮਜ਼ੋਰੀ ਹੈਗੀ ਆ। ਇੱਕ ਵਾਰੀ ਮੈਨੂੰ ਚੇਤਾ ਹੈ ਵੀ ਦਲ ਸਿਉਣਾ ਤੇ ਕੇਸ ਪੈ ਗਿਆ ਤੇ ਗੁਰਦੁਆਰੇ ਵਾਲੇ ਪਿੱਛੇ ਹਟ ਗਏ, ਉਸ ਕੇਸ ਦੇ ਵਿੱਚ ਮਦਦ ਕਰਨ ਦੀ ਬਜਾਏ ਪਿੱਛੇ ਹਟ ਗਏ। ਹਾਲਾਂਕਿ ਜੇ ਦੂਸਰੀ ਕਮਿਊਨਿਟੀ ਹੁੰਦੀ ਤੇ ਉਹਨਾਂ ਨੇ ਡਟ ਕੇ ਮਦਦ ਕਰਨੀ ਸੀ ਨਾ। ਮੈਨੂੰ ਚੇਤਾ ਆਪਣੇ ਤਾਰੀ ਹੋਣੀ ਬਖਤਾਵਰ ਸਿੰਘ ਕਦੋਲਾ ਸਾਹਿਬ ਹੋਈ, ਇਹਨਾਂ ਸਾਰਿਆਂ ਨੇ ਇਹਨੀ ਆਪਣੇ ਲਈ ਤਾਂ ਕਦੀ ਲੜਾਈਆਂ ਨਹੀਂ ਸੀ ਲੜੀਆਂ। ਲੜਾਈਆਂ ਤਾਂ ਜੇ ਕਿਸੇ ਨਾਲ ਹੈਪਨ ਹੁੰਦਾ ਸੀ ਤਾਂ ਉਹਨਾਂ ਦੀ ਲੜਦੇ ਸੀ ਨਾ। ਜਿਹੜੀ ਤੁਸੀਂ ਗੱਲ ਕੀਤੀ, ਇਹ ਗੱਲ 100% ਸੱਚ ਆ। ਕਿੰਨੇ ਗੁਰਦੁਆਰਾ ਕਮੇਟੀਆਂ ਨੂੰ ਪੁੱਛਿਆ, ਕਿਸੇ ਵੀ ਗੁਰਦੁਆਰੇ ਨੇ ਉਹਨਾਂ ਦੇ ਕੇਸ ਲਈ, ਉਹਨਾਂ ਦੀ ਪੈਰਵਾਈ ਲਈ, ਉਹਨਾਂ ਦੀ ਮਦਦ ਕਰਨ ਦੀ ਹਾਮੀ ਨਹੀਂ ਭਰੀ। ਨਹੀਂ, ਇਹੀ ਤਾਂ ਗੱਲਾਂ ਹੈ। ਜਿਹੜੀ ਗੱਲ ਤਾਂ ਆਪਾਂ ਕਰਦੇ ਆਂ ਵੀ ਜਿਹੜੀ ਸਾਡੀ ਕਮਿਊਨਿਟੀ ਆ ਨਾ, ਇਹ ਜਿੱਥੇ ਤਾਂ ਐਕਸ਼ਨ ਕਰਨਾ ਹੈ ਉੱਥੇ ਸੁੱਤੇ ਰਹਿ ਜਾਂਦੇ ਆ, ਤੇ ਜਿੱਥੇ ਨਹੀਂ ਐਕਸ਼ਨ ਕਰਨਾ ਉੱਥੇ ਪਹਿਲਾਂ ਮੋਰੇ ਹੋ ਕੇ ਭੰਗੜੇ ਪਾਉਣ ਲੱਗ ਜਾਂਦੇ ਆ। ਉਹ ਗੱਲ ਮੇਰਾ ਮਤਲਬ ਇਹ ਸੀਗਾ। ਨਹੀਂ, ਚਲੋ ਕੋਈ ਨਹੀਂ, ਦਰੁਸਤ ਕਰਤਾ, ਦੇਰ ਆਏ ਦਰੁਸਤ ਹੈ। ਤੁਸੀਂ ਐਸੀ ਪ੍ਰੋਗਰਾਮ 'ਚ ਹੀ ਕਰਤਾ ਕਿ ਦੁਬਾਰੇ ਨਹੀਂ ਪ੍ਰੋਗਰਾਮ ਕਰਨਾ। ਲੇਕਿਨ ਬੜਾ ਸਾਹਿਬ, ਗੱਲ ਆਈਏ ਕਿਉਂ ਕਿ ਆਪਾਂ ਜਿਹੜਾ ਮੁੱਦਾ ਗੱਲ ਹੈਗੀ ਆ, ਜੇ ਆਪਾਂ ਕਹੀਏ ਜੀ ਅੱਜ ਇੱਕ ਮੁਸਲਮਾਨ ਨੂੰ ਸਜ਼ਾ ਮਿਲ ਜਵੇ, ਜਿੱਦਾਂ ਬਰਾੜ ਸਾਹਿਬ ਨੇ ਕਿਹਾ ਘੱਟੋ ਘੱਟ ਉਹਨੂੰ 5 ਸਾਲ 10 ਸਾਲ ਸਜ਼ਾ ਮਿਲਣੀ ਚਾਹੀਦੀ ਆ, ਅੱਜ ਇੱਕ ਨੂੰ ਸਜ਼ਾ ਮਿਲ ਵੀ ਜਾਊਗੀ ਤੇ ਜਿਹੜਾ ਕੀ ਗਾਹਾਂ ਇਹ ਕੰਮ ਨਹੀਂ ਹੋਣਗੇ। ਆਪਾਂ ਨੂੰ ਕੀ ਕਰਨਾ ਚਾਹੀਦਾ? ਆਪਣੀ ਕਮਿਊਨਿਟੀ ਨੂੰ, ਆਪਣੀ ਕਮਿਊਨਿਟੀ ਵਿੱਚ ਗੁਰਦੁਆਰਿਆਂ ਨੂੰ ਜਾਂ ਕਮਿਊਨਿਟੀ ਦੇ ਪਾਰਟੀਆਂ ਨੂੰ ਜਾਂ ਕਮਿਊਨਿਟੀ ਵਿੱਚ ਭਾਵੇਂ ਆਪਾਂ ਹੀ ਉਹਦੇ ਸੁਧਾਰਨ ਬਚ ਰਹੇ, ਆਪਣੇ ਘਰ ਤੋਂ ਸ਼ੁਰੂ ਕਰੋ। ਜਿੱਦਾਂ ਬਰਾੜ ਸਾਹਿਬ, ਘਰਾਂ ਦੇ ਵਿੱਚ ਪਰਿਵਾਰਾਂ ਨੂੰ ਕੀ ਕਰਨਾ ਚਾਹੀਦਾ? ਦੇਖੋ, ਫਿਰ ਗੱਲ ਬਿਲਕੁਲ ਉਹੀ ਆ ਗਈ ਆ। ਪਹਿਲਾਂ ਪਰਿਵਾਰਾਂ ਦੇ ਵਿੱਚ ਪੇਰੈਂਟਸ ਨੂੰ ਬੱਚਿਆਂ ਲਈ ਟਾਈਮ ਦੇਣਾ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਉਹਨਾਂ ਨੂੰ ਟਾਈਮ ਦੇਣ, ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ, ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ। ਓਕੇ। ਦੂਸਰੀ ਚੀਜ਼, ਫਿਰ ਜਦੋਂ ਘਰੋਂ ਇੱਥੋਂ ਤੁਰੇ ਆ ਤੇ ਫਿਰ ਆਪਣੇ ਗੁਰਦੁਆਰੇ ਲਿਆ ਕੇ ਉਹਨਾਂ ਨੂੰ, ਮਤਲਬ ਉਹਨਾਂ ਨੂੰ ਆਪਣੀ ਬਾਣੀ ਦੇ ਨਾਲ, ਬਾਣੇ ਦੇ ਨਾਲ ਜੋੜਿਆ ਜਾਵੇ, ਹਨਾ। ਉਸ ਦੇ ਨਾਲ ਕੀ ਹੋਏਗਾ ਕਿ ਜਦੋਂ ਬੰਦਾ ਬਾਣੀ ਨਾਲ ਜੁੜਦਾ ਆ, ਉਹਦੇ ਵਿਚਲੀਆਂ ਸਾਖੀਆਂ ਸੁਣਦਾ ਆ। ਅੱਗੇ ਮਾਵਾਂ ਹੁੰਦੀਆਂ ਸੀ ਸਲਾਣ ਵੇਲੇ ਬੱਚਿਆਂ ਨੂੰ ਲੋਰੀਆਂ ਦਿੰਦੇ ਆ, ਮਤਲਬ ਪੁਰਾਣੀਆਂ ਸਾਖੀਆਂ ਸਿਖਾਉਣਾ ਸੀ, ਗੁਰੂਆਂ ਦੀਆਂ ਸਾਖੀ ਸੁਣਾਉਂਦੇ ਸੀ। ਬਾਤਾਂ ਦਾ ਹੋਰ ਚੀਜ਼ ਹੋ ਜਾਂਦੀ ਸੀ। ਇਹ ਸਾਖੀਆਂ ਸੁਣਾਉਣ ਦੇ ਨਾਲ ਕੀ ਹੁੰਦਾ ਸੀਗੇ, ਉਹਨਾਂ ਨੂੰ ਛੋਟੋ ਕਹਾਣੀਆਂ ਉਹਨਾਂ ਦੇ ਦਿਲਾਂ ਦੇ ਵਿੱਚ ਉਹ ਬਹਿੰਦੀਆਂ ਸੀਗੀਆਂ ਕਿ ਵੀ ਸਾਡੇ ਬੰਦੇ ਇੱਦਾਂ ਦੇ ਸੀ, ਇੰਨੇ ਦਲੇਰ ਸੀਗੇ, ਹਨਾ। ਅੱਛਾ, ਹੁਣ ਜੇ ਆਪਾਂ ਇੱਧਰ ਇਸਲਾਮ ਤੇ ਸਾਈ ਮਜ਼ਹਬ ਦੇਖੀਏ, ਉਹ ਕਹਿੰਦੇ ਜੀ ਬਈ ਸਾਡੇ ਤਾਂ ਇੱਕ ਬੰਦਾ ਸੂਲੀ ਚੜਿਆ ਸੀਗਾ,
ਹਨਾ ਵਰਲਡ 'ਚ ਉਹ ਮੰਨਦੇ ਆ ਵੀ ਤੁਹਾਡੇ ਤਾਂ ਕੱਲਾ ਬੰਦਾ ਸੂਲੀ ਚੜਿਆ ਤੇ ਤੁਸੀਂ ਆਪਣੇ ਮਜ਼ਹਬ ਨੂੰ ਫਿਰ ਵੀ ਨਹੀਂ ਇੰਨਾ ਫੈਲਾ ਸਕੇ ਹੈਗੇ। ਹਾਂਜੀ, ਸੋ ਮਤਲਬ ਪੇਰੈਂਟਸ ਨੂੰ ਪਹਿਲਾਂ ਇਹ ਜ਼ਰੂਰੀ ਹੈਗਾ ਕਿ ਆਪਣੇ ਬੱਚਿਆਂ ਦੀ ਪੈਰਵਾਈ ਕਰਨ, ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਉਹਨਾਂ ਨੂੰ ਇਹ ਹਰ ਤਰ੍ਹਾਂ ਦਾ ਲੈਸਨ ਦੇਣ, ਸਿੱਖੀ ਬਾਰੇ ਵੀ ਦੱਸਣ। ਹਾਂਜੀ, ਕਿਉਂਕਿ ਜਦੋਂ ਸਾਨੂੰ ਸਿੱਖੀ ਬਾਰੇ ਹੀ ਨਹੀਂ ਪਤਾ, ਅਗਲੇ ਕਹਿੰਦੇ ਵੀ ਤੁਹਾਨੂੰ ਸਿੱਖੀ ਬਾਰੇ ਪਤਾ, ਉਹ ਕਹਿੰਦੇ ਨਹੀਂ ਜੀ, ਕਹਿੰਦੇ ਅੱਜ ਤੁਹਾਨੂੰ ਅਸੀਂ ਆਪਣਾ ਮਜ਼ਹਬ 'ਚ ਦੱਸਦੇ ਹਾਂ। ਸੋ ਮਤਲਬ ਜਿਹੜੀ ਗੱਲ ਪਹਿਲਾਂ ਆਪਾਂ ਗੱਲ ਕਰਦੇ ਸੀ, ਗੱਲ ਉਹੀ ਆ ਜਾਂਦੀ ਆ, ਬੱਚਿਆਂ ਨੂੰ ਲਾਲਚ ਸਕੂਲਾਂ 'ਚ ਦਿੱਤਾ ਜਾਂਦਾ। ਬੱਚਿਆਂ ਨੂੰ ਅੱਜ ਕੱਲ੍ਹ ਫੋਨ ਜਿਹੜੇ ਆ, ਫੋਨ ਵੀ ਸਾਡੇ ਲਈ ਬਹੁਤ ਇੱਕ ਭੈੜਾ, ਮਤਲਬ ਬੱਚਿਆਂ ਲਈ। ਸਾਨੂੰ ਤਾਂ ਜਾ ਕੇ ਹੁਣ ਮਿਲੇ ਜੀ ਫੋਨ ਵੀ ਆਹ ਹਨਾ, ਫੋਨ ਹੈ ਨਹੀਂ ਸੀ, ਨਹੀਂ ਨਿਆਣਿਆਂ ਦੁਆਲੇ ਹੋ ਗਿਆ, ਨਹੀਂ ਨਿਆਣਿਆਂ ਦੁਆਲੇ ਤਾਂ ਹੋ ਗਿਆ, ਉਦੋਂ ਫੋਨ ਹੀ ਨਹੀਂ ਸੀ। ਹੁਣ ਜਦੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਕੋਲੇ ਫੋਨ ਆ ਤੇ ਫੋਨ ਦੇ ਵਿੱਚੋਂ ਤੁਸੀਂ ਕੋਈ ਇਦਾਂ ਦੀ ਚੀਜ਼ ਤਾਂ ਹੈ ਨਹੀਂ ਕਿ ਬਈ ਉਹ 'ਚ ਨਹੀਂ ਦੇਖ ਸਕਦੇ, ਹੱਥ ਮਾਰਦੇ ਕੁਝ ਵੀ ਨਿਕਲਦਾ ਆ। ਸੋ ਮਤਲਬ ਬੱਚਿਆਂ ਦੇ ਲਈ ਜਿਹੜਾ ਫੋਨ ਵੀ ਸਕੂਲਾਂ ਦੇ ਵਿੱਚ ਵੀ ਦਿੱਤਾ ਜਾਂਦਾ, ਉਹ ਵੀ ਇੱਕ ਝੂਠ ਬੋਲਣ ਦਾ ਜ਼ਰੀਆ ਤੇ ਇਹ ਇੱਕ ਗਲਤ ਰਾਹ ਤੇ ਚੱਲਣ ਦਾ ਇੱਕ ਜ਼ਰੀਆ ਆ। ਹਾਂਜੀ, ਮਤਲਬ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੋਟੇ ਬੱਚਿਆਂ ਨੇ ਕਰਕੇ ਜਿਹੜਾ ਬੱਚਾ ਹੁੰਦਾ ਉਹ ਸ਼ੈਤਾਨ ਦਾ ਘਰ ਹੁੰਦਾ। ਬਿਲਕੁਲ, ਜਿੱਧਰ ਨੂੰ ਮਰਜੀ ਦਿਮਾਗ ਉਹਦਾ ਲੜਾ ਲਓ। ਉਹਨੇ ਟੈਲੀਫੋਨ ਵਿੱਚ ਇਹਦੇ ਫਾਇਦੇ ਬਹੁਤ ਆ, ਫਾਇਦਿਆਂ ਨਾਲੋਂ ਡਬਲ ਇਹਦੇ ਨੁਕਸਾਨ ਵੀ ਜ਼ਿਆਦਾ ਹੈ। ਹਾਂਜੀ, ਹੁਣ ਤੁਸੀਂ ਤੇ ਮੈਂ ਹੋਰ ਗੱਲ ਦੱਸਦਾ ਜਾਵਾਂ ਕਿ ਕਈ ਵਾਰੀ ਗੁਰਦੁਆਰੇ 'ਚ ਵਿਚਰਦੇ ਦੇਖਦੇ ਆ, ਕਿਤੇ ਫਿਊਨਰਲ ਤੇ ਗਏ, ਕਿਤੇ ਅਖੰਡ ਪਾਠ ਤੇ ਗਏ ਆ, ਜੇ ਕੋਈ ਉਹਨਾਂ ਦੇ ਬੱਚੇ ਵੀ ਆਏ ਹੋ ਨਾ ਜੀ, ਉਹਨਾਂ ਨੂੰ ਬਿਠਾਲਣ ਲਈ ਇਕੱਲੇ ਬੱਚੇ ਕੋਲ ਗੇਮਸ ਆ ਜਾਂ ਫਿਰ ਟੈਲੀਫੋਨ ਦਿੱਤੇ ਹੋ। ਉਹ ਬੜੇ ਬੱਚੇ ਵੀ, ਮੇਰੇ ਕਹਿੰਦੇ ਕੋਈ 12 ਤੋਂ ਲੈ ਕੇ 18 ਸਾਲ ਦੇ ਬੱਚੇ ਤੱਕ ਵੀ, ਜਿਨ੍ਹਾਂ ਨੂੰ ਨਾ ਪਤਾ ਕੀਰਤਨ ਦਾ, ਨਾ ਪਤਾ ਉਹਨਾਂ ਨੇ ਉੱਪਰ ਨੂੰ ਦੇਖਿਆ, ਨਾ ਉਹਨਾਂ ਨੂੰ ਪਤਾ ਕਿ ਨਾਲ ਕੋਲੋਂ ਕੌਣ ਲੰਘ ਕੇ ਗਿਆ, ਉਹਨਾਂ ਨੇ ਬਸ ਉਹ ਗੇਮ 'ਚ ਖੇਲਣ 'ਚ ਧਿਆਨ ਆ। ਤੇ ਪੇਰੈਂਟਸ ਨੂੰ ਇਹ ਹੁੰਦਾ ਕਿ ਵੀ ਬੱਚੇ ਬੈਠੇ ਆ ਗੁਰਦੁਆਰੇ, ਚੁੱਪ ਕਰਕੇ ਬੈਠੇ ਆ ਵੀ ਨਹੀਂ ਦਾ। ਸੋ ਮਤਲਬ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹ ਸਾਨੂੰ ਰੋਕਣ ਲਈ ਪੇਰੈਂਟਸ ਨੂੰ ਮਤਲਬ ਪਾਰਟ ਪਲੇ ਪ੍ਰੋਪਰ ਕਰਨਾ ਚਾਹੀਦਾ। ਉਸ ਤੋਂ ਬਾਅਦ ਉਹਨਾਂ ਦੀ ਪੈਰਵਾਈ ਕਰਕੇ ਸਕੂਲਾਂ 'ਚ ਦੇਖਣ ਟਾਈਮ ਸਿਰ। ਇੱਦਾਂ ਵੀ ਨਾ ਹੋਵੇ ਕਿ ਬਈ ਉਹਨਾਂ ਦੇ ਤੁਸੀਂ ਟਾਈਮ ਸਿਰ ਜਾਓ ਤਾਂ ਬੱਚੇ ਸਾਰਾ ਦਿਨ ਵੋਲੰਟੀਅਰ ਟਾਊਨ 'ਚ ਘੁੰਮ ਕੇ ਆ ਕੇ ਸਕੂਲ 'ਚ ਆ ਜਾਣ ਤੇ 5 ਵਜੇ ਜਾ ਕੇ ਪਹਿਲਾਂ ਸਾਡੇ ਮਾਂ ਪਿਓ ਨੇ 7 ਵਜੇ ਘਰ ਹੋਣਾ, 6:30 ਨਿਆਣੇ ਘਰ ਆ ਕੇ। ਬਰਾੜ ਸਾਹਿਬ ਜੇ ਗੱਲ ਕੀਤੀ ਜਾਵੇ, ਕਿਉਂਕਿ ਜਿੱਦਾਂ ਬਾੜਾ ਸਾਹਿਬ ਦੇ ਵਿਚਾਰੇ ਨੇ ਕਹਿਤਾ ਵੀ ਫੋਨ ਹੀ ਨਹੀਂ ਹੋਣੇ ਚਾਹੀਦੇ ਨਿਆਣਿਆਂ ਕੋਲ, ਚਲੋ ਚੰਗੀ ਗੱਲ ਹੈ, ਨਹੀਂ ਹੋਣੇ ਚਾਹੀਦੇ, ਪੈਸੇ ਬਚਦੇ ਘਰਦਿਆਂ ਦੇ। ਲੇਕਿਨ ਜੇ ਆਪਾਂ ਗੱਲ ਕੀਤੀ ਜਾਵੇ ਜਿਹੜਾ ਆਹ ਮਸਲਾ ਹੋਇਆ, ਜਿੱਦਾਂ ਤੁਸੀਂ ਪਹਿਲਾਂ ਵਿੱਚ ਜ਼ਿਕਰ ਕੀਤਾ ਇਸ ਮਸਲੇ ਤੇ, ਮੈਂ ਉਹੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਆਪਣੀ ਕੌਮ ਦੀ ਇੱਕ ਤਰਸਦੀ ਰਹੀ ਆ ਪਹਿਲੇ ਦਿਨ ਤੋਂ ਹੀ, ਚਾਹੇ ਆਹ ਮਸਲਾ ਹੋ ਗਿਆ, ਚਾਹੇ ਕੋਈ ਵੱਡੇ ਤੋਂ ਵੱਡੀ ਗੱਲ ਆਪਣੇ ਸਿੱਖ ਕੌਮ ਨਾਲ ਘਟਨਾ ਵਾਪਰ ਗਈ, ਆਪਾਂ ਉਹਦੀ ਮਹੀਨਾ ਕੁ ਬੜੇ ਰੋਲੀ ਪਾਉਂਦੇ ਆ। ਮਹੀਨੇ ਕੁ ਬਾਅਦ ਆਪਾਂ ਫਿਰ ਚੁੱਪ ਕਰ ਜਾਂਦੇ। ਜੇ ਕੋਈ ਪੁੱਛਦਾ ਉਹ ਕਿੱਦਾਂ ਹੋਇਆ ਸੀ, ਉਹ ਯਾਰ ਉਹ ਕੀ ਹੋਣਾ ਸੀ, ਠੀਕ ਹੋ ਗਿਆ, ਹਨਾ। ਕਿਸੇ ਨੂੰ ਕਦੀ ਕਿਸੇ ਨੇ ਉਹਦੇ ਰਿਜ਼ਲਟ ਬਾਰੇ ਨਹੀਂ ਜਾਣਿਆ, ਕਦੀ ਕਿਸੇ ਨੇ ਕੁਝ ਨਹੀਂ ਕੀਤਾ। ਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਮ ਆਪਾਂ ਨੂੰ ਜੋ ਦੇਖ ਰਿਹਾ ਹੁਣ? ਹਾਂਜੀ, ਮੈਂ ਇੱਕ ਪੁਆਇੰਟ ਇਹਨਾਂ ਦੇ ਨਾਲ ਐਡ ਕਰਨਾ ਜ਼ਰੂਰੀ ਸਮਝਦਾ। ਜਿਹੜਾ ਇਹਨਾਂ ਨੇ ਘਰ ਦੀ ਵੀ ਗੱਲ ਕਰ ਦਿੱਤੀ ਆ, ਗੁਰਦੁਆਰਿਆਂ ਦੀ ਵੀ ਗੱਲ ਕਰ ਦਿੱਤੀ ਆ, ਸਕੂਲਾਂ ਦੀ, ਪਰ ਜਿਹੜੀ ਸਕੂਲਾਂ ਵਾਲੀ ਗੱਲ ਆ ਨਾ, ਉਹਦੇ 'ਚ ਸਾਡੀ ਗਵਰਨਰ ਜਿਹੜੇ ਹੋਣੇ ਚਾਹੀਦੇ ਆ, ਉਹ ਜ਼ਰੂਰੀ ਚ ਹੈਗੇ ਆ, ਉਹ ਬਹੁਤ ਜ਼ਰੂਰੀ ਆ। ਬਿਲਕੁਲ, ਕਿਉਂਕਿ ਉੱਥੇ ਜਿਹੜੀ ਪੇਰੈਂਟਸ ਮੀਟਿੰਗ ਹੁੰਦੀ ਆ ਨਾ ਟੀਚਰਾਂ ਦੇ ਨਾਲ, ਉਹਦੇ ਵਿੱਚ ਕਈ ਮਸਲੇ ਤੁਸੀਂ ਉਠਾ ਸਕਦੇ ਆ। ਕਿਉਂਕਿ ਮੈਂ 3 ਸਾਲ ਐਜੂਕੇਸ਼ਨ ਅਫੀਸਰ ਦੀ ਜੌਬ ਕੀਤੀ ਹੈਗੀ ਆ, ਤੇ ਉਦੋਂ ਮੇਰਾ ਇਹਦਾ ਇੱਕ ਗਵਰਨਰ ਬਣਾਉਣਾ ਵੀ ਬਹੁਤ, ਤੇ ਇੱਕ ਡਿਊਟੀ ਸੀਗੀ। ਪਰ ਲੋਕ ਆ ਨਹੀਂ ਰਹੇ ਇਸ ਪਾਸੇ। ਹਾਂਜੀ, ਮੈਂ ਖੁਦ ਵੀ ਗਵਰਨਰ ਰਿਹਾ ਆਪਣੇ ਸਕੂਲ ਦੇ ਵਿੱਚ, ਹਾਂਜੀ। ਪਰ ਜਿਹੜੇ ਮਸਲੇ ਉੱਥੇ ਤੁਸੀਂ ਉਠਾ ਸਕਦੇ ਹੋ ਨਾ, ਉਹ ਪੋਲੀਟੀਕਲ ਪਾਰਟੀਆਂ ਨਾਲੋਂ ਵੀ ਵਧੀਆ ਬੈਨੀਫਿਟ ਹੋ ਸਕਦੇ, ਨਾਲੇ ਨਿਆਣਿਆਂ ਤੋਂ ਸਿੱਧਾ ਅਸਰ ਹੁੰਦਾ। ਹਾਂ ਹਾਂਜੀ, ਉਹ ਕਿਉਂਕਿ ਟੀਚਰ ਦੇ ਉੱਥੇ ਰੂਲਸ ਐਂਡ ਰੈਗੂਲੇਸ਼ਨ ਬਣ ਜਾਣਗੇ ਸਕੂਲ ਦੇ ਵਿੱਚ, ਹਨਾ। ਤੇ ਜਦੋਂ ਉੱਥੇ ਡਿਸਕ੍ਰਿਮੀਨੇਸ਼ਨ ਹੋਣੋਂ ਹਟ ਜਾਊਗਾ ਤੇ ਫਿਰ ਬੱਚੇ ਸਮਝ ਜਾਂਦੇ, ਕਿਉਂਕਿ ਉਹੀ ਏਜ ਹੁੰਦੀ ਆ ਮੋਲਡ ਕਰਨ ਦੀ। ਬਿਲਕੁਲ। ਅੱਛਾ, ਦੂਸਰਾ ਤੁਹਾਡਾ ਸਵਾਲ ਮੈਨੂੰ ਮਾੜਾ ਜਿਹਾ ਦੱਸਿਓ ਕਿਹੜਾ ਦੁਬਾਰੇ ਫੇਰ। ਮੈਂ ਪੁੱਛਿਆ ਸੀ। ਹਾਂ, ਹੁਣ ਮੈਨੂੰ ਆ ਗਈ ਚੇਤੇ ਗੱਲ। ਹਾਂਜੀ, ਸਿਆਣੇ ਹੋ ਗਏ, ਥੋੜਾ ਚੇਤਾ ਭੁੱਲ ਜਾਂਦਾ, ਪਤਾ ਹੀ ਆ ਤਾਂ ਦੱਸਣ ਦੀ ਲੋੜ ਆ। ਤੇ ਜਿਹੜਾ ਥੋੜੇ ਸਮੇਂ ਦੀ ਨਾ ਗੱਲ ਆ, ਉਹਦਾ ਕੋਈ ਅਸਰ ਨਹੀਂ ਹੁੰਦਾ। ਬਿਲਕੁਲ, ਹਨਾ। ਉਹਨੂੰ ਜਿਹੜਾ ਕੋਈ ਤੁਸੀਂ ਕਿਸੇ ਵੀ ਕੇਸ ਨੂੰ ਹੱਥ ਪਾਉਨੇ ਆ ਨਾ, ਉਹਦੀ ਜੜ ਤਾਂ ਹੀ ਜਾਓ, ਉਹਦਾ ਹੱਲ ਲੱਭੋ। ਬਿਲਕੁਲ, ਫੇਰ ਹੀ ਫੈਸਲਾ ਫਾਇਦਾ ਹੁੰਦਾ ਹੈ, ਹਨਾ। ਹੁਣ ਇਹ ਜਿਹੜਾ ਕੇਸ ਆ ਚੱਕਿਆ ਹੈ ਇਹਨਾਂ ਨੇ, ਇਹਨੂੰ ਘੱਟੋ ਘੱਟ UN ਤਾਈਂ ਲਿਜਾ ਕੇ ਤੇ ਇਹਦੀ ਪੈਰਵਾਈ ਪੂਰੀ ਹੋਣੀ ਚਾਹੀਦੀ ਆ। ਔਰ ਇਹ ਸਾਡੀ ਇੰਡੀਆ ਸਰਕਾਰ ਦੀ, ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ, ਪਹਿਲੇ ਜ਼ਿੰਮੇਵਾਰੀ ਆ, ਮੋਰਲ ਜ਼ਿੰਮੇਵਾਰੀ ਆ, ਹਨਾ।
ਤੇ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੂੰ ਵੱਧ ਤੋਂ ਵੱਧ ਇਸ ਨੂੰ ਸਪੋਰਟ ਕਰਨਾ ਚਾਹੀਦਾ ਬਿਲਕੁਲ ਹੈ ਨਾ। ਸਟੇਟ ਸਰਕਾਰ ਤੇ ਸੈਂਟਰਲ ਸਰਕਾਰ ਦਾ ਇਹ ਜ਼ਿੰਮੇਵਾਰੀ ਹੈਗੀ ਤਾਂ ਕਿ ਜਿਹੜਾ ਇਹੋ ਜਿਹਾ ਸ਼ਖਸ ਆ ਉਹਦੇ ਨਾਲ ਜਦੋਂ ਉਹਨੂੰ ਸਜ਼ਾ ਮਿਲੂਗੀ ਉਹਨਾਂ ਨੂੰ ਪਤਾ ਲੱਗੂ ਕਿ ਇਹ ਕੌਮ ਨੇ ਜਾਂ ਇਹਨਾਂ ਦੇ ਪਿੱਛੇ ਬੈਠੀਆਂ ਸਰਕਾਰਾਂ ਨੇ, ਇਹਨਾਂ ਦੇ ਆਪਦੇ ਮੁਲਕ ਨੇ ਇਹਨਾਂ ਦੀ ਪੂਰੀ ਮਦਦ ਕੀਤੀ ਆ, ਤੇ ਹੋਰ ਵੀ ਲੋਕੀ 100 ਵਾਰੀ ਸੋਚਣਗੇ ਕਿ ਅਸੀਂ ਇਹੋ ਜਿਹੇ ਪੰਗੇ ਨਾ ਲਈਏ। ਤੇ ਦੂਸਰੇ ਪਾਸੇ ਮੈਂ ਇਹ ਵੀ ਬੇਨਤੀ ਕਰ ਦੇਣਾ ਚਾਹੁੰਦਾ ਕਿ ਜਿੰਨੇ ਵੀ ਬਾਹਰ ਬੈਠੇ ਸਿੱਖ ਹੈਗੇ ਆ ਬਾਹਰਲੇ ਮੁਲਕਾਂ 'ਚ, ਉਹਨਾਂ ਦੀਆਂ ਜਿੰਨੀਆਂ ਵੀ ਸੰਸਥਾਵਾਂ ਹੈ ਉਹਨਾਂ ਨੂੰ ਵੀ ਆਪਣੇ ਵੱਲੋਂ ਰੈਜ਼ੋਲੂਸ਼ਨ ਪਾਸ ਕਰਕੇ ਇਹ ਉਹਨਾਂ ਦੀ ਮਦਦ ਲਈ, ਉਸ ਸਪੋਰਟ ਲਈ ਭੇਜਣੇ ਚਾਹੀਦੇ ਆ, ਤਾਂ ਕਿ ਅੱਜ ਇਹ ਜੇ ਅੱਗੇ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ, ਅੱਜ ਨਨਕਾਣਾ ਸਾਹਿਬ ਤੇ ਅਟੈਕ ਮੁੜ ਕੇ ਨਾ ਹੋਵੇ ਸਾਡੇ। ਬਿਲਕੁਲ, ਆਪਾਂ ਨੂੰ ਇਹ ਨਾ ਹੋਵੇ ਕਿਉਂਕਿ ਵੀ ਸਾਤੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਤੇ ਆਪਣੇ ਕੋਲੋਂ ਵਾਕਿਆ ਹੀ ਖੋਹ ਕੇ ਲੈ ਜਾਣ ਉਹ। ਅੱਜ ਤੱਕ ਜਿੱਦਾਂ ਬਾੜਾ ਸਾਹਿਬ ਨੇ ਕਿਹਾ 70 ਸਾਲ ਤੋਂ 72 ਸਾਲ ਹੋ ਗਿਆ ਮੁਲਕਾਂ ਦੀ ਵੰਡ ਹੋਈ ਨੂੰ, ਲੇਕਿਨ ਅੱਜ ਤੱਕ ਇਹ ਨਹੀਂ ਕਿ ਮੈਂ ਕਹਿੰਦਾ ਵੀ ਬਿਲਕੁਲ ਗੁਰਦੁਆਰੇ ਜਾਂ ਮੰਦਿਰ ਉਹ ਨਹੀਂ ਢਾਈ। ਨਹੀਂ, ਮੈਂ ਉੱਥੇ ਦਰਸ਼ਨ ਕਰਕੇ ਆਇਆ ਰਾਈਟ, ਪਰ ਉਹਨਾਂ ਨੇ ਸਾਰੇ ਗੁਰਦੁਆਰੇ ਬੜੇ ਵਧੀਆ ਪ੍ਰੀਜ਼ਰਵ ਕੀਤੇ ਹੋਏ ਹੈਗੇ। ਬਿਲਕੁਲ ਬਿਲਕੁਲ ਬਿਲਕੁਲ। ਔਰ ਉੱਥੇ ਜਿਹੜੇ ਸਿੱਖਾਂ ਦੀ ਬੜੀ ਆ ਉਹ ਭਗਤ ਕਰਦੀ ਹੈ ਜਿਹੜੀ ਆਮ ਜਨਤਾ ਹੈ। ਇਹ ਜਿਹੜੇ ਹੁੱਲੜਬਾਜ਼ ਲੋਕ ਹੁੰਦੇ ਆ ਹਰ ਇੱਕ ਕੌਮ ਦੇ ਵਿੱਚ ਹੁੰਦੇ ਆ। ਪਰ ਪੁਆਇੰਟ ਬਰਾੜ ਸਾਹਿਬ ਇਹ ਹੈ ਨਾ ਜੀ ਕਿ ਅੱਜ ਇਹ 150 ਬੰਦਾ ਲੈ ਕੇ ਹੁੱਲੜਬਾਜ਼ੀ ਕਰਦਾ, ਮਤਲਬ ਜਿਹੜਾ ਕਮਾਨ ਚੋਂ ਇੱਕ ਵਾਰੀ ਤੀਰ ਨਿਕਲ ਗਿਆ, ਜਵਾਨ ਚੋਂ ਇੱਕ ਵਾਰੀ ਲਫ਼ਜ਼ ਨਿਕਲ ਗਿਆ, ਉਹ ਮੁਰਖੇ ਤਾਂ ਨਹੀਂ ਆਣਾ। ਹੁਣ ਮੇਰੇ ਕਹਿਣ ਦਾ ਮਤਲਬ ਵੀ ਇਹਨੂੰ ਰੈਸਟ ਕਰ ਲਿਆ ਆ, ਰੈਸਟ ਕਰ, ਹਾਂਜੀ ਰੈਸਟ ਕਰ ਲਿਆ, ਰੈਸਟ ਕਰਕੇ ਕਿਤੇ ਕੋਰਟ ਜਾਂ ਉੱਦਾਂ ਬੰਦੇ ਬਾਕੀ ਸਾਡੇ ਵੀ ਮੋਰੇ ਬੰਦੇ ਇਹ ਕਹਿ ਦੇਣ ਜੀ ਹੁਣ ਮਾਫੀ ਮੰਗ ਲਈ ਚਲੋ ਛੱਡ ਦਿੰਦੇ ਆ। ਮੈਂ ਤਾਂ ਇਹ ਕਹਿੰਦਾ ਕਿ ਜਿੱਦਾਂ ਤੁਸੀਂ ਕਿਹਾ 5-7 ਸਾਲ, ਮੈਂ ਤਾਂ ਕਹਿੰਦਾ ਕਿ ਇੱਦਾਂ ਬੰਦੇ ਨੂੰ ਓਵਰ ਕੈਦ ਹੋਵੇ ਜਿਹਨਾਂ ਫਿਰ ਪਤਾ ਲੱਗਦਾ ਕਿ ਦੂਸਰਾ ਕਰਨ ਵਾਲੇ ਨੂੰ ਕੱਲ ਨੂੰ ਹੋਰ ਕੋਈ ਕਿਸੇ ਡਿਫਰੈਂਟ ਮੁੱਦੇ ਤੇ 150 ਬੰਦੇ ਲੈ ਕੇ ਨਾਅਰੇਬਾਜ਼ੀ ਕਰ ਦੂਗੇ ਤਾਂ ਫਿਰ ਕੀ ਹੋ ਜਾਏਗਾ। ਮੈਂ ਇੱਕ ਮੁਸਲਮਾਨ ਆਪਣੇ ਇਸਲਾਮਿਕ ਕੰਟਰੀ ਦੀ ਵੀਡੀਓ ਦੇਖੀ ਸੀਗੀ, ਕਿਸੇ ਲੜਕੀ ਦਾ ਰੇਪ ਕੀਤਾ, ਉਹਨਾਂ ਨੇ ਸਾਰਿਆਂ ਦੇ ਸੱਤਾਂ ਦੇ ਸਿਰ ਲਾਏ ਆ। ਬਿਲਕੁਲ, ਮੁੜ ਕੇ ਕਰੇਗਾ ਨਹੀਂ ਕੋਈ, ਮੁੜ ਕੇ ਕੋਈ ਨਾਲ ਦੇਖ ਕੇ ਕਰੂ ਨਹੀਂ। ਹਾਂ ਕਰੂਗਾ ਨਹੀਂ। ਲੇਕਿਨ ਬਰਾੜ ਸਾਹਿਬ ਜੇ ਆਪਾਂ ਗੱਲ ਕੀਤੀ, ਆਪਾਂ ਇੱਥੇ ਦੀ ਗੱਲ ਕਰ ਲਈਏ, ਜਿਹੜਾ ਵਾਕਿਆ ਹੋਇਆ, ਕੀ ਸਿੱਖਾਂ ਦੀ ਕਿਸੇ ਜਥੇਬੰਦੀ ਨੇ ਜਾਂ ਸਿੱਖ ਗੁਰਦੁਆਰਿਆਂ ਵੱਲੋਂ ਪਾਕਿਸਤਾਨ ਦੀ ਵੈਸੀ ਦੇ ਬਾਹਰ ਕੋਈ ਮੁਜ਼ਾਹਰਾ ਹੋਇਆ ਕਿ ਨਹੀਂ ਹੋਇਆ? ਨਹੀਂ, ਗੱਲ ਮੁਜ਼ਾਹਰਿਆਂ ਨਾਲ ਨਹੀਂ ਬਣਨੀਗੀ। ਨਹੀਂ, ਗੱਲ ਤਾਂ ਸਪੋਰਟ, ਮੈਂ ਗੱਲ ਬਣਦੀ ਨਹੀਂ ਗੱਲ ਕੀਤੀ, ਮੈਂ ਇਹ ਨਹੀਂ ਕਿਹਾ ਗੱਲ ਬਣਦੀ ਜਾਂ ਨਹੀਂ ਬਣਦੀ, ਮੈਂ ਤਾਂ ਪੁੱਛਿਆ ਮੁਜ਼ਾਹਰਾ ਹੋਇਆ ਕਿ ਨਹੀਂ ਹੋਇਆ। ਬਈ ਆਪਾਂ ਤਾਂ ਕੋਈ ਜਿਹੜਾ ਮੁਜ਼ਾਹਰਾ ਹੁੰਦਾ ਉਹ ਇੱਥੇ ਆ ਜਾਣਾ ਸੀਗਾ ਤੇ ਚੈਨਲ ਦੇ ਥਰੂ ਪਹਿਲਾਂ ਹੀ ਪਤਾ ਲੱਗ ਜਾਂਦਾ, ਆਪਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ। ਪਰ ਗੱਲ ਇੱਥੇ ਆ ਕਿ ਆਪਾਂ ਜਾਣੇ ਆ ਉੱਥੇ ਲੰਗਰ ਛਕ ਕੇ ਆ ਜਾਂਦੇ, ਉਹਦੇ ਨਾਲ ਨਹੀਂ ਗੱਲ ਬਣਦੀ। ਗੱਲ ਜਿਹੜੀ ਪ੍ਰੈਕਟੀਕਲ ਆ, ਜਿਹਦਾ ਮੈਂ ਵੀ ਕਿਹਾ, ਬਾੜਾ ਸਾਹਿਬ ਨੇ ਵੀ ਕਿਹਾ ਹੈ, ਬਈ ਪ੍ਰੈਕਟੀਕਲੀ ਉਸ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ ਜਿਹੜੇ 6-7 ਦਾ ਸਿਰ ਕਤਲ ਕੀਤਾ ਗਿਆ। ਤੇ ਜੇ ਇਸਲਾਮਿਕ ਰੂਲ ਹੀ ਚਾਹੁੰਦੇ ਆ ਤਾਂ ਇਸੇ ਤਰ੍ਹਾਂ ਹੀ ਉਸ ਉਹਨਾਂ ਨੂੰ ਆਪਣਾ ਇਸਲਾਮਿਕ ਰੂਲ ਉੱਥੇ ਵੀ ਅਪਲਾਈ ਕਰਨਾ ਚਾਹੀਦਾ ਜੇ ਉਹਨਾਂ ਦਾ ਬੱਚਾ ਕਿਸੇ ਦੀ ਧੀ ਭੈਣ ਨੂੰ ਰੇਪ ਕਰਦਾ। ਬਿਲਕੁਲ। ਲੇਕਿਨ ਬਾੜਾ ਸਾਹਿਬ, ਚਲੋ ਬਰਾੜ ਸਾਹਿਬ ਨੇ ਵੀ ਆਪਣੇ ਜਿਹੜੀ ਦਿਲ ਦੀ ਗੱਲ ਐਂਡ ਤੇ ਕੀਤੀ ਆਣ ਕੇ, ਲੇਕਿਨ ਜੇ ਆਪਾਂ ਗੱਲ ਕਰਦੇ ਹਾਂ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ, ਮੈਂ ਹੁਣ ਵੀ ਕਹਿੰਦਾ ਕਿ ਹਰ ਧਰਮ ਦੇ ਵਿੱਚ ਕੁਛ ਬੰਦੇ ਮਾੜੇ ਹੁੰਦੇ ਆ, ਕੁਛ ਜਿੱਦਾਂ ਅੰਸ਼ ਕਹਿ ਲਓ, ਕੁਛ ਪ੍ਰਾਣੀ ਜਿਹੜੇ ਹੁੰਦੇ ਉਹ ਮਾੜੇ ਹੁੰਦੇ। ਸਾਰਾ ਧਰਮ ਨਹੀਂ ਮਾੜਾ ਹੁੰਦਾ, ਹਰ ਧਰਮ ਦੇ ਵਿੱਚ ਚੰਗਿਆਈਆਂ ਬੜੀਆਂ, ਤੇ ਹਰ ਧਰਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਾਂ ਘਿਆਰੀ ਜਿੱਦਾਂ ਆਪਾਂ ਕਹਿ ਰਹੀਏ ਹੁੰਦੀ ਧਰਮ ਦੇ। ਹਾਂਜੀ ਹਾਂ ਬਿਲਕੁਲ। ਧਰਮ ਦੇ ਵਿੱਚ ਜਿਹੜੇ ਲੋਕੀ ਵਿਚਰਦੇ ਆ, ਲੋਕਾਂ ਨੇ ਬਣਾਏ ਨਾ। ਹਾਂਜੀ ਹਾਂਜੀ। ਪਰਮਾਤਮਾ ਨੇ ਤਾਂ ਇੱਕੋ ਹੀ ਬਣਾਇਆ ਸੀ ਨਾ, ਇੱਥੇ ਧਰਮ ਤਾਂ ਲੋਕਾਂ ਨੇ ਆਣ ਕੇ ਬਣਾਏ ਆ, ਆਪਣੇ ਵਰਗੇ ਨੇ ਬਣਾਏ ਆ। ਜੇ ਹੁਣ ਆਪਾਂ ਹੀ ਚਲੋ ਸਿੱਖ ਕੌਮ ਦੀ ਗੱਲ ਕਰਦੇ ਆ, ਜਿੱਥੇ ਆਪਾਂ ਗਏ ਆ, ਆਪਾਂ ਇੱਕ ਗੁਰਦੁਆਰੇ ਦੀ, ਚਲੋ ਆਪਾਂ ਨੂੰ ਸਾਰੀ ਦੁਨੀਆ ਹੀ ਦੇਖਿਆ ਜਾ ਰਿਹਾ, ਆਪਾਂ ਇੱਕ ਗੁਰਦੁਆਰਾ ਕਮੇਟੀ ਬਣਾਉਣ ਤੋਂ ਤਾਂ ਲੜ ਪੈਂਦੇ ਆ। ਬਿਲਕੁਲ ਬਿਲਕੁਲ। ਜਦੋਂ ਆਪਾਂ ਗੱਲ ਕਰਦੇ ਆ ਕਿ ਜੀ ਸਾਡੇ ਨਾਲ ਆਹ ਹੋ ਰਿਹਾ ਤੇ ਅਸੀਂ ਇਦਾਂ ਕਰਨੀ ਆ, ਤੇ ਉਦੋਂ ਆਪਾਂ ਨੂੰ ਕਿੰਨਾ ਦੁੱਖ ਲੱਗਦਾ ਕਿ ਆਪਾਂ ਇੱਕ ਕੇਸ ਲਈ ਇਕੱਠੇ ਨਹੀਂ ਹੋ ਰਹੇ, ਕੇਸ ਲਈ ਫੰਡ ਨਹੀਂ ਦੇ ਰਹੇ। ਜੇ ਇਹੀ ਮੰਨ ਲਓ ਕਿਸੇ ਹੋਰ ਦੀ ਮਦਦ ਕਰਨੀ, ਹੋਰ ਧਰਮ ਦੇ ਵਿੱਚ ਕੋਈ ਹੁੰਦਾ, ਤੇ ਆਪਾਂ ਸਿੱਖਾਂ ਨੇ ਕਹਿਣਾ ਜੀ ਜਿੰਨਾ ਖਰਚਾ ਆਊਗਾ ਮੈਂ ਕਰੂੰਗਾ, ਜੋ ਇੱਦੇ ਹੋਊਗਾ ਮੈਂ ਕਰੂੰਗਾ। ਲੇਕਿਨ ਇੱਥੇ ਹਜੇ ਤੱਕ ਕਿਸੇ ਨੇ ਕੁਝ ਨਹੀਂ ਕੀਤਾ। ਮੈਂ ਨਹੀਂ ਕਹਿੰਦਾ ਵੀ ਹਾਂ ਖਰਚਾ ਵੀ ਉਹਨਾਂ ਕੋਲ ਪੈਸੇ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਅਸੀਂ ਸਾਰਾ ਖਰਚਾ ਕਰਾਂਗੇ, ਅਸੀਂ ਕੇਸ ਕਰਾਂਗੇ, 4 ਮੈਂਬਰੀ ਉਹਦੀ ਕਮੇਟੀ ਬਣ ਕੇ ਉਧਰ ਜਾ ਰਹੇ ਨੇ। ਹਾਂਜੀ। ਲੇਕਿਨ ਤੁਸੀਂ ਕੀ ਬਾਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਹੁਣ ਆਪ ਜੀ ਨੇ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਜਿਹੜੀ ਇਹ ਹੈਪਨ ਹੋਇਆ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੋਇਆ, ਹਨਾ। ਪਰ ਹੁਣ ਚੀਜ਼ ਇਹ ਹੈ ਨਾ ਜੀ ਕਿ ਬਈ ਕੁਝ ਇਸਲਾਮ ਦੇ ਵਿੱਚੋਂ ਬੰਦਿਆਂ ਨੂੰ ਬਾਈ ਫੋਰਸ ਮੈਰਿਜ, ਬਾਈ ਫੋਰਸ ਧਰਮ ਬਦਲਣ ਦੀ ਗੱਲ ਹੋ ਰਹੀ ਹੁੰਦੀ ਹੈ, ਹਨਾ। ਜਾਨੀ ਮੇਰੇ ਕਹਿੰਦੇ ਕੋਈ
ਇਹ ਜਿਹੜੀ ਚੀਜ਼ ਆ ਨਾ ਜੀ, ਇਹ ਖਾਸ ਕਰਕੇ ਮੈਂ ਤਾਂ ਆਪਣੇ ਸਿੱਖਾਂ ਨੂੰ ਕਹਾਂਗਾ, ਸਿੱਖਾਂ ਦੇ ਵਿੱਚ ਤਾਂ ਆਪਣੇ ਘਰ ਦੇ ਵਿੱਚ ਪਰਿਵਾਰ ਨੂੰ ਨਹੀਂ ਅਸੀਂ ਕਿਸੇ ਮੈਂਬਰ ਨੂੰ ਪ੍ਰੋਪਰ ਕਹਿ ਸਕਦੇ ਵੀ ਅੰਮ੍ਰਿਤ ਛਕ ਕੇ ਰੈਡੀ ਹੋਵੇ ਸਿੱਖ ਬਣ ਜਾਣਾ ਸਿੱਖ ਦੀ, ਮਤਲਬ ਕਹਿਣ ਦਾ ਕੋਈ ਧਰਮ ਤੇ ਗੁਰੂ ਮਹਾਰਾਜ ਦੇ ਟਾਈਮ 'ਚ ਵੀ ਕਿਸੇ ਨੂੰ ਫੋਰਸ ਨਾਲ ਨਹੀਂ ਸੀ ਗਿਆ, ਹਾਂਜੀ, ਪਰ ਲੇਕਿਨ ਇਹਨਾਂ ਵੱਲੋਂ ਫੋਰਸ ਵੀ ਕੀਤਾ ਜਾਂਦਾ ਹੈ ਜੀ, ਬਾਈ ਫੋਰਸ ਵੀ ਇਹਨਾਂ ਤੇ ਕਹਿ ਲਓ ਕਿ ਬੱਚਿਆਂ ਨੂੰ ਭਾਵੇਂ ਮੁੰਡਾ ਚਾਹੇ ਕੁੜੀ ਆ ਉਹਨਾਂ ਨੂੰ ਮਤਲਬ ਆਪਣੇ ਧਰਮ 'ਚ, ਪਰ ਲੜਕੀ ਨੂੰ ਇਹ ਪਹਿਲ ਤਾਂ ਦਿੰਦੇ ਨੇ ਕਿ ਲੜਕੀ ਤੋਂ ਦੇ ਵਿੱਚ 60 ਕੁੜੀਆਂ ਨੂੰ ਉਹਨਾਂ ਨੇ ਇਹ ਧਰਮ ਚੇਂਜ ਕਰਨ ਦੀ ਗੱਲ ਕੀਤੀ ਆ, ਠੀਕ ਹੈ, ਫੋਰਸ ਕਰਕੇ ਦੱਸ ਦੇਣਾ ਜੀ। ਸੋ ਮਤਲਬ ਮੇਰਾ ਕਹਿਣਾ ਕੋਈ ਇਸ ਚੀਜ਼ ਤੇ ਫਿਰ ਗੱਲ ਉੱਥੇ ਮੁੜ ਕੇ ਆਣੀ ਆ ਕਿ ਵੀ ਜਦੋਂ ਤੱਕ ਅਸੀਂ ਆਪਾਂ ਆਪਣੇ ਬੱਚਿਆਂ ਨੂੰ ਆਪ ਨਹੀਂ ਸਿੱਖਿਆ ਕਿਸੇ ਤਰ੍ਹਾਂ ਦੀ ਦਿੰਦੇ, ਘਰੋਂ ਨਹੀਂ ਉਹਨਾਂ ਦੀ ਪੈਰਵਾਈ ਕਰਦੇ। ਇੱਕ ਮੈਂ ਤੁਹਾਡੀ ਗੱਲ ਸੌਰੀ ਦੱਸੋ ਰੋਕਣ ਲੱਗਾ ਜੀ। ਜਦੋਂ ਆਪਾਂ ਬਰਾੜ ਸਾਹਿਬ, ਹਾਂਜੀ, ਜਦੋਂ ਕੋਈ ਆਪਣਾ ਮੁੰਡਾ ਜਾਂ ਆਪਣੀ ਕੁੜੀ ਦੂਸਰੇ ਧਰਮ 'ਚ ਵਿਆਹ ਕਰਦੀ ਆ, ਜਾਂ ਖਾਸ ਕਰ ਜੇ ਮੁੰਡਾ ਕਰੇ, ਉਹ ਮੰਨ ਲਓ ਵੀ ਉਹ ਮੁਸਲਮਾਨ ਨਾ ਕਰੇ ਜਾਂ ਗੋਰੀ ਨਾ ਕਰੇ ਜਾਂ ਹੋਰ ਕਿਸੇ ਨਾ ਕਰੇ, ਤੇ ਆਪਾਂ ਸਾਰੇ ਪਰਿਵਾਰ ਅੱਜ ਦੀ ਡੇਟ 'ਚ ਮੈਂ ਕਹਿੰਦਾ ਆਪਾਂ ਸਾਰੇ ਪਰਿਵਾਰ ਸਾਰੇ ਰਿਸ਼ਤੇ ਕਹਿੰਦੇ ਨਹੀਂ ਜੀ ਅੱਜ ਕੱਲ ਤਾਂ ਜਾਣਾ ਖਾਣਾ ਕਰ ਰਿਹਾ, ਕਿ ਉਹ ਵੀ ਇਸ ਚੀਜ਼ ਦੀ ਵਿੱਚ ਕਿਤੇ ਸਹਾਈ ਹੁੰਦੀ ਹੈ, ਹਵਾ ਦਿੱਤੀ ਜਾਂਦੀ ਹੈ ਉਹਦੇ ਵਿੱਚ। ਉਹ 'ਚ ਮਤਲਬ ਇਹ ਚੀਜ਼ ਬਹੁਤੇ ਅੱਗੇ ਕੀ ਪਰਿਵਾਰ ਸੀਗੇ, ਬਹੁਤੇ ਪਰਿਵਾਰ ਕਹਿੰਦੇ ਕਿ ਵੀ ਜੇ ਕਿਸੇ ਨੇ ਗੋਰੇ ਨਾਲ ਵਿਆਹ ਕਰਾਇਆ ਜਾਂ ਕਿਸੇ ਮੁੰਡੇ ਨੇ ਗੋਰੀ ਨਾਲ ਵਿਆਹ ਕਰਾਇਆ ਤੇ ਉਹ 'ਚ ਵਿਆਹ 'ਚ ਜੀ ਅਸੀਂ ਜਾਣਾ ਨਹੀਂ, ਜੇ ਜਾਣਾ ਤੇ ਇੱਕ ਫੈਮਿਲੀ ਦੇ ਮੈਂਬਰ ਨੇ ਚੱਲ ਜਾਣਾ, ਕਹਿਣਾ ਬੱਚਿਆਂ ਨੂੰ ਨਹੀਂ ਜਾਣਾ ਜੀ, ਕਿਉਂ ਉਹਨਾਂ ਤੇ ਵੀ ਅਸਰ ਪਏਗਾ ਜੀ ਕਿ ਵੀ ਇਹ ਜਦ ਹੁਣ ਕਰਾ ਲਿਆ ਹਨਾ ਤੇ ਸਾਨੂੰ ਵੀ ਕੀ ਫਰਕ ਪਏਗਾ। ਸੋ ਮਤਲਬ ਉਹਨਾਂ ਨੂੰ ਲਿਜਾਂਦੇ ਨਹੀਂ ਸੀ, ਪਰ ਉਹ ਦੋ ਚੀਜ਼ਾਂ ਡਿਫਰੈਂਟ ਹੋਏ ਨਹੀਂ ਨਾ, ਉਹ ਹੁੰਦਾ ਸੀਗਾ ਅਗਲੀ ਦੀ ਕੁੜੀ ਜਾਂ ਮੁੰਡੇ ਦੀ ਰਜ਼ਾਮੰਦੀ ਨਾਲ, ਲੇਕਿਨ ਇੱਥੇ ਜਦੋਂ ਤੁਸੀਂ ਫੋਰਸ ਕਰਕੇ ਕਰਦੇ ਆ ਉਹ ਗੱਲ ਬਿਲਕੁਲ ਉਲਟੀ ਹੁੰਦੀ ਆ, ਹਾਂਜੀ। ਪਰ ਲੇਕਿਨ ਆਪਾਂ ਤਾਂ ਇਹੀ ਗੱਲ ਕਰਦੇ ਆ ਫਿਰ ਵੀ ਕਿ ਇਹ ਜਿਹੜੀ ਜੇ ਬਾਈ ਫੋਰਸ ਜਿਹੜੀ ਚੀਜ਼ ਕਿਸੇ ਵੀ ਮਜ਼ਹਬ ਨੂੰ ਚੇਂਜ ਕਰਨਾ, ਇਹ ਸ਼ਰਅ ਇਹਨਾਂ ਦੇ ਵੀ ਸ਼ਰਅ ਤੇ ਉਲਟ ਹੋਣੀ ਚਾਹੀਦੀ ਆ, ਤੇ ਸਾਰੇ ਬਾਕੀ ਵੀ ਵਰਲਡ ਦੇ ਵਿੱਚ ਜਿਹੜੀ ਆ ਇਹ ਉਲਟ ਹੋਣਾ ਹੀ ਨਹੀਂ ਚਾਹੀਦਾ। ਮਤਲਬ ਵੀ ਜੇ ਕੋਈ ਆਪਣਾ ਰਜ਼ਾਮੰਦੀ ਨਾਲ ਜਾਣਾ ਚਾਹੁੰਦਾ ਉਹ ਹੋਣਾ ਚਾਹੀਦਾ ਆ, ਬਾਕੀ ਬਾਈ ਫੋਰਸ ਕਰਨਾ ਤੇ ਨਾ ਤਾਂ ਉਹਦਾ ਦਿਲ ਮੰਨੇਗਾ, ਕੋਈ ਨੋਕ ਦੀ ਗੰਨ ਤੇ ਹੁਣ ਇਹਨਾਂ ਨੂੰ ਵੀ ਤਾਂ ਨੋਕ ਦੀ ਗੰਨ ਤੇ ਲੈ ਕੇ ਗਏ ਸੀ ਬੱਚੀ ਨੂੰ ਵੀ, ਜਿਹੜੀ ਗਾਂਧੀ ਨੋਕ ਗਾਂਧੀ ਨੋਕ ਤੇ ਹੀ ਮਤਲਬ ਉਹਨਾਂ ਨੂੰ ਪਿਕ ਕਰਕੇ ਲੈ ਕੇ ਗਏ ਸੀਗੇ, ਹਨਾ। ਸੋ ਮਤਲਬ ਇਹ ਜਿਹੜੀਆਂ ਚੀਜ਼ਾਂ ਹੈ ਨਾ ਇਹ ਰੁਕਣੀਆਂ ਚਾਹੀਦੀਆਂ, ਇਹ ਰੋਕ ਕੇ ਹੀ ਤਾਂ ਹੀ ਫਿਰ ਅੱਗੇ ਹੋਏਗਾ। ਬਾਕੀ ਇਹ ਜ਼ਰੂਰ ਆ ਕਿ ਵੀ ਆਪਾਂ ਫਿਰ ਇਹੀ ਮੰਗ ਕਰਾਂਗੇ ਕਿ ਜਿਹੜੀ ਇਸ ਨੂੰ ਸਜ਼ਾ ਆ ਉਹ ਸਜ਼ਾ ਇਹਨੂੰ ਵੱਧ ਤੋਂ ਵੱਧ ਹੋਣੀ ਚਾਹੀਦੀ ਆ, ਜਿਸ ਦੇ ਨਾਲ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਇਸ ਤਰ੍ਹਾਂ ਦਾ ਨਾ ਕੰਮ ਕਰੇ ਜੀ। ਮਤਲਬ ਬਰਾੜ ਸਾਹਿਬ, ਕਿਉਂਕਿ ਆਪਣਾ ਸਮਾਂ ਆਪਣੀ ਰਫ਼ਤਾਰੇ ਤੁਰਿਆ ਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੋ ਆਪਣੀ ਚੁਣੀ ਹੋਈ ਨੁਮਾਇੰਦਾ ਆ, ਲੇਕਿਨ ਦੂਸਰੀ ਮੁਲਕ ਦੀ ਸਰਕਾਰ ਉਹਨਾਂ ਨੂੰ ਕਹਿ ਸਕਦੀ ਕਿ ਅਸੀਂ ਤੁਹਾਡੀ ਗੱਲ ਨਹੀਂ ਸੁਣਨੀ, ਫੋਰਸ ਨਹੀਂ, ਜੇ ਗੱਲ ਸੁਣਨ ਦਾ ਅਸਲੀ ਜਰੀਆ ਉਹ ਹੈਗੀ ਕੇਂਦਰ ਸਰਕਾਰ। ਤੁਸੀਂ ਕੀ ਕਹਿਣਾ ਚਾਹੁੰਦੇ ਅਖੀਰ ਵਿੱਚ ਇਹਦੇ ਆਪਣੇ ਹੁਣ ਜਦੋਂ ਪਿੰਡਾਂ ਦੇ ਵਿੱਚ ਪੁਲਿਸ ਜਾਂਦੀ ਹੈ ਨਾ, ਮੈਂ ਬੇਸ ਤੋਂ ਚੱਲਦਾ ਹੁੰਦਾ ਹਨਾ, ਪਿੰਡਾਂ ਦੇ ਵਿੱਚ ਪੁਲਿਸ ਚੱਲਦੀ ਆ, ਲੜਾਈ ਹੋ ਗਈ ਦੋ ਤਰ੍ਹਾਂ ਦੀ, ਹਾਂਜੀ, ਸਭ ਤੋਂ ਪਹਿਲਾਂ ਪੁਲਿਸ ਵਾਲੇ ਪੁੱਛਦੇ ਸਰਪੰਚ ਦਾ ਘਰ ਕਿੱਥੇ ਆ, ਬਿਲਕੁਲ ਪਹਿਲਾਂ ਸਰਪੰਚ ਦੇ ਜਾ ਕੇ ਉਹ ਪੁੱਛਦੇ ਆ, ਹਨਾ। ਸੇਮ ਥਿੰਗ ਹੈਗੀ ਆ ਜਿਹੜੀ ਕੰਟਰੀ ਲੈਵਲ ਤੇ, ਹਾਂਜੀ, ਹਨੇ। ਜਿਸ ਤਰ੍ਹਾਂ ਤੁਸੀਂ ਕਿਹਾ ਆਪਣੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਉਹਦੀ ਜ਼ਿੰਮੇਵਾਰੀ ਬਣਦੀ ਆ, ਬਿਲਕੁਲ, ਹੈਨਾ, ਡਾਕੂਮੈਂਟ ਤਿਆਰ ਕਰਨ ਦੀ ਜ਼ਿੰਮੇਵਾਰੀ ਉਹਦੀ ਬਣਦੀ ਆ ਵੀ ਸਾਡੇ ਨਾਲ ਆਹ ਧੱਕਾ ਹੋਇਆ, ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਉਹਨਾਂ ਦੀ ਪੈਰਵਾਈ ਕਰਨ ਦੀ ਜ਼ਿੰਮੇਵਾਰੀ ਬਣਦੀ ਆ। ਔਰ ਉਸ ਪੈਰਵਾਈ ਨੂੰ ਫਾਈਲਾਂ ਦੇ ਵਿੱਚ ਹੀ ਨਹੀਂ ਰੱਖਣਾ ਚਾਹੀਦਾ, ਉਸ ਨੂੰ ਐਕਸ਼ਨ ਕਰਨਾ ਚਾਹੀਦਾ, ਔਰ ਐਕਸ਼ਨ ਵੀ ਐਸਾ ਹੋਣਾ ਚਾਹੀਦਾ ਜਿਹੜਾ ਉਸ ਬੰਦੇ ਨੂੰ ਸਜ਼ਾ ਦਵਾ ਸਕੇ। ਬਿਲਕੁਲ ਉਹੀ, ਜੇ ਸ਼ਾਇਦ ਉਹਨੂੰ ਅਰੈਸਟ ਵੀ ਇਸੇ ਕਰਕੇ ਕੀਤਾ ਕਿ ਜੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਜਾਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਕੁਝ ਨੁਮਾਇੰਦਿਆਂ ਨੇ, ਇੱਥੋਂ ਤੱਕ ਜਿੱਦਾਂ ਆਪਾਂ ਸਾਰਿਆਂ ਨੇ ਵੀ ਦੇਖਿਆ ਉਹਦੇ ਵਿੱਚ ਹਿੰਦੂ ਧਰਮ ਦੇ ਵੀ ਲੋਕ ਸੀ, ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਪਾਕਿਸਤਾਨ ਦੀ ਐਮਬੈਸੀ ਦੇ ਬਾਹਰ ਜਾ ਕੇ। ਇਹ ਪ੍ਰੋਟੈਸਟ ਕਰਨ ਦੇ ਨਾਲ ਜਾਂ ਇੰਟਰਨੈਸ਼ਨਲ ਦਬਾਅ ਪੈਣ ਦੇ ਕਰਕੇ ਹੀ ਉਹਨੂੰ ਅਰੈਸਟ ਕੀਤਾ ਲੱਗਦਾ। ਲੇਕਿਨ ਉੱਥੇ ਇੱਕ ਬਿਆਨ ਆਇਆ, ਇੱਕ ਵੀਡੀਓ ਹੋਰ ਰਿਲੀਜ਼ ਹੋਈ ਆ ਬਾਅਦ ਦੇ ਵਿੱਚ, ਇੱਕ ਜਿਹੜਾ ਪਾਕਿਸਤਾਨ ਦਾ ਪੁਲਿਸ ਅਫੀਸਰ ਆ ਉਹਨੇ ਵੀ ਕਿਹਾ ਹੈਗਾ ਇਸ ਬੰਦੇ ਨੂੰ ਸਾਡਾ ਬੰਦਾ ਹੈ, ਇਹਦਾ ਕੋਈ ਹੋਟਲ ਹੈ, ਹੋਟਲ ਦੇ ਵਿੱਚ ਚਾਹ ਪੀਣ ਗਿਆ ਸੀ ਤੇ ਉਹਨੇ ਬਦਸਲੂਕੀ ਕੀਤੀ ਤੇ ਇਹਨੇ ਕਿਹਾ ਵੀ ਮੈਂ ਲੇਟ ਲਿਆਇਆ, ਜਾਣੀ ਚਾਹ ਚੂ ਲੇਟ ਮਿਲੀ, ਤੇ
ਉਹਦੇ ਵਿੰਗ 'ਚ ਇਹਨੇ ਇਹ ਪ੍ਰੋਟੈਸਟ ਕੀਤਾ। ਪਰ ਇੱਕ ਚੀਜ਼ ਹੋਰ ਉਹ ਹੈ ਜੀ, ਤੁਸੀਂ ਬੜਾ ਦੇਖਿਆ ਆਪਣਾ ਸਮਾਂ ਮੁੱਕ ਗਿਆ, ਦੇਖੀ ਹੋਣੀ। ਲੇਕਿਨ ਪਾਕਿਸਤਾਨ ਦੇ ਵਿੱਚ ਬਰਾੜ ਸਾਹਿਬ ਆਪਣੇ ਮੁਲਕ 'ਚ ਕਿਸੇ ਦੂਸਰੇ ਮੁਲਕ ਦੀ ਆਈ ਕਿਸੇ ਬੱਚੀ ਨਾਲ ਜਾਂ ਬੱਚੇ ਨਾਲ ਕੁਛ ਹੋ ਜਵੇ, ਆਪਣਾ ਸਾਰਾ ਮੀਡੀਆ ਜ਼ੋਰ ਲਾਉਂਦਾ ਉਹਨੂੰ ਲੋਕਾਂ 'ਚ ਫੈਲਾਉਣ ਦੇ ਲਈ। ਲੇਕਿਨ ਪਾਕਿਸਤਾਨ ਦੇ ਕਿਸੇ ਮੀਡੀਆ ਨੇ ਇਹ ਖਬਰ ਤੱਕ ਨਹੀਂ ਛਾਪੀ, ਸਿਰਫ ਇਹ ਛਾਪਿਆ ਕਿ ਗੁਰਦੁਆਰੇ ਦੇ ਬਾਹਰ ਪਾਕਿਸਤਾਨੀ 2 ਮੁਸਲਮਾਨ ਗਰੁੱਪਾਂ ਦੇ ਵਿੱਚ ਲੜਾਈ ਹੋ ਗਈ ਚਾਹ ਪੀਣ ਤੋਂ, ਜਿਹੜੀ ਗਲਤ ਚੀਜ਼ ਆ। ਸੋ ਕਿਉਂਕਿ ਆਪਣਾ ਸਮਾਂ ਆਪਣੀ ਰਫਤਾਰੇ ਤੇ ਨਹੀਂ ਠੀਕ ਆ, ਜਿਹੜੀ ਕਲੈਰੀਫਿਕੇਸ਼ਨ ਤਾਂ ਹੋਣੀ ਚਾਹੀਦੀ। ਬਿਲਕੁਲ, ਉਹਨਾਂ ਨੇ ਇਹ ਛਾਪਿਆ, ਮੀਡੀਆ ਸਿਰਫ ਇੱਕ ਛੋਟੀ ਜਿਹੀ ਅਖਬਾਰ ਨੇ ਛਾਪਿਆ ਕਿ ਉੱਥੇ ਨਨਕਾਣਾ ਸਾਹਿਬ ਤੇ ਪੱਥਰਬਾਜ਼ੀ ਕੀਤੀ, ਇੱਕ ਉਹ ਵੀ ਮਾੜੀ ਜਿਹੀ ਲਾਈਨ 'ਚ। ਲੇਕਿਨ ਜਿਹੜਾ ਬਾਕੀ ਸਾਰੇ ਮੀਡੀਆ ਨੇ ਇਹ ਕਿਹਾ ਕਿ 2 ਮੁਸਲਮਾਨਾਂ ਦੇ ਗਰੁੱਪਾਂ 'ਚ ਚਾਹ ਤੋਂ ਲੜਾਈ ਹੋ ਪਈ ਇੱਕ ਦੂਜੇ ਨਾਲ, ਉਹਦੇ ਕਰਕੇ ਇੱਕ ਦੂਜੇ ਨਾਲ ਇੱਟਾਂ ਪੱਥਰ ਮਾਰੇ ਉਹਨੇ ਜਾਂ ਲੜਾਈ ਹੋ ਪਈ, ਜੋ ਵੀ ਲਿਖਿਆ ਉਹਨੇ ਸਾਰੇ ਕਿਸੇ ਮੀਡੀਆ ਨੇ ਨਹੀਂ ਛਾਪੀ। ਲੇਕਿਨ ਅਸੀਂ ਇੱਕੋ ਹੀ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਆਪਣੇ ਵੱਲੋਂ, ਸਿੱਖ ਚੈਨਲ ਦੀ ਪੂਰੀ ਮੈਨੇਜਮੈਂਟ ਕਮੇਟੀ ਵੱਲੋਂ, ਕਿ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਬੱਚੇ ਅਤੇ ਬੱਚੀ ਨਾਲ, ਜ਼ਰੂਰੀ ਨਹੀਂ ਕਿ ਅਸੀਂ ਇਹੀ ਕਹੀਏ ਕਿ ਸਿੱਖਾਂ ਦੇ ਬੱਚੇ ਬੱਚੀ ਨਾ ਹੋਣ, ਹਰ ਕਿਸੇ ਨਾਲ, ਹਰ ਅਸੀਂ ਧਰਮ ਦੀ ਰਿਸਪੈਕਟ ਕਰਦੇ ਹਾਂ, ਹਰ ਧਰਮ ਦਾ ਅਸੀਂ ਸਤਿਕਾਰ ਕਰਦੇ ਹਾਂ, ਕਿਸੇ ਵੀ ਧਰਮ ਦੇ ਲੋਕਾਂ ਨਾਲ ਇਹੋ ਜਿਹਾ ਵਿਹਾਰ ਨਹੀਂ ਹੋਣਾ ਚਾਹੀਦਾ। ਇਹ ਸਾਡੀ ਗੁਰੂ ਚਰਨਾਂ 'ਚ ਅਰਦਾਸ ਆ। ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮੇਰੀ ਪੂਰੀ ਟੀਮ ਅਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇ ਨੂੰ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।